तड़के का बैठा था मैं 10 बजे का। जे मेरी 2 बजे बारी आई तो कहनी कैप्टन साहब किहड़ा तुहाडे वास्ते विहले। मैं चंगा जी। सिर्फ एक पीएन की नौकरी मंगी है जी। मैं पीएन की नौकरी पिछे ही असीं उत्थे बैठे जी। भगवंत मान ने भी कोई गल नहीं सुनी, वो तो लंडू बंदा जी। पापा जी ਤਾਂ ਬਿਮਾਰ ਰਹਿੰਦੇ ਨੇ ਜੀ। ਇਹਨਾਂ ਦੇ ਮਤਲਬ ਬਾਥਰੂਮ 'ਚ ਬਲੱਡ ਆਉਣ ਲੱਗ ਗਿਆ ਸੀ। ਫਿਰ ਇਹਨੂੰ ਮੈਂ ਕਹਿੰਦਾ ਵੀ ਤੁਸੀਂ ਕੰਮ ਨਾ ਕਰੋ ਜੀ। ਉੱਥੇ ਗਿਆ ਸੀ ਜਿਵੇਂ ਬਾਦਲ ਨੂੰ ਮਿਲਿਆ था, परविंदर ढींडसा भी उत्थे सी। वो कहना बई कांग्रेस ने नौकरी दी है, कांग्रेस नौकरी देगी। हाँ भी असी नहीं नौकरी दे सकते। जिसने लबी लग दिता कहनी कोई नौकरी के काज किसी को नहीं फड़ाने, पहले ही कहते जी। ਤੁਸੀਂ ਵੀ ਪਹਿਲਾਂ ਭੱਠੇ ਤੇ ਕੰਮ ਕਰਦੇ ਹੁੰਦੇ? हाँ मैं दिहाड़ी बहुत करी है जी। आ दिहाड़ी करके लगी हुई है फोटो है। आ रोड़ी कुट रहा बैठा देखो, रोड़ी भी बहुत कुटी मैंने। 350 ਦਿਹਾੜੀ ਜੀ ਬੰਦੀ ਹੈ ਜੀ। ਰੰਗ ਰੋਗ ਉਹ ਵੀ ਕਦੇ ਕਦੇ ਜੀ, ਕਿਉਂਕਿ ਜੇ ਰੰਗ ਦਾ ਜੇ ਇੱਕ ਕਮਰਾ ਹੀ ਮਿਲਦਾ 2 ਦਿਨਾਂ 'ਚ ਕਮਰਾ ਰੰਗ ਹੋ ਜਾਂਦੇ। 700 ਰੁਪਇਆ ਇਹ ਨਹੀਂ ਪਤਾ ਉਹ ਤੋਂ ਬਾਅਦ 10 ਦਿਨ ਦਿਹਾੜੀ ਨਾ ਲੱਗੀ। ਇਹ ਨੌਕਰੀ ਦਾ ਐਲਾਨ 2006 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ ਸੀ। 2006 ਤੋਂ ਲੈ ਕੇ ਹੁਣ 2022-21 ਚੱਲੀ ਜਾਂਦਾ ਤੇ 22 ਦੇ ਵਿੱਚ ਫੇਰ ਚੋਣਾਂ ਆ ਜਾਣੀਆਂ ਨੇ। 22 ਦੇ ਵਿੱਚ ਫੇਰ ਸਰਕਾਰ ਪਤਾ ਨਹੀਂ ਕਿਹਦੀ ਆਊਗੀ। 15 ਸਾਲ ਹੋ ਗਏ ਇਹਨੂੰ ਦਰ ਦੀਆਂ ਠੋਕਰਾਂ ਖਾਂਦਿਆਂ ਨੂੰ, ਪਰ ਹਾਲੇ ਤੱਕ ਨੌਕਰੀ ਕਿਤੇ ਵੀ ਨਹੀਂ ਮਿਲੀ। ਕੱਲ ਹੋਰ ਦੱਸੋ, ਜਿਹੜੀਆਂ ਲੋਈਆਂ ਹੁਣ ਤੱਕ ਪਾਈਆਂ ਨੇ ਬਾਪੂ ਜੀ, ਢਿੱਡ ਢੁੱਡ ਭਰ ਦਿੰਦੀਆਂ ਉਹ ਲੋਈਆਂ? लोइयां क्या करेंगे जी? बेच दे दू दिना मंगते माड़ा किसी को दे दू दिना जी। मैं तो मेरे क्या काम आवेंगी उन्होंने। ਛੱਤ ਪਾਈ ਨਹੀਂ ਅਸੀਂ ਤਾਂ ਕਰਦੇ ਡਿੱਕੇ ਕਰਦੇ ਮਰ ਜਾਂਦੇ, ਕਿਉਂਕਿ ਦਿਹਾੜੀਆਂ ਨਾਲ ਮਕਾਨ ਨਹੀਂ ਪੈਂਦੇ। ਦਿਹਾੜੀ ਨਾਲ ਤਾਂ ਘਰ ਦੇ ਖਰਚੇ ਹੀ ਚੱਲ ਜਾਣ, ਉਹੀ ਬਹੁਤ ਹੈ। वो भी मैंने जब मेरे लोई पान लगे हैं, जब मैंने फड़ा दिया मैंने कट के गिज्जा तो मेरे लोई पान लगे हैं। लाल सिंह नूं फड़ा दी चिट्ठी, मैंने उसनूं फड़ा दी, मैंने सिंगले नूं। मगर कोई काम नहीं। धर्मसोत भी था सच्चो उत्थे, धर्मसोत तिन्ने वो सारे तिन्ने उत्थे ही। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਆ ਚੜ੍ਹਨ ਫਾਂਸੀ, ਹੋ ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਹਿੰਦ ਵਾਸੀਓ ਚਮਕਣਾ ਚੰਨ ਵਾਂਗੂ, ਉਹ ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਉਹ ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਇਹ ਲਾਈਨਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀਆਂ ਨੇ। ਇਹ ਲਾਈਨਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ। ਉਹਨਾਂ ਦੀਆਂ ਲਿਖੀਆਂ ਲਾਈਨਾਂ ਜਦੋਂ ਵੀ ਪੜ੍ਹਦੇ ਹਾਂ ਤਾਂ ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਕੁਝ ਅਣਛੂਹੇ ਪੰਨੇ ਹੁੰਦੇ ਨੇ, ਕੁਝ ਅਣਛੂਹੇ ਪਰਿਵਾਰ ਹੁੰਦੇ ਨੇ। ਅਸੀਂ ਸ਼ਹੀਦਾਂ ਨੂੰ ਯਾਦ ਜ਼ਰੂਰ ਕਰ ਲੈਂਦੇ ਹਾਂ, ਸ਼ਹੀਦਾਂ ਦੇ ਪਿਛੋਕੜ 'ਤੇ ਨਜ਼ਰ ਮਾਰ ਲੈਂਦੇ ਹਾਂ, ਪਰ ਕੀ ਕਦੇ ਸ਼ਹੀਦਾਂ ਦੇ ਅੱਜ 'ਤੇ ਅਸੀਂ ਨਜ਼ਰ ਮਾਰਨ ਦੀ ਕੋਸ਼ਿਸ਼ ਕੀਤੀ ਆ? ਜਾਂ ਫਿਰ ਉਹ ਕਹਿ ਲਾਂ ਜਦੋਂ ਸ਼ਹੀਦਾਂ ਦਾ ਜਨਮ ਦਿਹਾੜਾ ਹੁੰਦਾ ਆ ਜਾਂ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਆ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਬੁੱਤਾਂ 'ਤੇ ਵੀ ਨਜ਼ਰ ਮਾਰੀ ਜਾਂਦੀ ਆ, ਸ਼ਹੀਦਾਂ ਦੇ ਬੁੱਤਾਂ 'ਤੇ ਨਜ਼ਰ ਮਾਰੀ ਜਾਂਦੀ ਆ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਹਿਜ਼ ਲੋਈਆਂ ਦੇ ਕੇ ਸਨਮਾਨਿਤ ਕਰ ਦਿੱਤਾ ਜਾਂਦਾ। ਪਰ ਇਹਨਾਂ 2 ਦਿਨਾਂ ਤੋਂ ਇਲਾਵਾ ਪੂਰੇ ਸਾਲ ਦੇ 363 ਦਿਨ ਜਿਹੜੇ ਨੇ ਉਹ ਪਰਿਵਾਰ ਕਿਵੇਂ ਬਿਤਾਉਂਦੇ ਨੇ, ਕਦੇ ਅਸੀਂ ਇਹ ਸੋਚਿਆ? ਮੈਨੂੰ ਲੱਗਦਾ ਸ਼ਾਇਦ ਨਹੀਂ ਸੋਚਿਆ। ਇਹ ਨਹੀਂ ਸੋਚਿਆ ਇਸ ਦਾ ਹੀ ਕਾਰਨ ਆ ਕਿ ਅੱਜ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੇ ਪਰਿਵਾਰ ਦੇ ਹਾਲਾਤ ਕੀ ਨੇ। ਅਸੀਂ ਤੁਹਾਨੂੰ ਉਹ ਹਾਲਾਤ ਦਿਖਾਵਾਂਗੇ। 31 ਜੁਲਾਈ ਦਾ ਦਿਨ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਆ। ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਸੋ ਅੱਜ ਦੇ ਦਿਨ ਜਿਹੜਾ ਆ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੂੰ। ਸਨਮਾਨਿਤ ਕਿਸ ਤਰ੍ਹਾਂ ਕੀਤਾ ਗਿਆ? ਸਿਰਫ ਮਹਿਜ਼ ਇੱਕ ਲੋਈ ਪਾ ਕੇ। ਪਰ ਇਹ ਹਾਲਾਤ ਬਣੇ ਕਿਉਂ? ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੇ ਪਰਿਵਾਰ ਦੇ ਇਹ ਹਾਲਾਤ ਬਣੇ ਕਿਉਂ, ਉਸ 'ਤੇ ਨਜ਼ਰ ਮਾਰਾਂਗੇ। ਪਹਿਲਾਂ ਤੁਸੀਂ ਜਿਸ ਕਮਰੇ ਦੇ ਵਿੱਚ ਅਸੀਂ ਖੜ੍ਹੇ ਉਸ ਕਮਰੇ 'ਤੇ ਇੱਕ ਨਿਗਾਹ ਜ਼ਰੂਰ ਮਾਰੇ। ਉਹਨਾਂ ਦੀਆਂ ਤਸਵੀਰਾਂ, ਪੂਰੀਆਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੀਆਂ ਲੱਗੀਆਂ ਹੋਈਆਂ ਨੇ। ਖਾਸ ਗੱਲ ਤਸਵੀਰਾਂ ਦੇ ਵਿੱਚ ਇੱਕ ਦੇਖਣ ਵਾਲੀ ਹੈ ਕਿ ਜਿਹੜੀਆਂ ਇਹ ਤਸਵੀਰਾਂ ਨੇ ਜਾਂ ਤਾਂ 31 ਜੁਲਾਈ ਦੀਆਂ ਹੋਣਗੀਆਂ ਜਾਂ 15 ਅਗਸਤ ਦੀਆਂ ਹੋਣਗੀਆਂ। ਕੋਈ ਵੱਡਾ ਆਫਿਸਰ, ਮੁੱਖ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲਦੇ ਨੇ, ਗੱਲ ਦੇ ਵਿੱਚ ਮਹਿਜ਼ ਸਰੋਪਾ ਪਾਇਆ ਜਾਂਦਾ ਜਾਂ ਲੋਈ ਪਾਈ ਜਾਂਦੀ ਹੈ, ਬਸ ਉਸ ਤੋਂ ਬਾਅਦ ਹੋਰ ਕੁਛ ਨਹੀਂ। ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਜਿਹੜੀਆਂ ਨੌਕਰੀਆਂ ਨੇ ਉਹ ਅਲਾਟ ਹੋਈਆਂ ਨੇ।
2006 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਨੌਕਰੀ ਜਿਹੜੀ ਆ ਕਿ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੇ ਪਰਿਵਾਰ ਨੂੰ ਮਿਲਣੀ ਚਾਹੀਦੀ ਆ, ਪਰ 2021 ਆ ਗਿਆ ਬਾਈ, ਨੌਕਰੀ ਹਾਲੇ ਤੱਕ ਨਹੀਂ ਮਿਲੀ। ਇਹ ਪਰਿਵਾਰ ਦਰ ਦੀਆਂ ਠੋਕਰਾਂ ਖਾ ਰਿਹਾ ਆ, ਇਹ ਪਰਿਵਾਰ ਦਿਹਾੜੀਆਂ ਕਰਨ ਨੂੰ ਮਜਬੂਰ ਆ। ਜਦੋਂ ਊਧਮ ਸਿੰਘ ਹੋਰਾਂ ਨੂੰ ਫਾਂਸੀ ਹੁੰਦੀ ਆ, ਕਿਉਂਕਿ ਜਦੋਂ ਉਹਨਾਂ ਨੇ ਜਨਰਲ ਅਡਵਾਇਰ ਦੇ ਜਿਹੜੀ ਆ ਗੋਲੀ ਮਾਰੀ ਆ ਤਾਂ ਉਹ ਭੱਜ ਵੀ ਸਕਦੇ ਸੀ, ਪਰ ਉਹਨਾਂ ਨੂੰ ਅਦਾਲਤ ਦੇ ਵਿੱਚ ਪੁੱਛਿਆ ਜਾਂਦਾ ਕਿ ਤੁਸੀਂ ਭੱਜੇ ਕਿਉਂ ਨਹੀਂ, ਤਾਂ ਉਹਨਾਂ ਨੇ ਆਖਿਆ ਕਿ ਮੈਨੂੰ ਦੇਖ ਕੇ ਜਦੋਂ ਮੈਨੂੰ ਫਾਂਸੀ ਹੋਊਗੀ ਤਾਂ ਮੇਰੇ ਦੇਸ਼ ਦੇ ਵਿੱਚ ਹੋਰ ਬੜੇ ਊਧਮ ਸਿੰਘ ਪੈਦਾ ਹੋਣਗੇ। ਪਰ ਜੇ ਇਹ ਹਾਲਾਤ ਊਧਮ ਸਿੰਘ ਦੇ ਪਰਿਵਾਰ ਦੇ ਬਹੁਤੇ ਦੇਖ ਲੈਣਗੇ ਨਾ, ਤਾਂ ਸ਼ਾਇਦ ਮੱਲਾ ਦੇਸ਼ ਦੀ ਗੱਲ ਕਰਨ ਦੀ ਵੀ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਕਿ ਯਾਰ ਸਾਡੇ ਪਰਿਵਾਰਾਂ ਦਾ ਪਿੱਛੋਂ ਆਹ ਹਾਲ ਹੋਣਾ ਆ। ਪਰਿਵਾਰ ਦੇ ਨਾਲ ਮੁਲਾਕਾਤ ਕਰਵਾਵਾਂਗੇ, ਪੂਰੀ ਗੱਲਬਾਤ 'ਤੇ ਚਾਨਣਾ ਪਾਵਾਂਗੇ। ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਤਸਵੀਰਾਂ ਵੀ ਵਾਇਰਲ ਹੁੰਦੀਆਂ ਨੇ ਕਿ ਉਹਨਾਂ ਦਾ ਪਰਿਵਾਰ ਦਿਹਾੜੀਆਂ ਕਰ ਰਿਹਾ ਆ। ਉਹਨਾਂ ਦੀ ਭੈਣ ਆਸ ਕੌਰ ਦਾ ਜਿਹੜਾ ਪੋਤਾ ਆ ਉਹ ਭੱਠੇ ਦੇ ਉੱਪਰ ਦਿਹਾੜੀਆਂ ਕਰ ਰਿਹਾ ਆ। ਅੱਜ ਦੇ ਹਾਲਾਤ ਕੀ ਨੇ? ਹਾਲਾਤ ਜਿਉਂਦੇ ਤਿਉਂ ਨੇ, ਜਾਂ ਮੈਂ ਇਉਂ ਕਹਿਣਾ ਹਾਲਾਤ ਬਦ ਤੋਂ ਬੱਤਰ ਨੇ। ਜਦੋਂ ਅਸੀਂ ਹੋਰ ਪੁੱਛਗਿੱਛ ਕੀਤੀ ਤਾਂ ਸਾਨੂੰ ਪਤਾ ਲੱਗਿਆ ਜਿਸ ਘਰ ਦੇ ਵਿੱਚ ਅਸੀਂ ਅੱਜ ਖੜੇ ਹਾਂ ਇਹ ਵੀ ਆਂਢ ਗੁਆਂਢ ਨੇ ਪੈਸੇ ਇਕੱਠੇ ਕਰਕੇ ਇਹਨਾਂ ਦਾ ਪਵਾਇਆ, ਕਿਉਂਕਿ ਜਦੋਂ ਮੀਂਹ ਆਉਂਦਾ ਸੀ ਤਾਂ ਪਾਣੀ ਪੂਰੇ ਦਾ ਪੂਰਾ ਇਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਸੀ। ਬਾਪੂ ਜੀ ਮੇਰੇ ਨਾਲ ਹੋਣਗੇ, ਬਾਈ ਖਾਸ ਗੱਲ ਬਾਈ ਮੇਰੇ ਨਾਲ ਆ ਜਿਹਨੂੰ ਨੌਕਰੀ ਲੋਟ ਹੋਈ ਆ, ਜਿਸ ਦੇ ਨਾਮ ਤੇ ਲੈਟਰ ਨਿਕਲਿਆ ਹੋਇਆ। ਪੂਰੇ ਸਬੂਤਾਂ ਸਹਿਤ, ਤੱਥਾਂ ਸਹਿਤ ਅਸੀਂ ਜਿਹੜੀ ਆ ਗੱਲਬਾਤ ਪੂਰੀ ਕਰਾਂਗੇ। ਸਭ ਤੋਂ ਪਹਿਲਾਂ ਬਾਪੂ ਜੀ ਹੋਰਾਂ ਦਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲ ਵੱਲ ਵਧਾਂਗੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਪਹਿਲਾਂ ਤਾਂ ਇਹ ਗੱਲ ਦੱਸਿਓ, ਅੱਜ ਵੀ ਤੁਹਾਨੂੰ ਬੁਲਾਇਆ ਗਿਆ। ਹਾਂਜੀ ਹਾਂਜੀ, ਹਰ ਸਾਲ ਸ਼ਹੀਦੀ ਦਿਹਾੜੇ ਤੇ ਬੁਲਾਇਆ ਜਾਂਦਾ, ਦਿੱਤਾ ਕੀ ਜਾਂਦਾ? ਦਿੱਤਾ ਤਾਂ ਜੀ ਲੋਈਆਂ ਦੇ ਦੇਣੇ ਬਸ, ਉਹਨਾਂ ਨੇ ਤਾਂ ਕੁਛ ਨਹੀਂ ਦਿੱਤਾ ਜੀ ਸਾਨੂੰ। ਤੱਕੜ ਲੋਈਆਂ ਪਾ ਕੇ ਬਸ ਵਗ ਜਾਂਦੇ ਜਦੀ, ਸਾਨੂੰ ਲੈਣ ਤੱਕੜ ਬਣੀ ਆਉਂਦੇ ਪੂਰੇ। ਅਸੀਂ ਕਈ ਵਾਰ ਤਾਂ ਅਸੀਂ ਆਪ ਹੀ ਵਗ ਜਾਂਦੇ ਹਾਂ। ਅੱਜ ਜ਼ਰੂਰ ਆਏ ਤੇ, ਨਹੀਂ ਤਾਂ ਕਦੇ ਅਸੀਂ ਤਾਂ ਆਪ ਹੀ ਜਾਂਦੇ ਸਕੂਟਰ ਸਕਾਟ ਤੇ ਲੈ ਕੇ। ਹਾਂਜੀ, ਬਾਕੀ ਹੋਰ ਨਹੀਂ ਹੈਗਾ ਕੋਈ। ਅੱਛਾ, ਅੱਜ ਲੈਣ ਆਉਣ ਦਾ ਵੀ ਮੈਂ ਕਾਰਨ ਇੱਥੇ ਦੱਸ ਦਿੰਦਾ, ਕਿਉਂਕਿ ਅੱਜ ਸੁਨਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਜਿਹੜਾ ਅਜਾਇਬ ਘਰ ਆ ਉਹਦਾ ਉਦਘਾਟਨ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਅੱਜ ਇੱਥੇ ਆਉਣਾ ਸੀ, ਜਿਸ ਦੇ ਕਾਰਨ ਸ਼ਾਇਦ ਇਹਨਾਂ ਕੋਲੇ ਅੱਜ ਗੱਡੀ ਭੇਜ ਦਿੱਤੀ ਹੋਵੇ ਕਿ ਭਾਈ ਤੁਹਾਨੂੰ ਲੈਣ ਅਸੀਂ ਵਗ ਜਾਂਦੇ ਹਾਂ। ਅੱਛਾ, ਇੱਕ ਪਾਸਿਓਂ ਤਾਂ ਬਾਪੂ ਜੀ ਗਰਵ ਹੁੰਦਾ ਹੋਣਾ ਕਿ ਸਾਡੇ ਬਜ਼ੁਰਗ ਸੀ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਜਾ ਕੇ ਬਦਲਾ ਲਿਆ ਜਲਿਆਂਵਾਲੇ ਬਾਗ ਦਾ, ਹਨਾ, ਪਰ ਉਸ ਤੋਂ ਬਾਅਦ ਜਦੋਂ ਇਹ ਹਾਲਾਤ ਦੇਖਦੇ ਹੋ, ਜਦੋਂ ਦਿਹਾੜੀਆਂ ਕਰਦੇ ਹੋ, ਵੈਸੇ ਕਰਦੇ ਕੀ ਹੋ? ਹਾਲਾਂਕਿ ਅਸੀਂ ਇਹ ਤੋਂ ਪਹਿਲਾਂ ਸੁਣਿਆ ਤੁਸੀਂ ਦਿਹਾੜੀ ਕਰਦੇ ਹੋ, ਮਜ਼ਦੂਰੀ ਕਰਦੇ ਹੋ, ਸੱਚ ਕਿੰਨਾ ਕਿਸ ਗੱਲ ਦੇ ਵਿੱਚ? ਅਸੀਂ ਦਿਹਾੜੀਓ ਕਰਦਾ ਜੀ, ਮੈਂ ਤਾਂ ਮਤਲਬ ਫਿਰ ਬਿਮਾਰ ਹੋ ਗਿਆ, ਆਪਣਾ ਦਿਹਾੜੀ ਕਰਦਾ ਰਿਹਾ। ਫਿਰ ਤੁਹਾਡੇ ਵਰਗੇ ਪ੍ਰੈਸ ਵਾਲੇ ਆ ਗਏ ਸੀ, ਉਹ ਮੇਰੀਆਂ ਫੋਟੋਆਂ ਤਾਰ ਲਏ ਉੱਥੇ ਦੇ ਜਿੱਥੇ ਮੈਂ ਕੰਮ ਕਰਦਾ ਸੀ। ਉਹਨਾਂ ਨੇ ਫਿਰ ਬਾਹਰ ਭੇਜ ਦਿੱਤੀਆਂ ਫੋਟੋਆਂ ਵੀ ਇਹਨਾਂ ਦਾ ਇਸਕਾ ਕਰੋ ਕੋਈ ਇੰਤਜ਼ਾਮ ਜੀ। ਬਾਕੀ ਤੁਹਾਨੂੰ ਪਤਾ ਹੀ ਹੈ, ਹੁਣ ਮੈਂ ਤਾਂ ਇਸकी ਨੌਕਰੀ ਬਾਰੇ ਫਿਰਦਾ, ਨੌਕਰੀ ਦਾ ਕੰਮ ਨਹੀਂ ਹੋਇਆ। 2006 'ਚ ਨੌਕਰੀ ਦਿੱਤੀ ਸੀ ਜੀ, ਇਹ ਵੀ ਨਹੀਂ ਮਿਲੀ। ਇੱਕ ਨੌਕਰੀ ਦਾ ਐਲਾਨ ਕਰਿਆ ਸੀ ਸਰਕਾਰ ਨੇ, ਇਹ ਵੀ ਨਹੀਂ ਸਾਨੂੰ ਤਾਂ ਮਿਲੀ ਹੈਗੀ। ਬਾਕੀ ਅਸੀਂ ਜਾਂਦੇ ਹਾਂ ਜੀ ਉੱਥੇ ਡੀਸੀ ਦਫ਼ਤਰ ਜਾਂਦੇ ਹਾਂ, CM ਸਾਹਿਬ ਲਵੇ ਜਾਂਦੇ ਹਾਂ, ਕੋਈ ਸਾਡੀ ਸੁਣਵਾਈ ਨਹੀਂ ਹੈਗੀ। ਜਦੋਂ 2006 ਦੇ ਵਿੱਚ ਨੌਕਰੀ ਅਨਾਉਂਸ ਹੁੰਦੀ ਆ, 2007 ਦੇ ਵਿੱਚ ਸਰਕਾਰ ਬਾਪੂ ਜੀ ਬਦਲ ਜਾਂਦੀ ਆ। ਉਦੋਂ ਜਿੱਦਾਂ ਤੁਸੀਂ ਦੱਸ ਰਹੇ ਸੀ ਚੋਣ ਜਾਬਤਾ ਲੱਗਦਾ ਆ। ਜਦੋਂ 2007 ਦੇ ਵਿੱਚ ਤੁਸੀਂ ਜਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਆ, ਉਸ ਸਰਕਾਰ ਕੋਲੇ ਜਾਂਦੇ ਹੋ, ਅਫਸਰਾਂ ਕੋਲੇ ਜਾਂਦੇ ਹੋ, ਲੀਡਰਾਂ ਕੋਲੇ ਜਾਂਦੇ ਹੋ, ਕੀ ਕਹਿੰਦੇ ਆ? ਉੱਥੇ ਗਿਆ ਸੀ ਜਿਵੇਂ ਬਾਦਲ ਨੂੰ ਮਿਲਿਆ ਸੀ, ਪਰਵਿੰਦਰ ਢੀਂਡਸਾ ਵੀ ਉੱਥੇ ਸੀ। ਉਹ ਕਹਿੰਦਾ ਬਈ ਕਾਂਗਰਸ ਨੇ ਨੌਕਰੀ ਦਿੱਤੀ ਆ, ਕਾਂਗਰਸ ਨੇ ਨੌਕਰੀ ਦੇਵੇਗੀ, ਹਾਂ ਵੀ ਅਸੀਂ ਨਹੀਂ ਨੌਕਰੀ ਦੇ ਸਕਦੇ। ਅੱਛਾ ਜੀ, ਮੈਨੂੰ ਜਵਾਬ ਦਿੱਤਾ। ਮੈਂ ਢੀਂਡਸਾ ਵੀ ਸੀ ਤੇ ਬਾਦਲ ਸਾਹਿਬ ਵੀ ਸੀ। ਬਾਦਲ ਸਾਹਿਬ ਅੰਦਰ ਸੀ, ਮੈਂ ਮਿਲ ਗਿਆ ਸੀ ਬਾਦਲ ਸਾਹਿਬ ਨੂੰ। ਬਾਦਲ ਸਾਹਿਬ ਮੁੱਕਰ ਗਿਆ ਜੀ। ਢੀਂਡਸਾ ਕਹਿੰਦਾ ਵੀ ਇਹ CM ਸਾਹਿਬ ਕਹਿੰਦਾ ਜਿਹੜੇ ਕੈਪਟਨ ਸਾਹਿਬ ਦੇਣਗੇ ਤੁਹਾਨੂੰ ਨੌਕਰੀ, ਇਹ ਨੌਕਰੀ ਨਹੀਂ ਮਿਲਦੀ ਹੈ। ਵੀ ਜਦ ਨੌਕਰੀ ਦਾ ਐਲਾਨ ਹੋ ਗਿਆ, ਮੁੱਖ ਮੰਤਰੀ ਜਿਹੜਾ ਮਰਜ਼ੀ ਦੇ ਸਕਦਾ ਨੌਕਰੀ, ਇਸ ਵਿੱਚ ਕਿਆ ਹੋਆ? ਹਾਂਜੀ ਹਾਂਜੀ, ਉਹਨਾਂ ਲੀਡਰਾਂ ਨੂੰ ਮੈਂ ਇੱਥੇ ਦੱਸ ਦਿਆਂ ਕਿ ਭਾਈ ਸਰਦਾਰ ਊਧਮ ਸਿੰਘ ਨਾ ਤਾਂ ਕਾਂਗਰਸੀ ਸੀ, ਨਾ ਅਕਾਲੀ ਦਲ ਨਾਲ ਸੰਬੰਧਿਤ ਸੀ। ਜਿਹੜੀ ਤੁਸੀਂ ਨੌਕਰੀ ਦੇਣ ਤੋਂ ਇਨਕਾਰ ਕਰ ਰਹੇ ਹੋ, ਜਿਹੜਾ ਤੁਸੀਂ ਨੌਕਰੀ ਤੋਂ ਹਵਾਲਾ ਕੀ ਦਿੱਤਾ ਆ ਕਿ ਅਸੀਂ ਕਿਉਂ ਨਹੀਂ ਦੇ ਰਹੇ, ਕਿਉਂਕਿ ਭਾਈ ਕਾਂਗਰਸ ਸਰਕਾਰ ਨੇ ਜਿਹੜੀ ਹੈਗੀ ਆ ਨੌਕਰੀ ਐਲਾਨੀ ਸੀ ਤੇ ਅਸੀਂ ਅੱਜ ਅਕਾਲੀ ਦਲ ਦੀ ਸਰਕਾਰ ਅਸੀਂ ਤਾਂ ਨਹੀਂ ਦੇ ਰਹੇ। ਯਾਰ ਸ਼ਰਮਸੰਗ ਹੀ ਮੰਨ ਲੈਣੀ ਚਾਹੀਦੀ ਆ ਸਾਨੂੰ, ਇੰਨਾ ਕਹਿੰਦੇ ਹੋਈ ਸ਼ਰਮਸੰਗ ਮੰਨ ਲੈਣੀ ਚਾਹੀਦੀ ਆ। ਇਹ ਉਸ ਪਰਿਵਾਰ ਦੇ ਅੱਗੇ ਵਾਰਸ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਵਾਇਆ। ਜੇਕਰ ਅਸੀਂ ਅੱਜ ਆਜ਼ਾਦੀ ਦੀ ਰੋਟੀ ਖਾਂਦੇ ਹਾਂ ਨਾ, ਆਜ਼ਾਦੀ ਦੀ ਹਵਾ ਮਾਣਦੇ ਹਾਂ ਨਾ, ਤਾਂ ਉਹਨਾਂ ਸ਼ਹੀਦਾਂ ਕਰਕੇ ਹੀ ਮਾਣਦੇ ਹਾਂ। ਸੋ ਬਾਪੂ ਜੀ ਫਿਰ ਉਦੋਂ ਨਹੀਂ ਕਿਹਾ ਕਿ ਭਾਈ ਜਿਹੜਾ ਸਾਡੇ ਬਜ਼ੁਰਗ ਸੀ ਉਹ ਨਾ ਤਾਂ ਕਾਂਗਰਸੀ ਸੀ ਨਾ ਅਕਾਲੀ ਸੀ, ਸਾਡੇ ਬਜ਼ੁਰਗਾਂ ਦੇ ਨਾਂ ਨੂੰ ਹੀ ਦੇ ਦਿਓ? ਕਿਉਂਕਿ ਦੇਖੋ ਚਲੋ ਮੰਨ ਲਿਆ ਕਿ ਕਹਿੰਦੇ ਆ ਕਿ ਭਾਈ ਸਾਡੀ ਸਰਕਾਰ ਆ ਗਈ, ਫਿਰ ਉਹ 10 ਸਾਲ ਜਿਹੜੇ ਉਹ 10 ਸਾਲ 31 ਜੁਲਾਈ ਤਾਂ ਉਹਨਾਂ 10 ਸਾਲਾਂ ਦੇ ਵਿੱਚ ਵੀ ਆਈ ਹੋਣੀ ਆ। ਉਦੋਂ ਵੀ ਵੱਡੇ ਬਾਦਲ ਜਾਂ ਛੋਟੇ ਬਾਦਲ ਸਾਹਿਬ ਜਾਂ ਅਕਾਲੀ ਦਲ ਦੇ ਇੱਥੇ ਆ ਕੇ ਨਤਮਸਤਕ ਹੁੰਦੇ ਹੋਣੇ ਆ। ਆਂਦੇ ਸੀ ਜੀ ਬੜਾ ਬਾਦਲ ਆਇਆ ਕਰਦਾ, ਫਿਰ ਵੀ ਮੈਂ ਅਰਜ਼ੀਆਂ ਦੇਈ ਗਿਆ।
ਉਹ ਅਰਜ਼ੀਆਂ ਬਸ ਜਾ ਕੇ ਉੱਥੇ ਗੇਰ ਗੁਰ ਦਿੰਦੇ ਆ, ਕੋਈ ਸੁਣਵਾਈ ਨਹੀਂ ਕਰੀ ਇਹਨਾਂ ਨੇ। ਮੈਂ ਜਦ ਮੇਰੇ ਲੋਈ ਪਾਣੇ ਮੈਂ ਅਰਜ਼ੀ ਪਹਿਲਾਂ ਦਿੰਦਾ ਉਹਨਾਂ ਨੂੰ ਵੀ ਮੇਰੇ ਮੁੰਡੇ ਦਾ ਨੌਕਰੀ ਦਾ ਕੰਮ ਕਰ ਦਿਓ। ਇਹਨਾਂ ਨੇ ਕੋਈ ਉਹ ਨਹੀਂ ਕਰੀ। ਲਾਲ ਸਿੰਘ ਆਇਆ ਸੀ ਉਰੇ, ਲਾਲ ਸਿੰਘ ਨੂੰ ਕਾਰ ਚੱਲ ਪਈ, ਕਾਰ ਕੇ ਵਿੱਚ ਮੈंने चिट्ठी ਨੂੰ घेरी ਆ ਵੀ ਚੱਕ ਲੈ ਚੱਲ। ਲਾਲ ਸਿੰਘ ਨੇ ਕਾਰ ਤੇਜ਼ ਕਰ ਦਿੱਤੀ। ਚਿੱਠੀ ਮਤਲਬ ਜਾਂਦੇ ਹੋ ਤੁਸੀਂ ਚਿੱਠੀ ਕਾਰ मैंने घेरी आप नहीं खड़े हो लाल सिंह, मैंने ਵਿੱਚ घेर दी। ਹਾਂਜੀ ਜਦ ਪਿਛਲੀ ਵਾਰੀ ਕਈ ਸਾਲ ਹੋ ਗਏ ਜਦ ਉਰੇ ਆਪਣੇ ਮੰਡੀ ਵਿੱਚ ਆਇਆ ਸੀ ਲਾਲ ਸਿੰਘ ਵੀ ਚੱਲ ਮੇਰਾ ਨੌਕ ਨਾਲੇ ਸਾਡਾ ਕਮੋ ਭਾਈ ਆ ਜੀ, ਉਸਨੇ ਕੋਈ ਸੁਣਵਾਈ ਨਹੀਂ ਕਰੀ ਸਾਡੀ। ਹਾਂਜੀ ਅੱਛਾ ਜੀ। ਹਾਂਜੀ ਮੈਂ ਉਸ ਨੂੰ ਮਤਲਬ ਕੋਈ ਨਹੀਂ ਸੁਣਿਆ। ਮੈਂ ਕਿਹਾ ਸੀ ਵੀ ਸਾਡੇ ਨੌਕਰੀ ਦਾ ਕੰਮ ਅੱਛਾ ਕਰ। ਲੀਡਰ ਜਦੋਂ ਆਉਂਦੇ ਆ ਜਿੱਦਾਂ ਅੱਜ ਕੈਪਟਨ ਅਮਰਿੰਦਰ ਸਿੰਘ ਵੀ ਆਏ ਸੀ, ਇਸ ਤੋਂ ਪਹਿਲਾਂ ਬਾਦਲ ਸਾਹਿਬ ਵੀ ਆਉਂਦੇ ਹੋਣਗੇ, ਜਦੋਂ ਲੀਡਰ ਆਉਂਦੇ ਆ ਤਾਂ ਉਹ ਕਿੰਨਾ ਕੁ ਟਾਈਮ ਠਹਿਰਦੇ ਠੁਰਦੇ ਖੜ ਕੇ ਗੱਲਬਾਤ ਥੋੜੀ ਸੁਣਦੇ ਆ? ਉਹ ਤਾਂ 5 ਮਿੰਟ ਤੇ ਵੱਧ ਨਹੀਂ ਲਾਉਂਦੇ ਜੀ, 5 ਮਿੰਟ ਤੇ ਵੱਧ ਨਹੀਂ ਲਾਉਂਦੇ। ਅੱਜ ਵੀ 5 ਮਿੰਟ ਮਸੋਂ ਲਾਇਆ ਜੀ ਉਸਨੇ। ਸਾਡੇ ਲੋਈਆਂ ਵੀ ਬਸ ਧੱਕੇ ਨਾਲ ਗੇਰ ਗੁਰ ਗਿਆ। ਐਡਾ ਇਕੱਠ ਤਾਂ ਜ਼ਿਆਦੇ ਇਕੱਠ 'ਚ ਬਸ 5 ਮਿੰਟ ਖੜਿਆ ਉਹ। ਸਾਡੇ ਕਹਿੰਦਾ ਕੋਈ ਗੱਲ ਨਹੀਂ ਕਰੀ, ਕੋਈ ਬਾਤ ਨਹੀਂ ਕਰੀ। ਬਸ ਨੂੰ ਮਿੰਟਾਂ 'ਚ ਪ੍ਰੈਸ ਖੜੀ ਸੀ ਸਾਰੀ ਉੱਥੇ। ਪ੍ਰੈਸ ਦੀ ਇੰਟਰਵਿਊ ਲਈ ਗਿਆ, ਮੈਂ ਖੜਾ ਉੱਥੇ ਬਸ ਜਾ ਕੇ ਕਾਰ 'ਚ ਬੈਠ ਕੇ ਉਹ ਜਾਂਦਾ। ਅਸੀਂ ਤਾਂ ਉੱਥੇ ਖੜੇ ਰਹਿ ਗਏ। ਅੱਛਾ ਇੱਕ ਗੱਲ ਹੋਰ ਦੱਸੋ, ਜਿਹੜੀਆਂ ਲੋਈਆਂ ਹੁਣ ਤੱਕ ਪਾਈਆਂ ਨੇ ਬਾਪੂ ਜੀ ਢਿੱਡ ਢੁੱਡ ਭਰ ਦਿੰਦੀਆਂ ਉਹ ਲੋਈਆਂ? ਲੋਈਆਂ ਕਿਆ ਕਰਾਂਗੇ ਜੀ, ਵੇਚ ਦੇ ਦੂ ਦਿੰਦੇ ਮੰਗਤੇ ਮਾੜਾ ਨੂੰ ਕਿਸੇ ਨੂੰ ਦੇ ਦੂ ਦਿੰਨਾ ਜੀ। ਮੈਂ ਤਾਂ ਮੇਰੇ ਕਿਆ ਕੰਮ ਆਵੇਂਗੀ ਉਹਨਾਂ ਨੂੰ। 50 ਰੁਪਏ ਦੀ 40 ਰੁਪਏ ਦੀ ਲੋਈ ਹੁੰਦੀ ਹੈ ਜੀ। ਮੈਂ ਤਾਂ ਲੋਕਾਂ ਨੂੰ ਵੰਡ ਵੁੰਡ ਦਿੰਦਾ, ਮੈਂ ਕੀ ਕਰਾਂਗਾ ਲੋਈਆਂ ਉਹਨਾਂ ਨੂੰ। ਹਾਂਜੀ ਅੱਛਾ ਇੱਥੇ ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਬਾਪੂ ਜੀ ਜਿਹੜੀ ਨੌਕਰੀ ਦੀ ਗੱਲ ਕਰ ਰਹੇ ਆ, ਇਹ ਬਾਪੂ ਜੀ ਕੋਈ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਮੰਗ ਰਹੇ। ਬਾਪੂ ਜੀ ਕੋਈ ਐ ਨਹੀਂ ਕਹਿ ਰਹੇ ਕਿ ਭਾਈ ਸਾਡੇ ਬਜ਼ੁਰਗ ਉਦਮ ਸਿੰਘ ਸੀਗੇ, ਤੁਸੀਂ ਉਸ ਬੇਸ ਤੇ ਸਾਨੂੰ ਨੌਕਰੀ ਦਿਓ। ਇਹ ਨੌਕਰੀ ਐਲਾਨ ਕੀਤੀ ਹੋਈ ਆ ਬਾਈ ਜੀ, ਦਿਖਾਓਗੇ? ਇਹ ਨੌਕਰੀ ਦਾ ਐਲਾਨ 2006 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ ਸੀ। ਫਿਰ ਮੈਂ ਪੁੱਛ ਕੇ ਵੀ ਆਇਆ ਜੀ ਉੱਥੇ। 2006 ਤੋਂ ਲੈ ਕੇ ਹੁਣ 2021 ਚੱਲੀ ਜਾਂਦਾ ਤੇ 22 ਦੇ ਵਿੱਚ ਫੇਰ ਚੋਣਾਂ ਆ ਜਾਣੀਆਂ ਨੇ। 22 ਦੇ ਵਿੱਚ ਫੇਰ ਸਰਕਾਰ ਪਤਾ ਨਹੀਂ ਕਿਹਦੀ ਆਊਗੀ। 15 ਸਾਲ ਹੋ ਗਏ ਇਹਨੂੰ ਦਰ ਦੀਆਂ ਠੋਕਰਾਂ ਖਾਂਦਿਆਂ ਨੂੰ, ਪਰ ਹਾਲੇ ਤੱਕ ਨੌਕਰੀ ਕਿਤੇ ਵੀ ਨਹੀਂ ਮਿਲੀ। ਅੱਛਾ ਗੁਜ਼ਾਰਾ ਬਾਈ ਜੀ ਮੈਨੂੰ ਫੜਾ ਦਿਓ। ਅੱਛਾ ਜਿਹੜਾ ਗੁਜ਼ਾਰਾ ਪਰਿਵਾਰ ਦਾ ਉਹ ਕਿਵੇਂ ਚੱਲਦਾ? ਗੁਜ਼ਾਰਾ ਦਾ ਜੀ ਫਿਰ ਕਦੇ ਕਿਤੇ 2 ਦਿਹਾੜੀਆਂ ਲੱਗ ਗਈਆਂ। ਕੱਲ ਮੁੰਡਾ 1 ਦਿਹਾੜੀ ਲਾ ਕੇ ਆ, ਮਹੀਨੇ ਬਾਅਦ ਕਲੀ ਦਾ ਕੰਮ ਕਰਦਾ। ਇਹ ਜਾਂਦਾ, ਇਹ ਵੀ ਉੱਥੇ ਤੇ ਮੁੜ ਮਾੜਾਂ ਦਾ 2 ਦਿਨ 4 ਦਿਨ ਬਸ ਲੱਗਦੇ ਆ। ਕਹਿੰਦਾ ਮੈਂ ਕੀ ਕਰਾਂ, ਹਾਰ ਕੇ ਘਰੇ ਬੈਠਾ। ਮਹੀਨਾ ਹੋ ਗਿਆ ਇਸਨੂੰ ਵੀ ਘਰੇ ਬੈਠੇ ਨੂੰ, ਹੈ ਹੀ ਨਹੀਂ ਕੰਮ ਹੀ ਨਹੀਂ ਹੈ। ਦੱਸੋ ਕਿਆ ਕਰੀਏ। ਤੁਸੀਂ ਵੀ ਪਹਿਲਾਂ ਭੱਠੇ ਤੇ ਕੰਮ ਕਰਦੇ ਹੁੰਦੇ? ਹਾਂ ਮੈਂ ਦਿਹਾੜੀ ਬਹੁਤ ਕਰੀ ਆ ਜੀ। ਆ ਦਿਹਾੜੀ ਕਰਕੇ ਲੱਗੀ ਹੋਈ ਆ ਫੋਟੋ ਹੈ। ਆ ਰੋੜੀ ਕੁੱਟ ਰਿਹਾ ਬੈਠਾ ਦੇਖੋ, ਰੋੜੀ ਵੀ ਬਹੁਤ ਕੁੱਟੀ ਆ ਮੈਨੇ। ਫਿਰ ਉਹ ਤੁਹਾਡੇ ਪ੍ਰੈਸ ਵਾਲੇ ਆਏ ਸੀ, ਸਾਰੇ ਫੋਟੋਆਂ ਤਾਰ ਕੇ ਦੇਖੀ ਸੀ। ਅੱਜ ਤੱਕ ਵਾਲੇ ਵੀ ਆਏ ਸੀ। ਅੱਛਾ ਜੀ। ਉਹ ਵੀ ਉਹਨਾਂ ਨੇ ਵੀ ਫੋਟੋਆਂ ਬਹੁਤ ਲਾ ਕੇ ਲਾਈਆਂ ਬਾਹਰ। ਜਦੋਂ ਬਾਪੂ ਜੀ ਨੈਸ਼ਨਲ ਲੈਵਲ ਤੱਕ ਗੱਲ ਗਈ ਸੀ, ਇਹ ਬੁੱਕ ਜਿਹੜੀ ਆ ਮਤਲਬ ਉਹਨਾਂ ਸ਼ਹੀਦਾਂ ਦੇ ਲਈ ਲਿਖੀ ਗਈ ਹੈ ਜਿਨ੍ਹਾਂ ਦੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਗਿਆ, ਸਰ ਸੂਬੇ ਦੀਆਂ ਸਰਕਾਰਾਂ ਵੱਲੋਂ ਹੋਵੇ ਚਾਹੇ ਕੇਂਦਰ ਦੀ ਸਰਕਾਰ ਵੱਲੋਂ, ਹੈ ਨਾ? ਤਾਂ ਉਦੋਂ ਹੋਰ ਕਿਸੇ ਨੇ ਤੁਹਾਡੇ ਤੱਕ ਪਹੁੰਚ ਕੀਤੀ? ਸਰਕਾਰ ਨੇ ਪਹੁੰਚ ਕੀਤੀ? ਕੋਈ ਨਾ ਕੋਈ ਆਇਆ? ਨਾ ਜੀ ਕੋਈ ਨਹੀਂ ਆਇਆ ਸਾਡੇ, ਕੋਈ ਨਹੀਂ ਆਇਆ ਹੈਗਾ। ਕਿਤਾਬ ਜ਼ਰੂਰ ਛਪ ਗਈ। ਉਹਨਾਂ ਨੇ ਕਿਤਾਬਾਂ ਵੇਚ ਕੇ 3-3 ਹਜ਼ਾਰ की किताब बिकी है जी। हाँ इन्होंने पैसे पूसे इकट्ठे करके मेरा मकान पवा दिया। मेरे अंदर पानी खड़ता था जी। अच्छा जी। बहुत गरीबी कट्टी है जी मैंने। ਹੁਣ ਕੰਮ ਕੁੰਮ ਦਾ ਤੁਹਾਨੂੰ ਪਤਾ ਹੈ ਹੀ ਨਹੀਂ, ਕੰਮ ਦਾ ਖਤਮ। ਉਸ ਤੋਂ ਬਾਅਦ ਫਿਰ ਮੁੰਡਾ ਚੱਲ ਗਿਆ ਜੀ, ਇੱਕ ਮੁੰਡੇ ਦੀ ਮੌਤ ਹੋ ਗਈ ਸੀ ਭਾਈ ਦਾ। ਅੱਛਾ ਜੀ। ਉਹ ਵੀ ਚੱਲ ਗਿਆ। ਉਸ ਤੋਂ ਬਾਅਦ ਫਿਰ ਘਰ ਦੇ ਚੱਲ ਗਏ ਜੀ। ਕੀ ਕਰੀਏ, ਸੁਖੀ ਨਹੀਂ ਹੈਗਾ ਮੈਂ। ਜੇ ਤੁਸੀਂ ਕਹੋਗੇ ਸੁਖੀ ਆ ਵੀ ਇੱਕ ਨੌਕਰੀ ਚੱਲ ਦੇ ਦਿੰਦੇ ਇਸ ਨੂੰ, ਚੱਲ ਗੁਜ਼ਾਰਾ ਹੋ ਜਾਂਦਾ ਸਾਡਾ ਜੀ। ਇਹੀ ਸੀ। ਚਪੜਾਸੀ ਉਹ ਦੇ ਦਿੰਦੇ, ਕੋਈ ਛੋਟੀ ਮੋਟੀ ਨੌਕਰੀ ਦੇ ਦਿੰਦੇ। ਮੈਂ ਤਾਂ ਇਹੀ ਕਹਿਣਾ ਵੀ ਚੱਲ ਛੋਟੀ ਮੋਟੀ ਸਰਕਾਰ ਦੇ ਦਿੰਦੀ ਹੈ। ਜਦ ਸ਼ਹੀਦਾਂ ਗਾਣੀ ਆਪਾਂ ਉਹ ਕਰਦੇ ਹੋਰ ਕਰਨਗੇ ਕਿਸਕਾ ਹੈ, ਜਿਨ੍ਹਾਂ ਨੇ ਜਾ ਕੇ ਕੁਰਬਾਨੀਆਂ ਦਿੱਤੀਆਂ ਉੱਥੇ ਆਪਣੇ ਜੱਲਿਆਂ ਵਾਲੇ ਬਾਗ 'ਚ ਬਦਲ ਲਿਆ, ਇੰਗਲੈਂਡ ਬਦਲ ਲਿਆ, ਉਹਨਾਂ ਨੂੰ ਤਾਂ ਇਹ ਯਾਦ ਨਹੀਂ ਕਰਦੇ। ਆ ਜ਼ਰੂਰ ਜਾਂਦੇ ਆ ਇਹ ਉਰੇ, ਅਸੀਂ ਜਾਂਦੇ ਹਾਂ। ਅੱਜ 9 ਜਾ ਕਰਕੇ ਪਾਰ ਗਏ ਕੈਪਟਨ ਸਾਹਿਬ, ਖੜਿਆ ਨਹੀਂ ਉੱਥੇ 10 ਮਿੰਟ ਨਹੀਂ ਖੜਿਆ, ਕੋਈ ਗੱਲ ਨਹੀਂ ਸੁਣੀ। ਲੋਈਆਂ ਜਾਂ ਪਾ ਕੇ ਗਲਾਂ 'ਚ ਉਹ ਜਾਂਦੇ ਆ। ਅਸੀਂ ਬਹੁਤ ਕਿਹਾ ਵੀ ਸਾਡੀ ਸੁਣਤਾ ਲਿਓ ਜੀ, ਗੱਲ ਖੜਿਆ ਨਹੀਂ। ਪੁਲਿਸ ਵਾਲੇ ਬਸ ਉਲਟ ਫੁੱਟ ਬੋਲੀ ਗਏ। ਨਾ ਜੀ ਨਾ ਲਵੇ ਨਾ ਲੱਗੋ ਜੀ, ਲਵੇ ਨਾ ਲੱਗੋ ਜੀ ਬਸ। ਅੱਛਾ ਅਮਨ ਅਰੋੜਾ MLA ਨੇ ਅਮਨ ਅਰੋੜਾ ਕੋਲੇ ਤਾਂ ਪਹੁੰਚ ਕੀਤੀ ਹੋਣੀ ਆ? ਉੱਥੇ ਗਿਆ था जी, मैं अर्जी दिया था। वो कहना मैं तेरी अर्जी 50 ਜ਼ਰੂਰ ਦੇਵਾਂਗਾ ਕੈਪਟਨ ਸਾਹਿਬ ਲਵੇ, ਪਰ ਮੈਂ ਕਰ ਨਹੀਂ ਕੁਛ ਸਕਦਾ, ਮੇਰੀ ਸਰਕਾਰ ਨਹੀਂ ਹੈ। ਸਾਡੀ ਕਹਿੰਦਾ ਆਮ ਪਾਰਟੀ ਦੀ ਸਰਕਾਰ ਆ। ਅੱਛਾ। ਉਹ ਕਹਿੰਦਾ ਕਾਂਗਰਸ ਦੀ ਸਰਕਾਰ ਆ ਵੀ ਮੈਂ ਕਰ ਨਹੀਂ ਸਕਦਾ ਕੁਛ, ਤੇਰੀ अर्जी ਮੈਂ ਜ਼ਰੂਰ ਭੇਜ ਦਿਆਂਗਾ। ਉਹ ਵੀ ਨਹੀਂ ਹੋਇਆ ਕੰਮ। ਚੀਮਾ ਸਾਹਿਬ ਵੀ ਲਵੇ ਵੀ ਜਾਏ ਸੀ ਸੰਗਰੂਰ, ਉਸਨੇ ਵੀ ਕੋਈ ਗੱਲ ਨਹੀਂ ਸੁਣੀ ਸਾਡੀ। ਅਸੀਂ ਕਈ ਵਾਰੀ ਅਰਜ਼ੀਆਂ ਦੇ ਆਏ, ਉਸਨੇ ਵੀ ਕੋਈ ਗੱਲ ਨਹੀਂ। ਭਗਵੰਤ ਮਾਨ ਕੋਲੇ ਵੀ ਗਏ ਸੀ? ਭਗਵੰਤ ਮਾਨ, ਹਾਂ ਭਗਵੰਤ ਮਾਨ ਨੇ ਵੀ ਕੋਈ ਗੱਲ ਨਹੀਂ ਸੁਣੀ। ਉਹ ਤਾਂ ਲੰਡੂ ਬੰਦਾ ਜੀ, ਉਹ ਤਾਂ ਸੁਣਦਾ ਹੀ ਨਹੀਂ ਕਿਸੇ ਦੀ। ਉਹ ਤਾਂ ਆਪਣੀ ਉੱਚ ਫਿਰੀ ਜਾਂਦਾ ਚੱਕਰ 'ਚ।
ਅੱਛਾ ਇੱਕ ਚੀਜ਼ ਹੋਰ ਦੱਸੋ, ਚਲੋ ਮੰਨ ਲਿਆ ਕਿ ਅਮਨ ਅਰੋੜਾ, ਚਲੋ ਮੰਨਦੇ ਆ ਕਿ ਇਹ ਭਾਈ ਆਪ ਦੀ ਸਰਕਾਰ ਨਹੀਂ ਹੈਗੀ, ਤੁਹਾਡੇ ਇੱਥੇ ਹਲਕਾ ਇੰਚਾਰਜ ਮੈਨੂੰ ਲੱਗਦਾ ਦਮਨ ਥਿੰਦ ਬਾਜਵਾ ਆ, ਤੇ ਫਿਰ ਉਹ ਤਾਂ ਕਾਂਗਰਸ ਦੇ ਵਿੱਚ ਹੀ, ਉਹਨਾਂ ਨੂੰ ਕਹਿ ਦੇਣਾ, ਹੁਣ ਉਹਨਾਂ ਨੂੰ ਕਹਿ ਦੇਣਾ ਸੀ ਕਿ ਭਾਈ ਆਹ ਦੇਖ ਲਓ ਭਾਈ, ਤੁਸੀਂ ਕੋਈ ਨਾ ਕੋਈ ਹੱਲ ਕਰ ਦਿਓ। ਮੇਰੀ ਗੱਲ ਸੁਣ ਲਓ, ਮੈਂ ਗਿਆ ਥਾ ਜੀ ਦਮਨ ਲਵੇ, ਗੱਲ ਸੁਣ ਲਓ, ਮੇਰੀ ਵਾਰੀ ਆ ਗਈ, ਲਾਈਨ ਲੱਗ ਰਹੀ ਸੀ, ਇਹ ਮੁੰਡਾ ਮੇਰੇ ਨਾਲ ਹੀ ਥਾ, ਤਾਂ ਮੈंने ਕਿਹਾ ਭੈਣ ਜੀ ਸਾਡਾ ਨੌਕਰੀ ਦਾ ਕੰਮ ਕਰ ਦਿਓ, ਇਹ ਤੁਸੀਂ ਵੀ, ਤੁਹਾਡਾ ਵੀ ਗੋਤ ਥਿੰਦਾ, ਮੇਰਾ ਵੀ ਗੋਤ ਥਿੰਦਾ। ਮਾਂ ਕੈਪਟਨ ਸਾਹਿਬ ਤੇ ਮੜ ਜਾ ਫੋਨ ਕਰਾ ਕੇ ਮੇਰੇ ਮੁੰਡੇ ਨੂੰ ਨੌਕਰੀ ਮਿਲ ਜੇਗੀ। ਤਾਂ ਮੈਨੂੰ ਮੁੜ ਕੇ ਕਹਿੰਦੀ ਕੈਪਟਨ ਸਾਹਿਬ ਕਿਹੜਾ, ਕਹਿੰਦੀ ਵਿਹਲੇ ਬੈਠੇ ਆ ਉੱਥੇ, ਬੋਲੋ ਜੀ। ਜਦੀ ਮੈਂ ਮੁੜਿਆ ਉੱਥੇ ਧੱਕੇ ਧੁੱਕੇ ਖਾਂਦਾ, ਤੜਕੇ ਗਾ ਬੈਠਾ ਤਾਂ ਮੈਂ 10 ਵਜੇ ਗਾ, ਜੇ ਮੇਰੀ 2 ਵਜੇ ਵਾਰੀ ਆਈ ਤਾਂ ਕਹਿੰਦੀ ਕੈਪਟਨ ਸਾਹਿਬ ਕਿਹੜਾ ਤੁਹਾਡੇ ਵਾਸਤੇ ਵਿਹਲੇ ਆ। ਮੈਂ ਚੰਗਾ ਜੀ। ਉਸ ਭੈਣ ਜੀ ਨੂੰ ਮੈਂ ਜ਼ਰੂਰ ਇੱਕ ਗੱਲ ਕਹਿਣੀ ਚਾਹੂੰਗਾ, ਜਿਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਕਿਹੜਾ ਵਿਹਲੇ ਬੈਠਿਆ। ਸ਼ਹੀਦ ਆਜਮ ਸਰਦਾਰ ਊਧਮ ਸਿੰਘ ਵੀ ਵਿਹਲਾ ਨਹੀਂ ਸੀਗਾ, ਜਿਹੜਾ ਦੇਸ਼ ਦੇ ਲਈ ਆਪਣੀ ਜਾਨ ਵਾਰ ਗਿਆ। ਜੇ ਉਹ ਵੀ ਸ਼ਾਇਦ ਇਹ ਸੋਚ ਲੈਂਦਾ ਕਿ ਮੈਂ ਕਿਹੜਾ ਯਾਰ, ਇਹ ਤਾਂ ਹੋਰਾਂ ਦੇ ਬੜਿਆਂ ਦੇ ਪਰਿਵਾਰ ਜਿਹੜੇ ਆ ਜਲਿਆਂਵਾਲੇ ਬਾਗ ਦੇ ਵਿੱਚ ਮਰੇ ਆ ਤੇ ਸ਼ਹੀਦ ਹੋਏ ਆ, ਤੇ ਮੈਂ ਕਿਉਂ ਯਾਰ ਇਕੱਲਾ ਇਹ ਲਵਾਂ। ਤਾਂ ਜੇ ਉਸ ਦੀ ਵੀ ਇਹ ਸੋਚ ਹੁੰਦੀ ਤਾਂ ਸ਼ਾਇਦ ਭੈਣ ਜੀ ਅੱਜ ਆਜ਼ਾਦ ਆਪਾਂ ਨਾ ਹੁੰਦੇ। ਜਿਹੜੇ ਤੁਸੀਂ ਇਹ ਲਫ਼ਜ਼ ਜਿਹੜੇ ਆ ਇਸ ਪਰਿਵਾਰ ਦੇ ਲਈ ਵਰਤ ਰਹੇ ਹੋ, ਸੰਗ ਸ਼ਰਮ ਥੋੜ੍ਹੀ ਬਹੁਤੀ ਆਉਣੀ ਚਾਹੀਦੀ ਹੈ। ਸ਼ਾਇਦ ਯਾਰ ਅੱਜ ਮੇਰੇ ਲਫ਼ਜ਼ ਤੁਹਾਨੂੰ ਕੌੜੇ ਲੱਗਦੇ ਹੋਣ ਕਿ ਯਾਰ ਇੱਕ ਪੱਤਰਕਾਰ ਹੋਰ ਹੋ ਕੇ ਕਿੱਦਾਂ ਦਾ ਬੋਲ ਰਿਹਾ, ਪਰ ਅੱਖਾਂ ਦੇ ਵਿੱਚ ਵੀ ਅੱਥਰੂ ਆ ਤੇ ਦਿਲ ਦੇ ਵਿੱਚ ਵੀ ਅੱਥਰੂ ਆ ਯਾਰ, ਕਿ ਸਾਡੇ ਸ਼ਹੀਦ ਪਰਿਵਾਰ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਬਾਈ, ਦਿਹਾੜੀਆਂ ਲਾ ਰਹੇ ਆ ਯਾਰ। ਇਹਨਾਂ ਨੂੰ ਨੌਕਰੀਆਂ ਜਿਹੜੀਆਂ ਸਰਕਾਰ ਵੱਲੋਂ ਅਨਾਉਂਸ ਹੋਈਆਂ ਨੇ, ਉਹ ਨੌਕਰੀਆਂ ਤੱਕ ਨਹੀਂ ਮਿਲ ਰਹੀਆਂ ਯਾਰ। ਦਿੱਤੀ ਉਹਨੂੰ ਦੱਬਾ ਹੀ ਦੱਬ ਗਏ ਜੀ, ਨੌਕਰੀ ਦਾ ਦੱਬਾ ਹੀ ਦੱਬ ਲਿਆ। ਅਸੀਂ ਤਾਂ ਹੰਬ ਗਏ। ਮੈਂ ਤਾਂ ਮੁੰਡੇ ਨੂੰ ਕਿਹਾ, ਮੈਂ ਭਾਈ ਕਿਆ ਕਰਾਂਗੇ, ਜਾ ਕੇ ਜਾਣੇ ਆ ਜੀ। ਨਾ ਜੀ, ਉਹ ਲਿਖ ਕੇ ਭੇਜਦਾ ਤਾ ਜੀ, ਪਿੱਛੇ ਨੂੰ ਲਿਖ ਕੇ ਭੇਜਦਾ, ਡੀ ਸਾਹਿਬ ਬੋਲਦੇ ਆ। ਅੱਛਾ ਜੀ। ਅੱਜ ਜਿਹੜੀਆਂ ਅਰਜ਼ੀਆਂ ਦਿੱਤੀਆਂ ਹੁਣ ਕੈਪਟਨ ਸਾਹਿਬ ਨੂੰ, ਉਸਨੇ ਡੀਸੀ ਸਾਹਿਬ ਨੂੰ ਫੜਾ ਦਿੱਤੀਆਂ ਮੇਰੇ ਸਾਹਮਣੇ। ਕੰਮ ਪਤਾ ਨਹੀਂ ਹੋਵੇ ਜਾਂ ਨਾ ਹੋਵੇ, ਇਹ ਨਹੀਂ ਕਹਿ ਸਕਦੇ ਵੀ ਡੀਸੀ ਸਾਹਿਬ ਕੰਮ ਕਰਨਗੇ। ਅਰਜ਼ੀਆਂ ਦੇ ਦੀਆਂ, ਅਰਜ਼ੀਆਂ ਇਸਕੇ ਨਾਲ ਕੇ ਫੜਾ ਦੀ ਮੈਨੇ ਵੀ ਕੰਮ ਹੁਣ ਕੋਈ ਪਤਾ ਨਹੀਂ ਹੈਗਾ। ਇਹ ਰੱਦੀ 'ਚ ਘੇਰਦੇ ਨੇ, ਬਹੁਤ ਵਾਰੀ ਦਿਆ ਮੈਂ ਜੀ ਅਰਜ਼ੀਆਂ, ਘੱਟ ਤੋਂ ਘੱਟ 50 ਅਰਜ਼ੀਆਂ ਦਿਆ ਜੀ ਮੈਂ ਡੀਸੀ ਦਫ਼ਤਰ 'ਚ। ਅੱਛਾ ਜੀ। ਹਾਲ ਤੱਕ ਦਾ ਕੋਈ ਕੰਮ ਹੋਇਆ ਨਹੀਂ। ਅੱਜ ਹੋ ਜੇ ਦੇਖੋ, ਕੈਪਟਨ ਫੜਾ ਕੇ ਜਿਹੜੀਆਂ ਅੱਜ ਕਾ ਕੁਝ ਕਹਿ ਨਹੀਂ ਸਕਦਾ ਮੈਂ ਵੀ। ਅੱਜ ਜੇ ਦੇਖਭਾਲ ਕਰ ਲਵੇਂ ਜੀ ਉਹ, ਤਾਂ ਕਹਿੰਦੇ ਵੀ ਕੋਈ ਸੁਣਵਾਈ ਨਹੀਂ ਹੈਗੀ ਸਾਡੀ। ਪਹਿਲਾਂ ਤਾਂ ਉਹ ਬਣਨੇ ਨਹੀਂ ਦਿੰਦੇ ਅੰਦਰ। ਮੀਟਿੰਗ ਆ ਜੀ, ਫਲਾਣਾ ਜੀ, ਧਮਕਾ ਜੀ, ਉੱਥੇ ਬਹਿ ਜਾਓ ਅੰਦਰ, ਮੀਟਿੰਗ ਹੋ ਰਹੀ ਹੈ ਡੀਸੀ ਸਾਹਿਬ ਕੀ, ਤਾਂ ਪੁਲਿਸ ਵਾਲੇ ਜਦ ਲੱਗੇ ਬੋਲਣ, ਮੈਂ ਪੱਤਰਕਾਰ ਬੁਲਾ ਲਿਆ ਉੱਥੇ, ਤੇ ਮੈਂ ਉਰੇ ਆਈਓ ਜੀ, ਮੈਂ ਮੈਨੂੰ ਉਲਟ ਪੁਲਟ ਬੋਲਦੇ ਆ ਇਹ। ਉੱਥੇ ਸੰਗਰੂਰ ਪੱਤਰਕਾਰ ਤੇ ਉਹ ਜਦੀ ਆ ਗਏ, ਕਹਿੰਦਾ ਮੈਨੂੰ ਅਸੀਂ ਲਾਣੇ, ਕਹਿੰਦਾ ਖਬਰ। ਉਹ ਮੇਰੇ ਉੱਥੇ ਖੜਾ ਕੇ ਡੀਸੀ ਦਫ਼ਤਰ ਨੂੰ ਮੇਰੀ ਖਬਰ ਬਣਾਈ ਉੱਥੇ ਖੜ ਕੇ, ਕਹਿੰਦਾ ਗਰੀਬ ਬੰਦਾ ਯਾਰ, ਕਮਾਲ ਕਰੀ ਜਾਂਦੇ ਤੁਸੀਂ, ਕਹਿੰਦਾ ਫੁੱਦੂ ਬਣਾਈ ਜਾਂਦੇ ਆ, ਕਹਿੰਦਾ ਹੋਰ ਲੋਕਾਂ ਨੂੰ ਤੁਸੀਂ ਅੰਦਰ ਵੜੀ ਜਾਂਦੇ ਆ, ਕਹਿੰਦਾ ਇਸ ਨੂੰ ਕਹਿੰਦਾ ਅੰਦਰ ਹੀ ਵੜਨ ਦਿੰਦੇ ਅਸੀਂ। ਮਾਂ ਜੀ ਮੈਨੂੰ ਤੁਹਾਨੂੰ ਕਹਿੰਦਾ ਤੂੰ ਬਾਹਰ ਨਿਕਲ ਜਾ। ਤਕੜੇ ਨੂੰ ਮਾਂ ਤੁਸੀਂ ਅੰਦਰ ਵੜੀ ਜਾਂਦੇ, ਜਿਹੜਾ ਜਿਹਨੇ ਜਾ ਕੇ ਬਦਲ ਲਿਆ ਜਲਿਆਂਵਾਲੇ ਬਾਗ 'ਚ, ਉਸ ਨੂੰ ਤੁਸੀਂ ਅੰਦਰ ਨਹੀਂ ਵੜਨ ਦਿੰਦੇ। ਇਹ ਗੱਲ ਕਿੱਧਰ ਗਈ ਮਾਂ? ਮੈਂ ਤਾਂ ਸਿੱਧੇ ਚੱਲਿਆ ਜੀ। ਕਹਿੰਦਾ ਧਮਕੀਆਂ ਦਿੰਦਾ। ਮੈਂ ਧਮਕੀਆਂ ਕਾਹਦੀਆਂ ਦਿੰਦਾ ਤੁਹਾਨੂੰ? ਮੈਂ ਪ੍ਰੈਸ ਬੁਲਾ ਲਈ, ਕਹਿੰਦਾ ਤੈਨੂੰ। ਮੈਂ ਪ੍ਰੈਸ ਬੁਲਾਵਾਂਗਾ ਨਹੀਂ, ਮੈਂ ਕਾਂਸਲ ਆ ਗਿਆ ਸੀ ਉੱਥੇ ਆਪਣੇ ਸੁਨਾਮ ਵਾਲਾ, ਤੁਸੀਂ ਜਾਣਦੇ ਹੋਗੇ। ਇਹ ਕਹਿੰਦਾ ਗਲਤ ਆ ਤੁਹਾਡੇ ਵਾਸਤੇ। ਉਹਨਾਂ ਨੂੰ ਅੰਦਰ ਡੀਸੀ ਨੂੰ ਕਿਹਾ ਜਾ ਕੇ, ਕਹਿੰਦਾ ਪਹਿਲਾਂ ਇਸ ਨੂੰ ਮਿਲਣਾ ਸੀ ਸੋਨੇ। ਇਹ ਪਤਾ ਕੌਣ ਆ? ਕਹਿੰਦਾ ਇਹ ਜਿਹੜੀ ਊਧਮ ਸਿੰਘ ਦੀ ਭੈਣ ਆ, ਕਹਿੰਦਾ ਇਸकी ਦਾਦੀ ਆ, ਉਹ ਡੂੰਘਾ ਰਿਸ਼ਤਾ ਕਹਿੰਦਾ ਇਸਕੇ ਨਾਲ। ਇਹ ਕਹਿੰਦਾ ਉਹਨੇ ਤੁਰਿਆ ਫਿਰਦਾ ਕੋਈ। ਅੱਛਾ ਇੱਕ ਗੱਲ ਹੋਰ ਦੱਸਿਓ, ਹੁਣ ਅਜਾਇਬ ਘਰ ਦਾ ਜਿੱਦਾਂ ਹੁਣ ਅੱਜ ਉਦਘਾਟਨ ਹੋਇਆ ਇੱਥੇ ਸੁਨਾਮ ਦੇ ਵਿੱਚ ਅਜਾਇਬ ਘਰ ਦਾ, ਉੱਥੇ ਤੁਹਾਡੀ ਪੁੱਛ ਗਿੱਛ, ਕਿਉਂਕਿ ਮੈਂ ਤਾਂ ਹਾਲਾਂਕਿ ਜਾ ਕੇ ਦੇਖ ਕੇ ਉੱਥੇ ਮੈਨੂੰ ਤਾਂ ਕਿਤੇ ਤੁਹਾਡਾ ਨਾਂ ਨਹੀਂ ਲੱਗਿਆ, ਨਾਂ ਨਹੀਂ ਲਿਖਿਆ ਗਿਆ ਕਿਤੇ। नहीं लिखा इसने, आस कौर का नाम नहीं लिखा है। लिखने का हक था इन्हों का जी। उत्थे फोटो लाने की भी हक था। आस कौर की फोटो भी लगनी थी उत्थे, शहीद के नाल लगनी थी फोटो भी। भैन भाई थे दो, वो कोई फोटो नहीं लाई इन्होंने। वो भी काम गलत करते इन्होंने। ਇੱਥੇ ਮੈਂ ਦੱਸਦਿਆਂ ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ, ਹੁਣ ਆਸ ਕੌਰ ਊਧਮ ਸਿੰਘ ਜੀ ਦੇ ਭੈਣ ਸੀ। ਜਦੋਂ ਗਿਆਨੀ ਜੈਲ ਸਿੰਘ ਜੀ ਲੰਡਨ ਤੋਂ ਅਸਥੀਆਂ ਲੈ ਕੇ ਆਉਂਦੇ ਆ ਤਾਂ ਉਹ ਆਸ ਕੌਰ ਜੀ ਨੂੰ ਹੀ ਸੌਂਪੀਆਂ ਜਾਂਦੀਆਂ ਨੇ। ਇਸ ਵਕਤ ਤਸਵੀਰ ਜਿਹੜੀ ਆ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋਗੇ, ਐਦਾਂ ਹੀ ਸੀ ਉਹਨਾਂ ਨੂੰ ਅਸਥੀਆਂ ਉਹਨਾਂ ਨੂੰ ਦਿੱਤੀਆਂ ਸੀ ਜਦੋਂ ਇੰਗਲੈਂਡ ਤੋਂ ਗਿਆਨੀ ਜੈਲ ਸਿੰਘ ਜੀ ਲੈ ਕੇ। ਗਿਆਨੀ ਜੈਲ ਸਿੰਘ ਲੈ ਕੇ ਆਏ थे जी। इन्होंने तो कुछ नहीं करिया, लिया के उरे अपने संस्कार करा था जी अपने स्टेडियम च। जब ਗਿਆਨੀ ਜੈਲ ਸਿੰਘ ਮੁੱਖ ਮੰਤਰੀ था जी, ਉੱਥੇ ਸੰਸਕਾਰ ਕਰਿਆ था ਚੰਨਣ ਕੀ ਲੱਕੜੀ ਨਾਲ। ਅੱਛਾ, ਕਾਨੂੰਗੋ ਜੱਗ ਸਿੰਘ ਸੀ ਉਰੇ ਜਦ, ਉਹ ਪ੍ਰਧਾਨ ਸੀ। ਉਸ ਤੋਂ ਬਾਅਦ ਸੰਸਕਾਰ ਕਰਦੇ ਦੂਏ ਦਿਨ ਫੁੱਲ ਮੈਨੇ ਆਪਣੇ ਆਪ ਚੁੱਕੇ ਹਾਂ। 7 ਗਾਗਰਾਂ ਦੇ ਵਿੱਚ ਫੁੱਲ ਚੁੱਕ ਕੇ ਮੈਨੇ ਆਪ ਆਏ ਹਾਂ ਜੀ। ਉਹ ਗਾਗਰਾਂ ਬਾਗੀਆਂ, ਇੱਕ ਹਰਿਦੁਆਰ ਬਾਗੀ, ਕੀਰਤਪੁਰ ਬਾਗੀ, ਮਤਲਬ ਮੈਨੂੰ ਸਾਰੇ ਕਿਤੇ ਵੰਡੀਆਂ ਗਈਆਂ ਜੀ। ਇੱਕ ਭਾਈ ਮੁਲੇ ਰਹਿ ਗਈ ਉਰੇ, ਇਹਨੂੰ ਵੰਡੀਆਂ ਗਈਆਂ ਸਾਰੇ ਕਿਤੇ ਗਾਗਰਾਂ ਜੀ। 7 ਗਾਗਰਾਂ ਦੀਆਂ ਜੀ, ਫੁੱਲ ਮੈਨੇ ਆਪ ਚੁੱਕੇ ਹਾਂ। ਆਪਾਂ ਝੂਠ ਨਹੀਂ ਬੋਲਦੇ। ਬਸ ਫੋਟੋ ਨਹੀਂ ਤਾਰੀਆਂ ਕਿਸੇ ਨੇ। ਜਦ ਫੋਟੋਆਂ ਕਿਹੜੀਆਂ ਉਤਰਦੀਆਂ ਸੀ? ਜਦ ਇੱਕ ਨਾਲ ਮਕਾਨ ਗਿਰ ਗਿਆ ਸੀ ਪਰਲੇ ਪਾਸੇ, ਜਦ ਸੰਸਕਾਰ ਲੱਗਿਆ ਕਰਨ ਉਸਕਾ, ਪਿਛਲੇ ਪਾਸੇ ਛੱਤ ਗਿਰ ਗਈ, ਲੋਕ ਉੱਪਰ ਚੜ੍ਹ ਗਏ ਦੇਖਣ ਕੇ ਮਾਰੇ ਜਦ ਸੰਸਕਾਰ ਕਰਿਆ। ਅੱਛਾ ਜੀ। ਚੰਨਣ ਕੀ ਲੱਕੜੀ ਨਾਲ ਕਰਿਆ ਸੀ ਸੰਸਕਾਰ। ਅੱਛਾ, ਮੈਂ ਸਾਡੇ ਦੂਏ ਲੱਗੇ ਤੇ ਬਣੋ ਤਾਂ ਬਣਨੀ ਦਾ, ਮੈਂ ਰਹਿ ਗਿਆ। ਮੈਂ ਇਕੱਲਾ, ਮੈਂ ਜਾ ਵੜਿਆ ਅੰਦਰ। ਜਾਂ ਫੁੱਲ ਚੁੱਕੇ ਹਾਂ, ਮੈਨੇ ਫੁੱਲ ਚੁੱਕੇ ਹਾਂ।
ਬਸ ਉੱਥੇ ਫੋਟੋ ਨਹੀਂ ਤਾਰੀ ਕਿਸੇ ਨੇ, ਜਦ ਹੁੰਦੀ ਨਹੀਂ ਫੋਟੋਗ੍ਰਾਫ ਵਾਲੇ ਨਹੀਂ ਹੁੰਦੇ ਤੇ ਜ਼ਿਆਦਾ ਘੱਟ ਹੁੰਦੇ ਸੀ ਜੀ। ਵੀ ਮੈਂ ਤਾਂ ਕਰਿਆ ਬਹੁਤ ਕੁਝ ਕਰਿਆ। ਬਾਕੀ ਇਸਕੇ ਮੁੰਡੇ ਵੀ हैं जी, 2 इंग्लैंड च हाँ। ਅੱਛਾ ਜੀ। 2 मुंडे भी हैं इसके इंग्लैंड के, उधम सिंह के। ਉਹ ਇੰਗਲੈਂਡ। वो मैंने झलक देखी आ इसके विच टेलीविजन च। ਅੱਛਾ, ਉਹ ਮੁੜ ਕੇ ਇੰਡੀਆ ਦੇ ਵਿੱਚ ਨਹੀਂ ਆਏ ਕਿਤੇ ਇੱਥੇ ਸੁਨਾਮ ਦੇ ਉਰੇ ਵਿੱਚ? ਨਹੀਂ ਆਏ ਜੀ, ਉਰੇ ਕਿਤੇ ਨਹੀਂ ਆਏ ਹੈਗੇ, ਉਰੇ ਨਹੀਂ ਮਤਲਬ ਆਏ। ਮੈਂ ਦੇਖਿਆ ਇੰਗਲੈਂਡ के ਵਿੱਚ, मैंने ਪੁੱਛਿਆ ਤਾਂ ਪ੍ਰੈਸ ਵਾਲਾ ਇੱਕ, ਪ੍ਰੈਸ ਵਾਲਾ ਕਹਿੰਦਾ ਬਈ ਕਹਿੰਦਾ ਉਹ ਇੰਗਲੈਂਡ ਵਿੱਚ ਆ, ਜੇ ਤੈਨੂੰ ਮਿਲਣਾ ਕਹਿੰਦਾ ਤੂੰ ਜਾ ਸਕਦਾ, ਵੀ ਤੇਰੀ ਮਨ ਕਰੇ ਫੋਟੋ ਹੀ ਦੇਖ ਲਵੇਂ ਉਹ ਜਿਹੜੀ ਨੈੱਟ 'ਚ ਪਈ ਹੋਈ ਆ, ਵੀ ਤੈਨੂੰ ਬੁਲਾ ਲਵੇਂ ਉੱਥੇ ਵੀ, ਇਹਦਾ ਬੁਰਾ ਹਾਲ ਬਹੁਤ ਆ। ਮਾਂ ਜੀ ਚਲੋ ਉਹ ਤਾਂ ਪਰਮਾਤਮਾ ਨੂੰ ਪਤਾ, ਜੇ ਬੁਲਾਵਾਂਗੇ ਭਾਈ ਦੇਖੀ ਜਾਵੇਗੀ। ਬਾਕੀ ਘਰ ਛੱਡ ਕੇ ਕੌਣ ਆਉਂਦਾ ਜੀ, ਤੁਹਾਨੂੰ ਪਤਾ ਹੀ ਆ। ਹਾਂਜੀ, ਆਪਾਂ ਘਰ ਛੱਡ ਕੇ ਕਿੱਥੇ ਵਗ ਜਾਂਗੇ, ਕੋਈ ਨਹੀਂ ਜਾਂਦਾ, ਜਿੱਥੇ ਅਗਲੇ ਦਾ ਘਰ ਉੱਥੇ ਹੀ ਰਹੇਗਾ ਅਗਲਾ। ਹਾਂਜੀ। ਬਾਪੂ ਜੀ ਕੀ ਲੱਗਦਾ ਜਦੋਂ ਸਾਰਾ ਕੁਝ ਸਾਡਾ ਤਾਂ ਜਿਵੇਂ ਕਹਿੰਦੇ ਨੇ ਪੱਕਾ ਹੋਇਆ ਪਿਆ, ਸਭ ਕੁਝ ਸਾਈਨ ਤੱਕ ਹੋਏ ਪਿਆ, ਸਿਗਨੇਚਰ ਆ ਤੁਸੀਂ ਦੇਖ ਲਓ, ਮੈਂ ਤੁਹਾਨੂੰ ਦੱਸੀ ਤਾਂ ਇਹਨੂੰ ਤੁਸੀਂ ਡੂੰਘਾਈ ਦੇ ਵਿੱਚ ਦੇਖ ਰਹੇ ਹੋਵੋਗੇ ਟੀਵੀ ਸਕਰੀਨ ਦੇ ਉੱਪਰ ਪੂਰੀ। ਜੇਕਰ ਤੁਸੀਂ ਇਹ ਡਾਕੂਮੈਂਟ ਸਾਥੋਂ ਲੈਣੇ ਚਾਹੋ ਤਾਂ ਸਾਡੇ ਨਾਲ ਰਾਬਤਾ ਕਰਕੇ ਵੀ ਸਾਥੋਂ ਲੈ ਸਕਦੇ ਹੋ। ਸਭ ਕੁਝ ਹੋਇਆ ਪਿਆ ਨੱਕੀ, ਜਿਵੇਂ ਨਹੀਂ ਆਪਾਂ ਕਹਿੰਦੇ ਵੀ ਸਾਡਾ ਦਾ ਕੰਮ ਪੱਕਾ ਹੋਇਆ ਪਿਆ ਭਾਈ, ਸਾਈਨ ਤੱਕ ਵੀ ਹੋਏ ਪਏ ਆ। ਜੱਗੇ ਸਿੰਘ ਬਾਈ ਦੇ ਥੱਲੇ ਕੰਟੈਕਟ ਨੰਬਰ ਤੱਕ ਸਭ ਕੁਝ ਹੋਇਆ ਪਿਆ। ਬਸ ਗੱਲ ਕਿੱਥੇ ਆ ਕਿ ਭਾਈ ਨੌਕਰੀ ਨਹੀਂ ਮਿਲ ਰਹੀ। ਤਾਂ ਬਾਪੂ ਜੀ ਫਿਰ ਕੀ ਮੰਨਦੇ ਹੋ, ਕਿਉਂ ਨਹੀਂ ਮਿਲ ਰਹੀ? 15 ਸਾਲ ਹੋ ਗਏ, ਜਾਂ ਇਹਨਾਂ ਨੂੰ ਆਇਆ ਵੀ ਬਸ ਕਿਹੜਾ ਅਨਾਉਂਸ ਕਰਕੇ ਵਾਹਵਾ ਖੱਟ ਲਈ, ਹੁਣ ਉਦੋਂ ਬਾਅਦ ਆਪੇ ਚੱਲ 10-15 ਸਾਲ ਹੋ ਗਏ, ਉਦੋਂ ਬਾਅਦ ਅੱਕ ਕੇ ਬਹਿ ਜਾਣਗੇ। ਸਾਡੇ ਜਿਹੜੇ ਬੰਦੇ ਵੜ ਗਏ ਨਾ 4 ਵਿੱਚ, ਉਹ ਕੰਮ ਖਰਾਬ ਕਰੀ ਜਾਂਦੇ ਆ। ਮੈਂ ਝੂਠ ਕਰਨ 5-4 ਬੰਦੇ ਹੋਰ ਆ, ਕੁਛ ਵੀ ਨਹੀਂ ਲੱਗਦੇ ਉਹ। ਜਿਹੜੇ ਸਾਡੇ ਵਾਰਸ ਆ ਉਹਨਾਂ ਕੇ ਤੁਹਾਨੂੰ ਮੈਂ ਦੱਸ ਦਿੰਦਾ ਕਿਹੜੇ ਵਾਰਸ ਆ। ਇੱਕ ਤਾਂ ਖੁਸ਼ੀਨੰਦ ਵਾਰਸ ਆ, ਇੱਕ ਇੰਦਰ ਸਿੰਘ, ਬਾਚਨ ਸਿੰਘ। ਇਹ ਜਿਹੜੇ ਸੌਰੀ ਮੈਂ ਤੁਹਾਨੂੰ ਰੋਕ ਰਿਹਾ, ਆਸਕੌਰ ਦੇ 3 ਪੁੱਤਰ ਸੀ ਜੀ? 3 ਮੁੰਡੇ ਥੇ ਹਾਂਜੀ, ਉਹੀ ਜਿਹੜੇ ਤੁਹਾਨੂੰ ਦਿਖਾਏ। 3 ਮੁੰਡੇ ਸੀ ਇਸਕੇ, ਇੱਕ ਕੇ 2 ਮੁੰਡੇ ਸੀ, ਇੱਕ ਕੇ 2 ਮੁੰਡੇ, ਇੱਕ ਕਾ 1 ਮੁੰਡਾ। ਮੇਰਾ ਭਾਈ ਤਾਂ ਚੱਲ ਗਿਆ, ਇੱਕ ਮੈਂ ਰਹਿ ਗਿਆ ਸਮਝ ਇਕੱਲਾ ਮੇਰੇ ਸਾਡੇ ਪਰਿਵਾਰ 'ਚ। ਤਾਂ ਇੰਦਰ ਸਿੰਘ ਕੇ 2 ਮੁੰਡੇ ਆ ਜੀ, ਖੁਸ਼ੀਨੰਦ ਦਾ 1 ਆ ਜੀ। ਹਾਂਜੀ। ਇਹ ਜਿਹੜੀ ਅਨਾਉਂਸਮੈਂਟ ਹੋਈ ਸੀ ਬਾਪੂ ਜੀ ਵੀ 3 ਪਰਿਵਾਰਾਂ ਨੂੰ ਨੌਕਰੀ ਮਿਲੂਗੀ, ਇੱਕ ਅੱਛਾ ਇੱਥੇ ਹੋਰ ਵੀ ਦੱਸਦੇ ਆ ਕਿ ਅਨਾਉਂਸਮੈਂਟ ਹੋਈ ਸੀ ਕਿ ਜਿਹੜੇ ਆਸਕੌਰ ਦੇ 3 ਪੁੱਤਰ ਆ ਉਹਨਾਂ ਨੂੰ ਇੱਕ ਨੌਕਰੀ ਮਿਲੂਗੀ, ਐਲਾਨ ਕਰਿਆ ਸੀ ਜੀ, ਐਲਾਨ ਕੀਤਾ ਸੀ, ਤੇ 2 ਪੁੱਤਰਾਂ ਨੂੰ ਨੌਕਰੀ ਮਿਲ ਚੁੱਕੀ ਆ। ਪਰ ਜਿਹੜੇ ਆਸਕੌਰ ਦੇ ਤੀਜੇ ਪੁੱਤਰ ਨੇ, ਜਾਣੀ ਕਿ ਬਾਪੂ ਜੀ ਹੋਰਾਂ ਦਾ ਪਰਿਵਾਰ, ਇਹਨਾਂ ਨੂੰ ਹਾਲੇ ਤੱਕ ਨੌਕਰੀ ਨਹੀਂ ਮਿਲੀ। ਹਾਲੇ ਤੱਕ ਜਿਉਂਦੇ ਤਿਉਂ ਬੈਠੇ ਆਪਦੇ ਕਾਗਜ਼ ਲੈ ਕੇ ਦਰਦਾਂ ਦੀਆਂ ਠੋਕਰਾਂ ਖਾਂਦੇ ਆ, ਕਦੇ ਉੱਥੇ ਜਾਂਦੇ ਆ, ਕਦੇ ਉੱਥੇ ਜਾਂਦੇ ਆ। ਹਾਲਾਂਕਿ ਹੁਣ ਆਪਾਂ ਕਹਾਂਗੇ ਕਿ ਯਾਰ ਇੰਨਾ ਕੁਝ ਹੋ ਰਿਹਾ, ਫਿਰ 31 ਜੁਲਾਈ ਨੂੰ ਕਿਉਂ ਜਾਂਦੇ ਆ ਸਰੋਪਾ ਪਾਉਣ? ਬਾਈ ਇੱਕ ਦਿਲ ਦੇ ਵਿੱਚ ਆਸ ਹੁੰਦੀ ਹੈ ਕਿ ਸ਼ਾਇਦ ਸਾਨੂੰ ਇਸ ਵਾਰ ਮਿਲ ਜੇ, ਸ਼ਾਇਦ ਇਸ ਵਾਰ ਮਿਲ ਜੇ, ਤਾਂ ਕਰਕੇ ਹੀ 31 ਜੁਲਾਈ ਨੂੰ ਜਾਂ 15 ਅਗਸਤ ਨੂੰ ਜਦੋਂ ਬੁਲਾਉਂਦੇ ਆ ਜਾਂਦੇ ਆ। ਤਾਂ ਬਾਪੂ ਜੀ ਹੁਣ ਕਦੇ ਗੱਲਬਾਤ ਹੀ ਨਹੀਂ ਹੋਈ, ਕਦੇ ਗੱਲਬਾਤ ਮਤਲਬ ਟਾਈਮ ਹੀ ਨਹੀਂ, ਹੁਣ ਟਾਈਮ ਹੀ ਦੇਣੋਂ ਹਟ ਗਏ ਸਾਨੂੰ। ਗੱਲਬਾਤ ਮੈਂ ਤੁਹਾਨੂੰ ਦੱਸਦਾ ਗੱਲ। ਪਿਛਲੀ ਵਾਰੀ ਸਾਨੂੰ ਬੁਲਾ ਲਿਆ ਉੱਥੇ ਸਟੇਟ ਤੇ ਮੰਡੀ 'ਚ, ਤਾਂ ਇਹ ਮੁੰਡਾ ਮੈਨੂੰ ਕਹਿੰਦਾ ਮੈਂ ਚੱਲਾਂਗਾ ਪਾਪੇ ਤੇਰੇ ਨਾਲ। ਮੈਂ ਭਾਈ ਵਗ ਚੱਲ, ਖਬਰ ਤੇਰੇ ਨਾਲ ਜਾ ਕੇ ਨੌਕਰੀ ਮਿਲ ਜੇ ਤੈਨੂੰ। ਮੈਂ ਲੈ ਗਿਆ ਜੀ ਇਸਨੂੰ, ਮੇਰੀ ਉੱਥੇ ਲੜਾਈ ਵੀ ਹੋ ਗਈ। ਅੱਛਾ ਜੀ। ਜਦ ਮੇਰੀ ਫੋਟੋ ਵੀ ਛਪ ਗਈ ਉੱਥੇ ਅਖਬਾਰ 'ਚ, ਪੱਤਰਕਾਰ ਜਦ ਹੀ ਆ ਗਏ ਉੱਥੇ, ਜੀਤ ਸਿੰਘ ਤੈਨੂੰ ਚੜ੍ਹਨੀ ਦਿੰਦੇ ਉੱਤੇ। ਮੈਨੇ ਕਿਹਾ ਵੀ ਮੈਂ ਢਿੱਲਾ ਰਹਿਣਾ ਜੀ, ਮੈਂ ਮੁੰਡੇ ਨੂੰ ਨਾਲ ਲੈ ਕੇ ਆਇਆ, ਜੋ ਕਿਹਾ ਮੈਨੂੰ। ਤਾਂ ਕਹਿੰਦਾ ਚੜ੍ਹਨ ਦਿਓ ਉਹਨਾਂ ਨੂੰ ਜੀ। ਮੈਂ ਚੱਲ ਪਿਆ, ਮੈਂ ਮੇਰਾ ਸਲਮਾਨ, ਮੈਨੂੰ ਇਹੋ ਜਿਹੇ ਸਲਮਾਨ ਨਾਲ ਹੀ ਚੰਗਾ ਜੀ ਮੈਂ ਤਾਂ। ਜਾਂ ਤੁਸੀਂ ਮੇਰੇ ਮੁੰਡੇ ਨੂੰ ਨਹੀਂ ਚੜ੍ਹਨ ਦੇ, ਮੇਰੇ ਕਿਆ ਲੱਗਦੇ ਹੋ ਤੁਸੀਂ? ਹੈਂ, ਇਸकी ਨੌਕਰੀ ਆਈ ਹੋਈ ਆ, ਨੌਕਰੀ ਦੇਗਾ ਜਾਂ ਵਗ ਗਿਆ ਜੀ ਬੈਠ ਕੇ ਮੇਰੇ ਲਵੇ ਜਾ ਕੇ। ਉਹਨਾਂ ਉਹ ਝਾਕ ਕੇ ਵੀ ਨਹੀਂ ਦੋਕੜੀ, ਜਿਹੜੇ ਮੰਤਰੀ ਆਏ ਸੀ, ਵੀਰ ਕਲਾਂ ਵਾਲਾ ਰਾਜਾ ਆਪਣਾ, ਇਹ ਸਿੰਗਲਾ, ਗੱਲ ਸੁਣ ਲਓ, ਲਾਲ ਸਿੰਘ, ਇਹ ਦੋਕੜੀ ਝਾਕ ਕੇ ਵੀ ਨਹੀਂ ਸਕਣੀ। ਆਹ ਦੇਖ ਲਓ, ਇੰਨਾ ਹੰਕਾਰ ਹੈ ਇਹਨਾਂ 'ਚ ਬੰਦਿਆਂ 'ਚ। ਮੈਂ ਮੂੰਹ 'ਤੇ ਵੀ ਕਹਿਣ ਨੂੰ ਤਿਆਰ ਹੋਣਾ, ਅਤੇ ਮੈਨੂੰ ਕੋਈ ਡਰ ਨਹੀਂ ਹੈਗਾ, ਚਾਹੇ ਮੈਨੂੰ ਫਾਂਸੀ ਲੱਗ ਜਾਏ, ਮੈਂ ਤਾਂ ਨਹੀਂ ਡਰਦਾ। ਗਲਤ ਹੈ ਬਸ ਕੰਮ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬੰਦੇ ਨਾਲ। ਵੀ ਹਾਂ ਤੁਸੀਂ ਪੁੱਛੋ ਭਾਈ ਕੀ ਦੁੱਖ ਆ ਤੁਹਾਨੂੰ, ਹੱਕ ਬਣਦਾ ਇਹਨਾਂ ਦਾ ਵੀ ਤੁਸੀਂ ਬਾਹਰ ਸੇ ਆਈਆਂ, ਕੀ ਰਿਸ਼ਤਾ ਤੁਹਾਡਾ। ਬਾਕੀ ਦਾਮਨ ਵੀ ਉੱਥੇ ਹੀ ਸੀ ਜੀ, ਇਸਨੇ ਸਾਨੂੰ ਲਵੇ ਲੱਗਣ ਦਿੱਤਾ। ਮੈਂ ਝੂਠ ਕਿਉਂ ਬੋਲਣਾ, ਹਾਂ ਸੱਚੀ ਆ, ਸੱਚਾਈ ਆ ਜੀ ਬਿਲਕੁਲ। ਇਹ ਜਿਸ ਨੇ ਲਵੇ ਲੱਗਣ ਦਿੱਤਾ, ਕਹਿੰਦੀ ਕੋਈ ਨੌਕਰੀ ਕੇ ਕਾਗਜ਼ ਕਿਸੇ ਨੂੰ ਨਹੀਂ ਫੜਾਉਣੇ, ਪਹਿਲਾਂ ਹੀ ਕਹਿ ਦੇ ਜੀ। ਅੱਛਾ, ਇਹਨੇ ਇਹ ਗੱਲ ਕਹਿਤੀ ਵੀ ਨੌਕਰੀ ਦੇ ਕਾਗਜ਼ ਕਿਸੇ ਨੇ ਨਹੀਂ ਫੜਾਉਣੇ? ਨਾ, ਉਹ ਵੀ ਮੈਨੇ ਜਾਂ ਮੇਰੇ ਲੋਈ ਪਾਉਣ ਲੱਗੇ ਆ, ਜਦ ਮੈਨੇ ਫੜਾ ਦਿਆ ਨੂੰ, ਮੈਨੇ ਕੱਢ ਕੇ ਗਿੱਜਿਆ ਜਿੱਦਾਂ ਮੇਰੇ ਲੋਈ ਪਾਉਣ ਲੱਗਿਆ। ਲਾਲ ਸਿੰਘ ਨੂੰ ਫੜਾ ਦੀ ਚਿੱਠੀ, ਮੈਨੇ ਉਸ ਨੂੰ ਫੜਾ ਦੀ, ਮੈਨੇ ਸਿੰਗਲੇ ਨੂੰ। ਮਗਰ ਕੋਈ ਕੰਮ ਨਹੀਂ ਹੋਇਆ। ਧਰਮਸੋਤ ਵੀ ਤਾਂ ਸੱਚ ਉੱਥੇ ਹੀ, ਧਰਮਸੋਤ ਤਿੰਨੇ ਉਹ ਸਾਰੇ ਤਿੰਨੇ ਉੱਥੇ ਹੀ। ਉਹਦੇ ਫੋਟੋ ਵੀ ਲੱਗੀ ਪਈ ਆ, ਮੈਨੂੰ ਲੱਗਦਾ ਮੈਂ ਚਿੱਠੀ ਫੜਾ ਰਿਹਾ ਮੇਰੇ ਉਹਦੇ ਹੱਥ 'ਚ ਆ, ਉਸਕੇ ਧਰਮਸੋਤ ਵਾਲੀ ਉਹ ਥੀ। ਉਹ ਦੇਖ ਹੱਥ 'ਚ ਮੈਂ ਕਾਚ ਕੇ ਦੇ ਰਿਹਾ, ਉਹ ਦੇਖੋ ਬਿਲਕੁਲ ਉਹਦੇ ਸਾਹਮਣੇ ਦੇ ਰਹੇ ਨਾ, ਹੱਥ 'ਚ ਫੜਾ ਰਹੇ ਨਾ ਮਰਜੀ। ਇਹਨਾਂ ਨੇ ਸਾਲੇ ਨੇ ਕਿਸੇ ਨੇ ਜਾਤ ਨਹੀਂ ਪੁੱਛੀ ਮੇਰੀ। ਇਹ ਖੜੀ ਆ ਦਾਮਨ, ਇਹ ਗੀਤਾ ਸ਼ਰਮਾ ਖੜੀ, ਸਾਡੇ ਪਹਿਲਾਂ ਪ੍ਰਧਾਨ ਸੀ ਕਾਂਗਰਸ ਕੀ ਉਰੇ ਨਗਰ ਕੌਂਸਲ 'ਚ। ਹਾਂਜੀ, ਮਤਲਬ ਪੁੱਛ ਗਿੱਛ ਜਮਾ ਬਸ ਹੁਣ ਤਾਂ ਬੰਦ ਹੀ ਕਰਤੀ। ਬੰਦ ਕਰ ਜੀ, ਕਿਹੜਾ ਕਾਨੂੰਨ ਕੋਈ। ਹੁਣ ਜਦੋਂ ਫਿਰ ਬਾਪੂ ਜੀ ਹੁਣ ਆਸ-ਊਸ ਹੈਗੀ ਆ ਕਦੇ ਆਪਦੇ? ਆਸ ਤਾਂ ਸਾਨੂੰ ਹੈਗੀ ਆ ਵੀ ਮਿਲ ਸਕਦੀ ਹੈ ਨੌਕਰੀ, ਤੁਸੀਂ ਦਵਾ ਸਕਦੇ ਆ। ਤੁਹਾਡੇ ਪਰ ਸਾਨੂੰ ਭਰੋਸਾ ਵੀ ਤੁਸੀਂ ਕਰ ਦੋਗੇ ਸਾਡਾ ਕੰਮ।
ਹੋਰ ਤਾਂ ਸਾਡੇ ਤਾਂ ਹੱਥ ਜੋੜੀ ਬੈਠਿਆ ਸੀ ਨਾ। ਤੁਹਾਡਾ ਆਸਰਾ ਹੋ ਜੇ ਭੈਣ ਭਾਈਆਂ ਦਾ, ਫਿਰ ਸ਼ਾਇਦ ਬਣ ਜੇ ਸਾਡਾ ਕੰਮ ਜੀ। ਹਾਂਜੀ। ਅੱਛਾ, ਜਦੋਂ ਤੁਹਾਡੇ ਦਾਦੀ ਜੀ ਨਾਲ ਤੁਹਾਡਾ ਰਾਬਤਾ ਹੋਇਆ ਹੋਣਾ, ਗੱਲਬਾਤ ਉਹ ਕਰਦੇ ਹੁੰਦੇ ਸੀ ਉਦਮ ਸਿੰਘ ਹੋਰਾਂ ਦਾਦੀ ਦੀ? ਮੈਂ ਜਾਂਦਾ ਥਾ ਜੀ, ਗੱਲ ਸੁਣ ਲਓ। ਹਾਂ। ਅੱਛਾ, ਉਦਮ ਸਿੰਘ ਆਇਆ ਕਰ ਲਿਆ 9 10 10 11 ਵਜੇ। ਅੱਛਾ। ਤਾਂ ਮੈंने ਗੱਲ ਛੇੜ ਲਈ। ਮਹਾਂ ਦੇਖੀ ਅੰਮਾ, ਮਹਾਂ ਉਦਮ ਸਿੰਘ ਕਾਦਾ ਆਉਂਦਾ ਹੁੰਦਾ? ਕਹਿੰਦੀ 10 ਵਜੇ ਆਉਣਾ ਹੁੰਦਾ ਉਹ। ਹਾਂ। ਕਹਿੰਦੀ ਮੈंने ਕਿਹਾ ਵੀ ਤੂੰ ਵੀਰ 10 ਵਜੇ ਨਾ ਆਇਆ ਕਰ, ਹਾਂ। ਤੂੰ ਤੈਨੂੰ ਕੋਈ ਮਾਰੇਗਾ ਕੁੱਟੇਗਾ। ਉਹ ਭੋਲੀ ਬੀਬੀ ਕਹਿੰਦਾ ਮੈਂ ਤੈਨੂੰ ਕੌਣ ਕੁੱਟਣ ਵਾਲਾ ਜੰਮਿਆ? ਕਹਿੰਦੀ ਮੈਨੂੰ ਕੁਛ ਨਹੀਂ ਹੁੰਦਾ। ਕਹਿੰਦਾ ਨੋਟ ਬਣਾਉਣੀ ਕਹਿੰਦੀ ਮਸ਼ੀਨ ਹੁੰਦੀ ਸੀ ਉਸਕੇ ਪਾਸ। ਮਹੱਲਾ ਵੀ ਮੈਂ ਤੁਹਾਨੂੰ ਦਿਖਾ ਲਿਆ, ਮਾਂ ਜਿੱਥੇ ਰਹਿੰਦੀ ਸੀ ਉਹ, ਉੱਥੇ ਹੀ ਪਤਾ। ਉੱਥੇ ਹੁਣ ਘਰ ਨੂੰ ਨਾ ਵੇਚ ਬੂਝ ਦਿੱਤਾ। ਵੈਸੇ ਉਹ ਮੇਰੀ ਸਾਰਾ ਮਹੱਲਾ ਇਕੱਠਾ ਹੋ ਗਿਆ। ਇੱਕ ਦਿਨ ਮੈਂ ਪ੍ਰੈਸ ਵਾਲੇ ਨੂੰ ਲਿਖਿਆ, ਕਹਿੰਦੇ ਇਹ ਅਸਲੀ ਪੋਤਾ, ਹੋਰ ਤਾਂ ਲੱਲੀ ਛੱਲੀ ਮੈਂ ਤੁਰੀ ਫਿਰਦੀ ਆ ਜਨਾਨੀਆਂ ਕਰੇ। ਇਹ ਕਹਿੰਦੀ ਆਸ ਕਰਕੇ ਲਵੇ ਰਹਿੰਦਾ था ਹਰ ਬਾਤ। ਤਾਂ ਕਹਿੰਦੀ ਕੱਲ੍ਹ ਹੀ ਆ ਕੇ ਗਿਆ ਉਦਮ ਸਿੰਘ। ਮਾਂ ਦਾਦੀ ਫਿਰ ਹੁਣ ਮੈਂ ਕਹਿੰਦੀ ਤੈਨੂੰ ਉਰੀ ਰਹਿ ਜਾ, ਤੂੰ ਮੇਰੇ ਲਈ ਰਹਿ ਜਾ, ਅੱਜ ਤੈਨੂੰ ਮਿਲਿਆ ਦੇਂਗੀ ਮੈਂ। ਭਾਈ ਮੈਂ ਰਿਹਾ ਨਹੀਂ ਹੈਗਾ ਉੱਥੇ, ਮੇਰੀ ਉਮਰ ਥੋੜ੍ਹੀ ਘੱਟ ਸੀ, ਮੈਂ ਰਿਹਾ ਨਹੀਂ। ਮੈਂ ਬਸ ਉਹੀ ਆ ਗਿਆ ਉੱਥੇ ਤੇ ਉੱਠ ਕੇ। ਉਹ ਤਾਂ ਬਹੁਤ ਪਹੁੰਚੇ ਹੋਏ ਥੇ ਜੀ, 9 10 ਵਜੇ 2-3 ਵਾਰੀ ਆਏ ਆ, ਫਿਰ ਨਹੀਂ ਮੁੜ ਕੇ ਆਏ ਭਾਈ। ਫਿਰ ਖਣੀ ਤਾਂ ਇੰਗਲੈਂਡ ਰਹਿ ਗਏ। ਪਰਮਾਤਮਾ ਜਾਣੇ ਕਿੱਥੇ ਰਹਿ ਗਏ ਕਿੱਥੇ ਨਹੀਂ ਰਹੇ। ਮੈਨੂੰ ਹੁਣ ਵੀ ਉਹਨਾਂ ਦਾ ਆਸਰਾ, ਹੁਣ ਵੀ ਮੇਰੇ ਨਾਲ ਮਦਦ ਪੂਰੀ ਕਰ ਰਹੇ ਆ ਉਹ। ਹਾਂਜੀ, ਹੈਗਾ ਮੈਨੂੰ ਆਸਰਾ ਇਹਨਾਂ ਦਾ। ਹਾਂ ਨਿਊ। ਅੱਛਾ, ਇਹ ਭਾਈ ਬਾਪੂ ਜੀ ਟਾਈਮ ਯਾਦ ਆ, ਸਮਾਂ ਯਾਦ ਆ ਕਿਹੜਾ ਹੁੰਦਾ ਸੀ? ਕਿੰਨਾ ਸਨ ਸੀ ਜਦੋਂ ਉਹ ਤੁਸੀਂ ਦੱਸਦੇ ਹੋ ਕਿ ਆਉਂਦੇ ਹੁੰਦੇ ਸੀ 9 10 ਵਜੇ? ਕਿਹੜਾ ਸਨ ਸੀ ਇਹ? ਮੈਨੂੰ ਲੱਗਦਾ ਜਦ ਗਿਆਨੀ ਜੈਲ ਸਿੰਘ ਸੀ, ਸਿਵਿਆਂ ਵਾਲਾ ਸੀ। ਸਿਵਿਆਂ ਵਾਲੇ ਜਦ ਆਪਣੇ ਸੰਸਕਾਰ ਲੱਗੇ ਤੇ ਕਰਨ, ਸਿਵਾ ਚੋਂ ਨਿਕਲ ਕੇ ਪਰਾਂ ਨਹੀਂ ਵੱਜਿਆ ਸੀ। ਉਹ ਆਇਆ ਸੀ ਜਦ ਸਿਵਿਆਂ ਵਾਲਾ ਉਸਕੇ ਭੋਗ ਤੇ। ਅੱਛਾ ਜੀ। ਮੇਰੀ ਦਾਦੀ ਕੇ ਭੋਗ ਤੇ ਉਹ ਆਇਆ ਸੀ। ਮੇਰੇ ਯਾਦ ਆ, ਨੂੰ ਨਹੀਂ ਮੇਰੇ ਯਾਦ ਵੀ ਕਿਹੜੇ ਸੰਨ ਚ ਆਇਆ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਥੇ। ਗਿਆਨੀ ਜੈਲ ਸਿੰਘ ਨੇ ਆ ਭੇਜਾ ਥਾ ਸਿਵਿਆਂ ਵਾਲਾ ਵੀ ਤੂੰ ਵਗ ਜਾ। ਉੱਥੇ ਅੱਡੀ ਅੱਡੀ ਪੁਲਿਸ ਖੜੀ ਸੀ ਬਹੁਤ ਜ਼ਿਆਦਾ, ਇੰਨੀ ਸਾਰੇ ਮਹੱਲੇ ਪਹਿਰੇ ਲੱਗੇ। ਉੱਥੇ ਮੈਂ ਬੈਠਾ ਸੀ ਅੰਦਰ ਹੀ। ਕਹਿੰਦੇ ਹਾਂ ਜੀ ਹਾਂ। ਅੱਛਾ, ਹੋਰ ਕਿੱਦਾਂ ਦੀਆਂ ਉਹਨਾਂ ਦੇ ਸ਼ਹੀਦਾਂ ਦੇ ਬਾਰੇ ਦੇ ਵਿੱਚ ਗੱਲਾਂ, ਉਦਮ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਗੱਲਾਂ ਕੋਈ ਕਰਦੇ ਹੋਣਗੇ? ਹੋਰ ਕੋਈ ਗੱਲਾਂ ਤਾਂ ਦੇਖੋ ਜੀ ਬਹੁਤ ਹੁੰਦੀਆਂ, ਗੱਲਾਂ ਤਾਂ ਬਹੁਤ ਜਣੇ ਖਣੇ ਬਣੇ ਫਿਰਦਾ। ਹੁਣ ਹੋਰ ਵੀ ਬਹੁਤ ਫਿਰਦੇ ਬਣੇ। ਉਹ ਕਹਿੰਦਾ ਮੈਂ ਵਾਰਸ ਹਾਂ, ਉਹ ਕਹਿੰਦਾ ਮੈਂ ਵਾਰਸ ਹਾਂ। ਵੀ ਜਿਹੜੀ ਚੀਜ਼ ਸਾਡੇ ਲਵੇ ਉਹ ਨਹੀਂ ਨਾ ਹੈ ਕਿਸੇ ਲਵੇ। ਜਿਹੜੇ ਅਸੀਂ ਸਬੂਤ ਲਈ ਫਿਰਦੇ ਹਾਂ ਉਹ ਕਿਸੇ ਲਵੇ ਨਹੀਂ ਹੈਗਾ। ਮੇਰੀ ਬੁੱਕ ਵੀ ਛਪੀ ਆ ਉੱਥੇ, ਜਣਾ ਖਣਾ ਲਈ ਰਾਸ਼ਟਰਪਤੀ ਕੇ ਪ੍ਰੂਫ ਆਏ ਸਾਰੇ ਆਪਣੇ ਪਾਸ। ਬਾਕੀ ਨੌਕਰੀ ਦੇਖ ਲਓ ਦਈਆ ਰਾਜੇ ਨੇ, ਉਹ ਵੀ ਪਈ ਆ। ਬਾਕੀ ਹੋਰ ਜਿੱਥੇ ਵੀ ਅਸੀਂ ਜਾਂਦੇ ਹਾਂ ਮਤਲਬ ਸਾਡੇ ਨਾਂ ਬੋਲਦਾ, ਹੋਰ ਕਿਸੇ ਦਾ ਨਹੀਂ ਬੋਲਦਾ। ਇਹ ਤਾਂ ਹੁਣ ਹਰੇਕ ਤੁਰਿਆ ਫਿਰਦਾ ਜੀ। ਮੇਰਾ ਥਾ ਜੀ ਉਦਮ ਸਿੰਘ, ਸਾਡਾ ਥਾ ਜੀ। ਹੋਰ ਤੁਹਾਨੂੰ ਪਤਾ ਹੀ ਹੈ, ਕੌਣ ਪੁੱਛਦਾ? ਅੰਨੀ ਸਰਕਾਰ ਆ। ਬਾਈ ਤੁਸੀਂ ਮੜਾ ਨਾਲ ਆ ਜਾਓ। ਬਾਈ ਜੱਗੇ ਸਿੰਘ ਦੇ ਨਾਲ ਗੱਲਬਾਤ ਹੁਣ ਰਹੇਗੀ। ਬਾਈ ਜੱਗੇ ਸਿੰਘ ਤੋਂ ਸਾਰੇ ਅਸੀਂ ਉਹ ਤੁਹਾਨੂੰ ਕਾਗਜ਼ਾਤ ਦਿਖਾਵਾਂਗੇ ਜਿਹੜੇ ਹੁਣ ਤੱਕ ਮੈਨੂੰ ਲੱਗਦਾ ਸ਼ਾਇਦ ਕੋਈ ਲੀਡਰ ਨਹੀਂ ਛੱਡਿਆ ਹੋਣਾ, ਕੋਈ ਅਫਸਰ ਨਹੀਂ ਛੱਡਿਆ ਹੋਣਾ ਜਿਹਨੂੰ ਇਹਨਾਂ ਨੇ ਚਿੱਠੀ ਨਾ ਦਿੱਤੀ ਹੋਵੇ, ਜਿਹਨੂੰ ਆਪਣੇ ਕਾਗਜ਼ ਨਾ ਦਿਖਾਏ ਹੋਣ, ਜਿਹਨੂੰ ਅਸਲ ਦੇ ਵਿੱਚ ਜਾਂ ਆਪਾਂ ਇੱਕ ਗੱਲ ਮੰਨ ਲਈਏ ਕਿ ਯਾਰ ਸ਼ਾਇਦ ਸਰਕਾਰ ਮੰਨਦੀ ਹੀ ਨਹੀਂ ਬਈ ਇਹ ਉਦਮ ਸਿੰਘ ਦੇ ਵਾਰਸ ਆ। ਯਾਰ ਹਰ ਚੀਜ਼ ਅਸੀਂ ਲਈ ਫਿਰਦੇ ਆ। ਬਾਪੂ ਜੀ ਕੁਰਸੀਨਾਮਾ ਵੀ ਇੱਥੇ ਹਨ, ਆਹ ਦੇਖੋ ਜੀ, ਪਟਵਾਰੀ ਨੇ ਕੁਰਸੀਨਾਮਾ ਵੀ ਕੱਢ ਕੇ ਦਿੱਤਾ ਵਾ ਜਿਹਦੇ ਵਿੱਚ A to Z ਪੂਰਾ ਚੀਜ਼ ਦੱਸਿਆ ਵਾ ਕਿ ਭਾਈ ਕਿੱਥੋਂ ਪੀੜ੍ਹੀ ਸ਼ੁਰੂ ਹੁੰਦੀ ਹੈ ਤੇ ਕਿੱਥੇ ਤੱਕ ਆ। ਇੰਨੀਆਂ ਚੀਜ਼ਾਂ, ਇੰਨੇ ਸਬੂਤ ਹੋਣ ਦੇ ਬਾਵਜੂਦ ਵੀ ਕੁਝ ਵੀ ਨਹੀਂ ਆ। ਇੱਥੇ ਲੀਡਰਾਂ ਦੇ ਪੁੱਤਰਾਂ ਨੂੰ ਅਸੀਂ ਐਲਾਨ ਦਿੰਦੇ ਆ ਤਰਸ ਦੇ ਆਧਾਰ ਤੇ ਨੌਕਰੀ, ਕਿ ਭਈ ਇਹਨਾਂ ਦੀ ਪਿੱਛੇ ਜੇ ਬੜੀ ਵੱਡੀ ਕੁਰਬਾਨੀ ਰਹੀ ਆ। ਪਰ ਯਾਰ ਇਹਨਾਂ ਸ਼ਹੀਦਾਂ ਤੋਂ ਵੱਡੀਆਂ ਕੁਰਬਾਨੀਆਂ ਕਿਹਨਾਂ ਦੀਆਂ ਰਹੀਆਂ ਹੋਣਗੀਆਂ? ਭਗਤ ਸਿੰਘ ਹੋਰੇ, ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਹੋਰੇ, ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ, ਇਹਨਾਂ ਤੋਂ ਵੱਡੀਆਂ ਕੁਰਬਾਨੀਆਂ ਕਿਹਨਾਂ ਦੀਆਂ ਰਹੀਆਂ ਹੋਣਗੀਆਂ? ਬਾਈ ਜੱਗਾ ਸਿੰਘ, ਅਸਲ ਦੇ ਵਿੱਚ ਬਾਈ ਜੱਗੇ ਸਿੰਘ ਨੂੰ ਅਨਾਉਂਸ ਹੋਈ ਆ ਜਿਹੜੀ ਨੌਕਰੀ ਆ, ਉਹ ਬਾਈ ਜੱਗੇ ਨੂੰ ਅਨਾਉਂਸ ਹੋਈ ਆ। ਬਾਈ ਜੱਗੇ ਹੁਣ ਤੱਕ ਕਿੱਥੋਂ ਤੱਕ ਪਹੁੰਚ ਕਰ ਲਈ? ਕੋਈ ਲੀਡਰ, ਕੋਈ ਅਫਸਰ ਛੱਡਿਆ ਨਹੀਂ? ਪਹੁੰਚ ਅਸੀਂ ਤਾਂ ਬਹੁਤ ਕਰ ਚੁੱਕੇ ਹਾਂ ਜੀ। ਜੰਤਰ ਮੰਤਰ ਦਿੱਲੀ ਵੀ ਅਸੀਂ ਧਰਨਾ ਲਾਇਆ ਅਤੇ ਅਸੀਂ ਉੱਥੇ ਰਾਜਨਾਥ ਸਿੰਘ ਜੀ, ਪ੍ਰਧਾਨ ਮੰਤਰੀ ਜੀ, ਇਹਨਾਂ ਨੂੰ ਸਾਰਿਆਂ ਨੂੰ ਮੈਮੋਰੰਡਮ ਵੀ ਦੇ ਕੇ ਆਏ ਜੀ ਵੀ ਸਾਡਾ 2006 ਤੱਕ ਕੇਸ ਹੈ ਜੀ, ਸਾਡਾ ਕੰਮ ਕਰਵਾਓ। ਪਰ ਇਹਨਾਂ ਦਾ ਕੋਈ ਜਵਾਬ ਨਹੀਂ ਆਇਆ। ਪਰ ਜਦ ਕਿ ਲੋਕ ਕਹਿੰਦੇ ਨਹੀਂ, ਸਾਨੂੰ ਤਾਂ ਪਤਾ ਨਹੀਂ ਵੀ ਜਦੋਂ ਤੁਸੀਂ ਇੱਕ ਮੋਹਰ ਲਾ ਕੇ ਉੱਥੋਂ ਮਿਲਦੀ ਆ ਤੁਹਾਨੂੰ, ਤਾਂ ਇਹਦਾ ਤੁਹਾਨੂੰ ਮਹੀਨੇ ਦੇ ਵਿੱਚ ਜਵਾਬ ਆਉਂਦਾ। ਪਰ ਸਾਨੂੰ ਹਾਲੇ ਤੱਕ ਇਹਦਾ ਕੋਈ ਜਵਾਬ ਨਹੀਂ ਆਇਆ। ਇਹ ਤੁਸੀਂ ਕਿੱਥੇ ਦਿੱਤੀ ਸੀ ਉਸ ਤੋਂ ਬਾਅਦ ਦੇ ਵਿੱਚ? ਇਹ ਉਹ ਤੋਂ ਬਾਅਦ ਜੰਤਰ ਮੰਤਰ 'ਤੇ ਬੈਠੇ ਸੀ। ਉਦੋਂ ਮਤਲਬ ਉੱਥੇ ਜੋ ਪ੍ਰਸ਼ਾਸਨ ਸੀ ਜੀ, ਉਹ ਕਹਿੰਦੇ ਵੀ ਤੁਸੀਂ 10 ਦਿਨ ਹੋ ਗਏ ਇੱਥੇ ਬੈਠੇ ਨੂੰ, ਠੰਡ ਬਹੁਤ ਆ, ਵੀ ਤੁਸੀਂ ਇੱਥੇ ਤੁਹਾਡਾ ਕੁਝ ਨਹੀਂ ਬਣਨਾ, ਵੀ ਤੁਸੀਂ ਆਪਣੀ ਜੋ ਵੀ ਕਾਰਵਾਈ ਆ ਤੁਸੀਂ ਇੱਕ ਲੈਟਰ ਲਿਖ ਕੇ ਤੁਸੀਂ ਰਾਸ਼ਟਰਪਤੀ, ਗ੍ਰਹਿ ਮੰਤਰੀ ਇਹਨਾਂ ਨੂੰ ਦੇ ਆਓ, ਇਹ 'ਤੇ ਨਾਲ ਦੀ ਨਾਲ ਥੋੜੀ ਕਾਰਵਾਈ ਹੋਊਗੀ ਜੀ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ। ਇਹ ਲਾ ਕੇ ਚਲੋ ਜੀ 16 ਦਾ ਲੈਟਰ ਹੈ ਜੀ, ਤਾਂ 4 ਸਾਲ ਹੋ ਗਏ ਜੀ, ਸਾਨੂੰ ਕੋਈ ਜਵਾਬ ਨਹੀਂ ਹੈ। ਅੱਛਾ, ਜਦੋਂ ਤੁਸੀਂ ਜੰਤਰ ਮੰਤਰ ਦੇ ਵਿੱਚ ਜਾਂਦੇ ਹੋ ਕੌਣ ਗਏ ਸੀ? ਤੁਸੀਂ ਦੋਨੋਂ ਪਿਓ ਪੁੱਤੀ ਗਏ ਸੀ? ਮੇਰਾ ਭਰਾ ਸੀਗਾ ਜੀ, ਇੱਕ ਪਾਪਾ ਸੀ, ਇੱਕ ਮੈਂ ਸੀ, ਤਿੰਨੇ ਗਏ ਸੀਗੇ ਜੀ।
ਉੱਥੇ ਫਿਰ ਤੁਸੀਂ ਜਾ ਕੇ ਜੰਤਰ ਮੰਤਰ ਬੈਠੇ ਆਪਣਾ ਧਰਨਾ ਲਾਇਆ ਤੇ ਉੱਥੇ ਮਿਲੇ ਸੀ ਕਿਸੇ ਨੂੰ, ਕਿਸੇ ਨਾਲ ਹੋਰ, ਜਾਂ ਜਿੱਦਾਂ ਹੁਣ ਤੁਸੀਂ ਕਿਹਾ ਰਾਜਨਾਥ ਸਿੰਘ ਜੀ ਨੂੰ ਮਿਲੇ ਸੀ, ਹੋਰ ਕਿੰਨਾ ਕਿੰਨਾ ਨੂੰ ਮਿਲੇ? ਅਸੀਂ ਸਿਰਫ ਇਹਨਾਂ ਤਿੰਨਾਂ ਨੂੰ ਹੀ ਲੈਟਰ ਦਿੱਤੇ ਸੀ। ਬਾਕੀ ਮਿਲਣ ਦਾ ਤਾਂ ਲਾਓ ਵੀ ਉੱਥੇ ਬਹੁਤ ਹੀ ਅਜਿਹੇ ਲੋਕ ਨੇ ਜਾਂ ਦੁਨੀਆ ਜਨਤਾ ਕਹਿ ਲਈਏ ਜਿਨ੍ਹਾਂ ਦੇ ਦਿਲ 'ਚ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀ ਦਿਲਾਂ 'ਚ ਉਹਨਾਂ ਦੇ ਪਿਆਰ ਹੈ ਜੀ। ਉਹ ਸਾਡੇ ਲਵੇ ਆਉਂਦੇ ਜੀ, ਕਹਿੰਦੇ ਯਾਰ ਐਡਾ ਬੜਾ ਸ਼ਹੀਦ ਹੋਵੇ, ਬਹੁਤ ਦੁੱਖ ਦੀ ਗੱਲ ਹੈ ਜੀ ਵੀ ਤੁਸੀਂ ਇੱਥੇ ਇੰਨੀ ਠੰਡ 'ਚ ਬੈਠੇ ਹੋ। ਕਈ ਬਜ਼ੁਰਗ ਜੀ ਸਾਡੇ ਨਾਲ ਸਾਹਮਣੇ ਰੋਣ ਲੱਗ ਗਏ ਵੀ ਯਾਰ ਇੱਕ ਸਰਕਾਰ ਤੁਹਾਨੂੰ ਨੌਕਰੀ ਨਹੀਂ ਦੇ ਸਕਦੀ। ਤੇ ਮਤਲਬ ਸਾਡਾ ਆਪਦਾ ਹੀ ਮਨ ਭਰਿਆ ਜੀ ਉੱਥੇ ਵੀ ਐਡੀ ਕੁਰਬਾਨੀਆਂ ਕਰਕੇ ਵੀ ਅਸੀਂ ਅੱਜ ਇੱਥੇ ਠੰਡ 'ਚ ਮਰ ਰਹੇ। ਸਿਰਫ ਇੱਕ ਪੀਐਨ ਦੀ ਨੌਕਰੀ ਮੰਗੀ ਹੈ ਜੀ, ਮੈਂ ਪੀਐਨ ਦੀ ਨੌਕਰੀ ਪਿੱਛੇ ਹੀ ਅਸੀਂ ਉੱਥੇ ਬੈਠੇ ਜੀ ਨਾ। ਪੀਐਨ ਦੀ ਨੌਕਰੀ ਮੰਗ ਰਹੇ ਹੋ? ਕੋਈ ਵੀ ਮਿਲ ਜਾਵੇ ਚੱਲ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੇ ਪਰਿਵਾਰ ਅੱਜ ਪੀਐਨ ਦੀ ਨੌਕਰੀ ਮੰਗ ਰਿਹਾ, ਜਿਹਦਾ ਯੋਗਦਾਨ ਰਿਹਾ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ। ਉਹਦੇ ਪਰਿਵਾਰ ਕਹਿ ਰਿਹਾ ਕਿ ਸਾਨੂੰ ਪੀਐਨ ਦੀ ਨੌਕਰੀ ਹੀ ਦੇ ਦਿਓ। ਇਦੋਂ ਵੱਧ ਨਲਾਇਕੀ ਯਾਰ ਕੀ ਹੋਊਗੀ ਸਾਡੇ ਸਿਸਟਮ ਦੀ, ਸਾਡੀਆਂ ਸਰਕਾਰਾਂ ਦੀ। ਅੱਛਾ ਬਾਪੂ ਜੀ, ਜਦੋਂ ਜੰਤਰ ਮੰਤਰ ਦੇ ਵਿੱਚ, ਜਿਵੇਂ ਬਾਈ ਨੇ ਵੀ ਦੱਸਿਆ, ਜੰਤਰ ਮੰਤਰ ਦੇ ਵਿੱਚ ਤੁਸੀਂ ਬੈਠੇ ਸੀ, ਲੋਕ ਤਾਂ ਆ ਕੇ ਤੁਹਾਨੂੰ ਮਿਲਦੇ ਹੋਣਗੇ ਦਿੱਲੀ ਵਾਲੇ ਸਾਰੇ? ਜੀ ਲੋਕ ਬਸ ਆ ਕੇ ਕਹਿੰਦੇ ਵੀ ਤੁਸੀਂ ਤਾਂ ਬਹੁਤ ਪਰੇਸ਼ਾਨ ਲੱਗਦੇ ਆ, ਕਿਸੇ ਨੇ ਸਾਡੀ ਸੁਣੀ ਨਹੀਂ ਜੀ। ਉਹਨਾਂ ਨੂੰ ਹੁਣ ਬਗਾਨੇ ਨੂੰ ਉਹਨੂੰ ਕੀ ਪਤਾ, ਕਹਿੰਦੇ ਜੀ ਬੈਠੇ ਰਹੋ, ਕੋਈ ਤਾਂ ਸਰਕਾਰ ਸੁਣੇਗੀ। ਉਹ ਨੂੰ ਕਹਿ ਕੇ ਵਗ ਜਾ ਕਰਦੇ। ਇੱਕ ਹੋਰ ਬੈਠਾ ਸੀ ਲਵੇ, ਉਹ ਕਹਿੰਦਾ ਮੈਂ ਕਰਾਉਂਗਾ ਕੰਮ, ਤੁਸੀਂ ਬੈਠੇ ਰਹੋ ਉਰੇ। ਮੁੜ ਕੇ ਉਹ ਨਹੀਂ ਆਇਆ, ਬਸ ਜਾ ਕੇ ਕਹਿ ਕੇ ਵਗ ਜਾ ਕਰਦੇ। ਅਸੀਂ ਬੈਠੇ ਰਹੇ ਉੱਥੇ। ਕਿੰਨੇ ਦਿਨ ਜੰਤਰ ਮੰਤਰ ਬੈਠੇ? ਹਫ਼ਤਾ ਲਾਇਆ ਜੀ। ਉਦੋਂ ਬਾਅਦ ਫਿਰ ਆ ਗਏ ਸੀ? ਫਿਰ ਆ ਗਏ ਸੀ ਜਿੱਥੇ ਦੇ, ਹਫ਼ਤਾ ਲਾਏ। ਪੁੱਛ ਗਿੱਛ ਉਦੋਂ ਬਾਅਦ ਵੀ ਨਹੀਂ ਹੋਈ ਕੋਈ? ਨਾ ਜੀ ਨਾ, ਉਹ ਤਾਂ ਸਗੋਂ ਕਹਿਣ ਲੱਗੇ, ਕਹਿੰਦੇ ਉੱਤੇ ਵਗ ਜਾ ਉੱਠ ਕੇ ਤੁਸੀਂ। ਇਹ ਕੌਣ ਕਹਿੰਦੇ ਸੀ? ਪ੍ਰਸ਼ਾਸਨ ਕਹਿੰਦੇ ਸੀ? ਉੱਥੋਂ ਦੇ ਲੋਕ ਕਹਿੰਦੇ ਸੀ? ਪ੍ਰਸ਼ਾਸਨ ਤਾਂ ਉੱਥੇ ਬਾਈ ਪੇਮੈਂਟ ਲਿਆ ਕਰੋ, ਫਿਰ ਬੈਠਿਆ ਕਰੋ, ਕਹਿੰਦੇ ਉਰੇ ਆ ਕੇ। ਨੂੰ ਨਹੀਂ ਬੈਠਿਆ ਜਾਂਦਾ। ਮਤਲਬ ਸਮਝਿਆ ਨਹੀਂ ਮੈਂ। ਪੇਮੈਂਟ? ਅਪਾਇੰਟਮੈਂਟ ਜੀ। ਅੱਛਾ ਅਪਾਇੰਟਮੈਂਟ, ਓਕੇ ਪੇਮੈਂਟ, ਅਪਾਇੰਟਮੈਂਟ ਲਿਆ ਕਰੋ ਕਹਿੰਦੇ, ਫਿਰ ਆ ਕੇ ਬੈਠਿਆ ਕਰੋ। ਬੈਠ ਜਾ ਕਰੋ ਕਹਿੰਦੇ। ਹਾਂ ਮੈਨੂੰ ਤਾਂ ਪਤਾ ਨਹੀਂ ਇਸ ਗੱਲ ਬਾਰੇ ਜੀ। ਅਸੀਂ ਬੈਠ ਜ਼ਰੂਰ ਗਏ, ਮੈਨੂੰ ਕਿਸੇ ਬੰਦੇ ਨੇ ਭਰੋਸਾ ਦਿਆ, ਉਸ ਕਰਕੇ ਅਸੀਂ 10 ਦਿਨ ਕੱਟ ਲਏ ਉੱਥੇ। ਅੱਛਾ ਉਸ ਨੂੰ ਵੀ ਥੋੜੇ ਮੋਟੇ ਤੁਹਾਡੇ ਲੱਗੇ ਲੁਕਾ, ਥੋੜੇ ਮੋਟੇ ਪੈਸੇ ਦਿੱਤੇ ਉਸ ਨੂੰ ਵੀ। ਅੱਛਾ ਜੀ। ਹੋਰ ਤਾਂ ਉੱਥੇ ਬੈਠੇ। ਅੱਛਾ ਬੈਠਣ ਦੇ ਲਈ ਵੀ ਇੱਕ ਸ਼ਹੀਦ ਦੇ ਪਰਿਵਾਰ ਨੂੰ ਰਿਸ਼ਵਤ ਦੇਣੀ ਪਈ? ਹਾਂ ਰਿਸ਼ਵਤ ਦੇਣੀ ਪਈ, ਤਾਂ ਅਸੀਂ ਟਾਈਮ ਪਾਸ ਕਰਿਆ ਉੱਥੇ। ਇਹੋ ਜਿਹਾ ਕੰਮ ਆ ਉੱਥੇ, ਇਹ ਬੁਰਾ ਹਾਲ ਆ। ਬਾਈ ਕੀ ਗੁਹਾਰ ਲਾਉਣੀ ਚਾਹੋਗੇ ਸਰਕਾਰ ਤੱਕ, ਕਹਿਣਾ ਕੀ ਚਾਹੋਗੇ? ਸਰਕਾਰ ਨੂੰ ਤਾਂ ਇਹੀ ਹੈ ਵੀ ਕੈਪਟਨ ਸਾਹਿਬ ਕਹਿੰਦੇ ਨੇ ਜੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਵੀ ਨਸ਼ਾ ਪੂਰਾ ਖਤਮ ਕਰਾਂਗੇ, ਪਰ ਸਾਨੂੰ ਨਾ ਤਾਂ ਘਰ ਘਰ ਨੌਕਰੀ ਵਾਲਾ ਵਾਅਦਾ ਕੈਪਟਨ ਸਾਹਿਬ ਵੱਲੋਂ ਦਿੱਤਾ ਪਤਾ ਚੱਲਦਾ ਹੀ ਹੈ ਜੀ। ਪਟਿਆਲੇ ਦੇ ਵਿੱਚ ਵੀ ਡਾਂਗਾ ਚੱਲ ਰਹੀਆਂ ਨੇ ਜੀ। ਲੋਕ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਲਈ ਬਹੁਤ ਮੋਰਚੇ ਲਾ ਰਹੇ ਨੇ, ਪਰ ਕੈਪਟਨ ਸਾਹਿਬ ਨੇ ਕੋਈ ਸੁਣਵਾਈ ਨਹੀਂ ਕੀਤੀ। ਸੋ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਵੀ 2006 ਦੇ ਵਿੱਚ ਸ਼ਹੀਦ ਆਜ਼ਮ ਊਧਮ ਸਿੰਘ ਦੇ ਪਰਿਵਾਰ ਦੇ ਵਾਰਸ ਹੋਣ ਦੇ ਨਾਤੇ ਮੈਨੂੰ ਨੌਕਰੀ ਦਾ ਲੈਟਰ ਜਾਰੀ ਕੀਤਾ ਹੋਇਆ, ਪਰ ਜੁਆਇਨਿੰਗ ਨਹੀਂ ਹੋਈ ਜੀ। ਵੀ ਇਹ ਕੈਪਟਨ ਸਾਹਿਬ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਮੇਰੀ ਨੌਕਰੀ ਮੈਨੂੰ ਦਿੱਤੀ ਜਾਵੇ। ਤੇ ਇੱਥੇ ਆ ਕੇ ਦੇਖੋ ਜੀ ਅਸੀਂ ਬੁੱਤਾਂ ਨੂੰ ਪੂਜ ਕੇ ਕੋਈ ਇਹ ਸ਼ਰਧਾਂਜਲੀ ਨਹੀਂ, ਸ਼ਰਧਾਂਜਲੀ ਅਸਲੀ ਉਦੋਂ ਹੋਊਗੀ ਜਦੋਂ ਆਪਾਂ ਪਰਿਵਾਰ ਨੂੰ ਜੇ ਛੋਟੀ ਨੌਕਰੀ ਦੇ ਦਿਓ, ਉਹ ਨੌਕਰੀ ਦੇ ਕੇ ਉਹਨੂੰ ਕੰਮ ਕਰ ਲਾ ਕੇ, ਉਹੀ ਮੇਰੇ ਹਿਸਾਬ ਨਾਲ ਸੱਚੀ ਸ਼ਰਧਾਂਜਲੀ ਹੋਊ ਜੀ। ਜਦੋਂ 31 ਜੁਲਾਈ ਆਉਂਦੀ ਹੋਣੀ ਆ ਉਦੋਂ ਤਾਂ ਜਿਹੜੇ ਜਿੱਦਾਂ ਹੁਣ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਸ਼ਾਇਦ 5 ਬੁੱਤ ਲੱਗੇ ਹੋਏ ਆ ਪੂਰੇ ਸੁਨਾਮ ਦੇ ਵਿੱਚ, 4 ਤੋਂ 5 ਬੁੱਤ, ਹੈ ਨਾ? ਉਦੋਂ ਉਹਨਾਂ ਨੂੰ ਪੂਜਿਆ ਵੀ ਜਾਂਦਾ ਹੋਣਾ, ਉਦੋਂ ਤੇ ਪਾਣੀ ਵੀ ਮਾਰਿਆ ਜਾਂਦਾ ਹੋਣਾ, ਉਦੋਂ ਲੀਡਰ ਵੀ ਆਉਂਦੇ ਹੋਣਗੇ? ਉਸੇ ਦਿਨ ਹੀ ਦੇਖੋ ਜੀ ਸਾਰੇ ਤਾਂ ਸ਼ਹਿਰ 'ਚ ਸਫਾਈ ਹੁੰਦੀ ਹੈ ਜੀ, ਵੀ ਜਿੱਥੇ ਲਾਓ ਵੀ ਬੁੱਤਾਂ ਤੇ ਐਡਾ ਐਡਾ ਘਾਹ ਖੜਾ ਹੁੰਦਾ ਜੀ, ਕੋਈ ਸਫਾਈ ਨਹੀਂ ਹੁੰਦੀ। ਸੋ ਸਰਕਾਰਾਂ ਨੂੰ ਇਹੀ ਸਮਝ ਚਾਹੀਦੀ ਵੀ ਆਪਾਂ ਇੰਨੇ ਬੁੱਤ ਬਣਾ ਕੇ ਕਰਾਂ ਕੀ ਜਦੋਂ ਆਪਾਂ ਉਹਦੀ ਸਾਂਭ ਸੰਭਾਲ ਨਹੀਂ ਕਰ ਸਕਦੇ। ਸਿਰਫ 31 ਜੁਲਾਈ ਨੂੰ ਹੀ ਉਹ ਬੁੱਤਾਂ ਤੇ ਸਫਾਈ ਹੁੰਦੀ ਆ ਤੇ ਇਕੱਲੀ ਇਕੱਲੀ ਸੜਕ ਸਾਫ਼ ਹੁੰਦੀ ਹੈ ਜੀ, ਵੀ ਅੱਜ ਲੀਡਰਾਂ ਨੇ ਆਉਣਾ, ਉਹ ਮਹਾਨ ਸ਼ਹੀਦ ਦਾ ਅੱਜ ਦਿਨ ਹੈ ਜੀ, ਵਰਨਾ ਉੱਥੇ ਕੋਈ ਧਿਆਨ ਨਹੀਂ ਹੁੰਦਾ ਜੀ। ਅੱਛਾ ਹੋਰ ਇੱਕ ਗੱਲ ਦੱਸਿਓ ਬਾਈ, ਫਿਰ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਜੋ ਤੁਹਾਡੇ ਫਾਦਰ ਸਾਹਿਬ ਦਿਹਾੜੀਆਂ ਕਰਦੇ ਆ, ਘਰ ਦਾ ਗੁਜ਼ਾਰਾ ਜਿਹੜਾ ਕਿਵੇਂ ਚੱਲਦਾ? 2 ਤੁਸੀਂ ਭਰਾ ਹੋ ਨਾ ਪਰਿਵਾਰ, ਤੇ ਕਿਵੇਂ ਚੱਲਦਾ ਗੁਜ਼ਾਰਾ? ਬਸ ਦਿਹਾੜੀ ਮਜ਼ਦੂਰੀ ਕਰਦੇ ਜੀ। ਪਾਪਾ ਜੀ ਤਾਂ ਬਿਮਾਰ ਰਹਿੰਦੇ ਨੇ ਜੀ, ਇਹਨਾਂ ਦੇ ਮਤਲਬ ਬਾਥਰੂਮ 'ਚ ਬਲੱਡ ਆਉਣ ਲੱਗ ਗਿਆ ਸੀ, ਫਿਰ ਇਹਨੂੰ ਮੈਂ ਕਹਿੰਦਾ ਵੀ ਤੁਸੀਂ ਕੰਮ ਨਾ ਕਰੋ ਜੀ, ਤੇ ਮਤਲਬ ਦੋਵੇਂ ਭਰਾ ਦਿਹਾੜੀ ਦੂੜੀ ਕਰਕੇ ਜੀ ਮੈਂ ਟਾਈਮ ਗੁਜ਼ਾਰਾ ਕਰੀ ਜਾਂਦਾ ਜੀ। ਜਾ ਕੇ ਬਸ ਕੰਮ ਤੇ ਜਾਂਦੇ ਮੁੰਡੇ ਨੇ ਜਾ ਕੇ, ਕੋਈ ਕੰਮ ਵੀ ਹੈ ਮੇਰੇ ਤੇ ਹੁੰਦਾ ਨਹੀਂ, ਹੋਰ ਕੰਮ ਜਾਂਦੇ ਨਹੀਂ ਕੋਈ, ਪੁੱਛਦੇ ਨਹੀਂ। ਅੱਛਾ ਇੱਕ ਗੱਲ ਹੋਰ ਦੱਸਿਓ ਬਾਪੂ ਜੀ, ਕਿਸੇ ਨੇ ਮਾਲੀ ਮਦਦ ਕੀਤੀ ਆ ਆਰਥਿਕ ਤੌਰ ਤੇ? ਕਿਉਂਕਿ ਜਦੋਂ ਹੁਣ ਜਿਵੇਂ ਹੁਣ ਇਹ ਨੈਸ਼ਨਲ ਤੇ ਤੁਹਾਡਾ ਨਾਮ ਆ ਗਿਆ ਨੈਸ਼ਨਲ ਲੈਵਲ ਤੇ, ਹਰ ਟੀਵੀ ਚੈਨਲ ਤੇ ਵੀ, ਉਦੋਂ ਮੈਂ ਵੀ ਦੇਖਿਆ ਚੱਲਿਆ ਸੀ ਜਦੋਂ ਤੁਸੀਂ ਜੰਤਰ ਮੰਤਰ ਗਏ ਹੋ, ਉਦੋਂ ਕਿਸੇ ਬਾਹਰਲੇ ਵੀਰ ਨੇ ਇੱਧਰਲੇ ਵੀਰ ਨੇ ਕਿਸੇ ਨੇ ਤੁਹਾਡੀ ਮਦਦ ਕੀਤੀ ਆ ਉਦੋਂ, ਚਾਹੇ ਪੈਸੇ ਪੱਖੋਂ ਵੀ ਭਾਈ ਚਾਰ ਪੈਸੇ? ਕੋਈ ਨਹੀਂ ਕਰੀ ਜੀ। ਨਹੀਂ ਬਾਕੀ ਅਸੀਂ ਸੁਣਦੇ ਹਾਂ ਜੀ ਵੀ ਜਦੋਂ ਇਹ ਬੁੱਕ ਛਪੀ ਹੈ ਵੀ ਬਾਹਰੋਂ ਲੋਕ ਬਹੁਤ ਆਏ ਸਨ, ਪਰ ਕਈ ਅਜਿਹੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਨੇ ਉਹਨੂੰ ਕਹਿਤਾ ਵੀ ਉਹ ਤਾਂ ਇੱਥੇ ਰਹਿੰਦੇ ਨਹੀਂ,
ਮਤਲਬ ਸਾਨੂੰ ਕੋਈ ਲਾਭ ਨਹੀਂ ਮਿਲ ਸਕਿਆ, ਪਰ ਉਹ ਉਹਨਾਂ ਨੂੰ ਵਾਪਸ ਮੋੜਦੇ ਰਹੇ ਜੀ। ਕਿਉਂਕਿ ਸੁਨਾਮ ਦੇ ਵਿੱਚ ਹਰ ਬੰਦਾ ਕਹਿੰਦਾ ਹੀ ਅਸੀਂ ਸ਼ਹੀਦ ਦੇ ਪਰਿਵਾਰ ਆ, ਅਸੀਂ ਵਾਰਸ ਹਾਂ ਜੀ, ਉਹ ਕੁਛ ਲੱਗਦੇ ਨਹੀਂ। ਕਹਿੰਦਾ ਭਾਵ ਵੀ ਕਿਸੇ ਤਰ੍ਹਾਂ ਲੋਕਾਂ ਨੂੰ ਗਲਤ ਦਿਸ਼ਾ 'ਚ ਪਾ ਕੇ ਜੀ ਸਾਡਾ ਉਹ ਨੁਕਸਾਨ ਹੀ ਹੋਇਆ ਜੀ। ਪਰ ਆਏ ਲੋਕ ਬਹੁਤ ਸੀਗੇ, ਪਰ ਸਾਨੂੰ ਕੋਈ ਨਹੀਂ ਮਿਲੇ। ਤੁਹਾਡੇ ਤੱਕ ਮਤਲਬ ਪਹੁੰਚਿਆ ਨਹੀਂ, ਲੋਕ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਆ ਉਹ ਆਏ ਸੀ ਕਿ ਅਸੀਂ ਇਸ ਪਰਿਵਾਰ ਦੀ ਹੈਲਪ ਕਰੀਏ। ਤੁਹਾਡੇ ਕਹਿਣ ਮੁਤਾਬਕ ਹਾਲੇ ਤੱਕ ਤੁਹਾਡੇ ਪਰਿਵਾਰ ਤੱਕ ਕੋਈ ਨਹੀਂ ਪਹੁੰਚਿਆ, ਭਾਵੇਂ ਉਹ ਆਸੇ-ਪਾਸੇ ਵਾਲਿਆਂ ਨੇ ਮੋੜ ਤੇ ਜਾਂ ਕਿ ਇਦਾਂ ਦਾ ਕੁਝ ਵੀ ਹੋਇਆ, ਪਰ ਤੁਹਾਡੇ ਪਰਿਵਾਰ ਤੱਕ ਇੱਕ ਪੈਸਾ ਤੱਕ ਨਹੀਂ ਪਹੁੰਚੇ। ਸਾਡੇ ਪਰਿਵਾਰ 'ਚ ਕੋਈ ਨਹੀਂ ਪਹੁੰਚਿਆ। ਦੇਖੋ ਜੋ ਬੁੱਕ ਛਾਪੀ ਤੀ ਸਾਨੂੰ ਉਹਨਾਂ ਨੇ ਕੁਝ ਪੈਸੇ, ਜਿੰਨੇ ਕੁ ਪੈਸੇ ਇਕੱਠੇ ਕੀਤੇ ਜੀ, ਸਾਡਾ ਮਕਾਨ ਡਿੱਗਣ ਵਾਲਾ ਸੀ ਜੀ। ਸਾਡੇ ਸਿਰ ਤੇ ਛੱਤ ਆ ਗਈ, ਸਾਡੇ ਸਿਰ ਤੇ। ਇਸ ਤਾਂ ਇਹੀ ਨਾਲ ਧੰਨਵਾਦ ਆ ਜੀ। ਉਹਨਾਂ ਨੇ ਛੱਤ ਪਵਾਈ ਸੀ ਹਾਂਜੀ ਪੈਸੇ ਇਕੱਠੇ ਕਰਕੇ, ਵੀ ਜਿਹੜੇ ਤੁਹਾਨੂੰ ਇਹਦੇ ਤੋਂ ਬਣੇ ਸੀ ਜਿੰਨੇ ਕੁ। ਹਾਂਜੀ ਹਾਂਜੀ, ਉਹ ਪੈਸਾ ਤੁਸੀਂ ਸਾਨੂੰ ਮਤਲਬ ਛੱਤ ਪਾਈ ਨਹੀਂ, ਅਸੀਂ ਤਾਂ ਕਰਦੇ ਡਿੱਗ ਕੇ ਕਰਦੇ ਮਰ ਜਾਂਦੇ। ਕਿਉਂਕਿ ਦਿਹਾੜੀਆਂ ਨਾਲ ਮਕਾਨ ਨਹੀਂ ਪੈਂਦੇ, ਦਿਹਾੜੀ ਨਾਲ ਤਾਂ ਘਰ ਦੇ ਖਰਚੇ ਹੀ ਚੱਲ ਜਾਣ, ਉਹੀ ਬਹੁਤ ਹੈ ਜੀ। ਅੱਛਾ, ਮਕਾਨ ਵੀ ਬਾਪੂ ਜੀ ਡਿੱਗਣ ਵਾਲਾ ਸੀ? ਹੋਰ ਮਕਾਨ ਸਾਰਾ ਗਿਰਨ ਵਾਲਾ ਸੀ, ਪਾਣੀ ਖੜਦਾ ਸਭ ਜਿੱਥੇ ਆਪਾਂ ਬੈਠੇ ਸਾਰਾ ਅੰਦਰ। ਇੱਕ ਕੁੜੀ ਆਈ ਇੰਗਲੈਂਡ ਦੇ, ਸੱਚੋ ਮੈਂ ਤੁਹਾਨੂੰ ਦੱਸਦਾ, ਕੁੜੀ ਸਾਰੀ 14 ਸਾਲ ਕੀ ਜੀ। ਮੈਂ ਆ ਕੇ ਅੰਦਰ ਪੈ ਗਿਆ, ਦਿਹਾੜੀ ਕਰਕੇ ਆਇਆ, ਮੇਰੇ ਸਮੇਤ ਨਾਲ ਹੱਥ ਲਿਬੜੇ ਹੋਏ। ਤਾਂ ਮੈਂ ਰੋਟੀ ਖਾ ਕੇ ਹਟਿਆ, ਤਾਂ ਮੈਨੂੰ ਕੋਈ ਪਤਾ ਨਹੀਂ ਕੁੜੀ ਆ ਰਹੀ ਆ। ਉਸकी ਮੰਮੀ ਵੀ ਨਾਲ। ਕਹਿੰਦੀ ਅੰਕਲ ਤੁਸੀਂ ਦਿਹਾੜੀ ਕਰਦੇ ਹੋ? ਮੈਂ ਕਿਹਾ ਹਾਂ। ਕਹਿੰਦੀ ਸਾਨੂੰ ਤੁਹਾਡੀ ਕਹਿੰਦੇ ਮੈंने ਉਹ ਵੀਡੀਓ ਰੀਲ ਦੇਖੀ ਸੀ, ਤੁਹਾਨੂੰ ਮਿਲਣ ਵਾਸਤੇ ਆਈਆਂ। ਮੈਂ ਤਾਂ ਕਹਿੰਦੀ ਮੈਂ ਅੱਛਾ ਭਾਈ ਕੋਈ ਨਾ ਵੀ ਲੈ, ਮੈਂ ਬੈਠ ਜਾਓ। ਮੈਂ ਇਹਨਾਂ ਨੂੰ ਕਿਹਾ ਮੈਂ ਚਾਹ ਪਾਣੀ ਬਣਾਓ ਭਾਈ। ਕਹਿੰਦੀ ਮੰਮੀ ਲੈ 2000 ਰੁਪਇਆ ਕੱਢ ਇਸ ਨੂੰ ਦੇ। ਇਹ ਤਾਂ ਕਹਿੰਦੀ ਹੱਥ ਦੇਖਣ ਲੱਗੀ ਮੇਰੇ। ਕਹਿੰਦੀ ਤੁਹਾਡੇ ਤਾਂ ਕਹਿੰਦੀ ਬੁਰਾ ਹਾਲ ਆ। ਫਿਰ ਤਾਂ ਥੋੜ੍ਹੇ ਦਿਨ ਅੰਦਰ ਪਾਣੀ ਖੜਾ ਤਾ ਕੁਦਰਤੀ, ਮੇਰੇ ਅੰਦਰ ਆਗੜੇ ਵੀ 2 ਵਾਰੀ ਬਣਾਇਆ ਹੈ ਮਕਾਨ, ਤਾਂ ਪਾਣੀ ਖੜਿਆ ਭਾਈ। ਮੈਨੂੰ ਕਹਿੰਦੀ ਚੱਲ ਅੰਕਲ ਮੈਂ ਹੁਣ ਜਾਵਾਂਗੀ, ਮੈਂ ਤੇਰੇ ਵਾਸਤੇ ਪੈਸੇ ਇਕੱਠੇ ਕਰਾਂਗੀ। ਮੈਂ ਪੁੱਤ ਤੂੰ ਕਿਸ ਤਰ੍ਹਾਂ ਇਕੱਠੇ ਕਰੇਂਗੀ? ਮੈਂ ਕਹਿੰਦੀ ਕੁਛ ਮਰਜ਼ੀ ਕਰਾਂ, ਤੇਰੇ ਵਾਸਤੇ ਲੱਖ ਰੁਪਇਆ ਤਿਆਰ ਕਰਾਂਗੀ ਮੈਂ। ਦੇਖੋ 14 ਸਾਲ की कुड़ी, ਲੱਖ ਰੁਪਇਆ ਤਿਆਰ ਕਰਿਆ ਉਸਨੇ। ਅੱਛਾ ਜੀ। ਹਾਂ, ਤਾਂ ਮੇਰਾ ਮਕਾਨ ਪਵਾਇਆ ਮਗਰ ਅੱਧਾ ਮਕਾਨ 10-20 ਹਜ਼ਾਰ ਮੈਨੇ ਪਾ ਦਿਆ ਵਿੱਚ, ਚੱਲ ਬਣ ਗਿਆ ਕੰਮ। ਉਹ ਵਿਚਾਰੀ ਫਿਰ ਮੁੜ ਕੇ ਆਈ ਵੀ ਨਹੀਂ, ਦੇਖਣ ਵੀ ਨਹੀਂ ਆਈ ਘਰ। ਉਰੇ ਤੱਕੜ ਪਏ ਆ ਲੋਕ। ਕਿੱਥੋਂ ਸੀ ਜੀ ਉਹ? ਇੰਗਲੈਂਡ ਤੇ ਸੀ, ਬਾਹਰੋਂ। ਅੱਛਾ। ਹਾਂਜੀ, ਹੁਣ ਵੀ ਸਪਾ ਫੋਨ ਹੈਗਾ, ਫੋਨ ਖਾਣੀ ਕਿੱਥੇ ਗਿਆ, ਖੋਇਆ ਗਿਆ। ਇੰਨੀ ਕੁੜੀ ਨਰਮ ਜਮਾਂ ਹੀ। ਮਾਂ ਪੁੱਤ ਤੈਨੂੰ ਕਿਸੇ ਨੇ ਦੱਸਿਆ? ਮੈंने ਕਹਿੰਦੀ ਇੰਗਲੈਂਡ ਉੱਚੇ ਦੇਖੀ ਆ ਫੋਟੋ ਤੇਰੀ, ਵੀਡੀਓ ਰੀਲ ਜਿਹੜੀ ਆਪਣੀ ਪਈ ਹੋਈ ਆ। ਹਾਂਜੀ ਦੇਖ ਲਓ, ਇਹੋ ਜਿਹੇ ਬੱਚੇ ਵੀ ਪਏ ਆ। ਬੜ ਕੇ ਉਸका ਮਾਮਾ ਲੜ ਪਿਆ ਉਰੇ। ਉਸका ਮਾਮਾ ਖਾਣੀ ਕਿਆ ਲੱਗਦਾ ਜਿਹੜਾ ਇੱਧਰ ਇੰਦਰਾਵਸਤੀ 'ਚ। ਕਹਿੰਦੀ ਗੁੱਡੀ ਕਹਿੰਦਾ ਤੈਨੇ ਕੀ ਲੈਣਾ, ਕੋਈ ਪਾਵੇ ਨਾ ਪਾਵੇ ਮਕਾਨ, ਤੈਨੂੰ ਕੀ ਲੋੜ ਆ? ਕਹਿੰਦੀ ਨਾ ਮੈਂ ਜ਼ਬਾਨ ਕਰਕੇ ਆਈ ਹਾਂ। ਕਹਿੰਦੀ ਜ਼ਬਾਨ 'ਤੇ ਨਹੀਂ ਮੈਂ ਮੁੱਕਰਦੀ, ਪੈਸੇ ਇਕੱਠੇ ਕਰਾਂਗੇ। ਨਹੀਂ ਮੈਂ ਪੈਸੇ ਇਕੱਠੇ ਕਰਨ ਲੱਗ ਗਈ। ਜਦ ਲੱਖ ਰੁਪਇਆ ਹੋ ਗਿਆ, ਆਪਣੇ ਉਸਕੇ ਮਾਮੇ ਮੂਮੇ ਲਵੇ ਭੇਜਦਾ ਪੈਸੇ। ਉੱਧਰ ਮੈंने ਕਹਿੰਦੀ ਕੰਮ ਸ਼ੁਰੂ ਕਰ, ਦਿਹਾੜੀਆਂ ਕਰੋ। ਕਹਿੰਦੀ ਤੁਸੀਂ ਜਿਹੜੀਆਂ ਦਿਹਾੜੀਆਂ ਕੇ ਪੈਸੇ ਮੈਂ ਦੇਵਾਂ। ਕਹਿੰਦੀ ਤੇਰਾ ਮੁੰਡਾ ਵੀ ਦਿਹਾੜੀ ਕਰੇ। ਬਈ ਤੁਸੀਂ ਆਪਣੇ ਮਕਾਨ ਦੇ ਵਿੱਚ ਹੀ ਦਿਹਾੜੀ ਕਰੋ, ਪੈਸੇ ਮੈਂ ਦੇਵਾਂਗੀ। ਹਾਂ, ਵੀਡੀਓ ਰੀਲ ਬਣਾਈ ਜੀ ਉਸਨੇ। ਤੁਸੀਂ ਕਹਿੰਦੀ ਵੀਡੀਓ ਰੀਲ ਬਣਾ ਕੇ ਮੈਨੂੰ ਦੇ ਦਿਓ, ਮੈਂ ਜਾਣਾ। ਕਹਿੰਦੀ ਮੇਰਾ ਕੰਮ ਜਾਣਾ। ਬਹੁਤ ਇਹੋ ਜਿਹੇ ਵੀ ਪਏ, ਦੇਖ ਲਓ। ਮੈਂ ਤਾਂ ਜਾਣਾ। ਤੇ ਇੱਕ ਸਾਡੇ ਆਹ ਲੀਡਰ ਆ, ਹਾਂਜੀ ਦੇਖ, ਅਫਸਰ ਆ, ਹਾਂ ਜਿਹੜੇ ਕਹਿੰਦੇ ਸੀ ਦੇਣੀ ਨਹੀਂ। ਹਾਂ ਦੇਖ ਲਓ, ਉਰੇ ਤੱਕ ਲੋਕ ਪਏ ਆ। ਫਿਰ ਤੁਹਾਨੂੰ ਨੈੱਟ 'ਚ ਫੋਟੋ ਦੇਖੀ, ਉਹਨੇ ਕੈਪਟਨ ਨੂੰ ਕਿਵੇਂ ਗਾਲਾਂ ਕੱਢ ਰਹੇ ਲੋਕ ਦੇਖੇ ਆ? ਕੈਪਟਨ ਨੂੰ ਕਿਵੇਂ ਗਾਲਾਂ ਕੱਢਦੇ ਆ? ਕਹਿੰਦਾ ਭੈਣ ਦਾ ਖਤਮ ਸਕਣੀ ਤਾਂ ਦੇਖ ਲੈ। ਆਹ ਦੇ ਕਹਿੰਦਾ ਕਿਵੇਂ ਬੱਠਲ ਚੱਕਦਾ ਫਿਰਦਾ, ਦਿਖਾਈ ਤੈਨੂੰ ਨਾ ਫੋਟੋ ਦੇਖੀ ਹੋਣੀ। ਅੱਛਾ, ਉੱਚ ਵੀ ਗਾਲਾਂ ਕੱਢ ਰਹੇ ਆ ਕੈਪਟਨ ਸਾਹਿਬ ਨੂੰ। ਅੰਨਾ ਉਸ ਨੂੰ ਪਤਾ ਨਹੀਂ, ਸਾਰਾ ਪਤਾ। ਦੇਖਦਾ ਨਹੀਂ ਹੋਏਗਾ ਉਹ ਰਾਤ ਨੂੰ, ਦਿਨ 'ਚ ਰਾਤ ਨੂੰ ਕੱਤਾ ਦੇਖਦੇ ਹੋਗਾ। ਉਰੇ ਸਾਲਾ ਝਾਕਿਆ ਬਣੀ ਪਾ ਕੇ ਪੜਕਾ ਜਾ, ਉਹ ਜਾਂਦਾ ਅੱਧੇ ਕੁ ਤਾਂ ਰਹਿ ਹੀ ਗਏ। ਹਾਂਜੀ ਬਾਪੂ ਜੀ, ਗਿਲਾ ਹੈਗਾ ਕੋਈ ਜ਼ਿੰਦਗੀ ਤੋਂ? ਗਿਲਾ ਤਾਂ ਹੁਣ ਹੈਗਾ ਹੀ ਹੈ ਜੀ, ਵੀ ਬੱਚੇ ਫਿਰਦੇ ਆ ਦੁਖੀ ਹੁੰਦੇ, ਦਿਹਾੜੀਆਂ ਕਰਦੇ ਫਿਰਦੇ ਆ, ਕੋਈ ਕੰਮ ਨਹੀਂ ਕੋਈ ਕਾਰ ਨਹੀਂ, ਬਸ ਟਾਈਮ ਪਾਸ ਆ, ਟਾਈਮ ਕੱਟਿਆ ਹੋਈ ਜਾਂਦਾ। ਅੱਜ ਕੁਛ ਕੱਲ੍ਹ ਕੁਛ, ਬਸ ਅੱਜ ਦਿਨ ਲੰਘ ਗਿਆ, ਕੱਲ੍ਹ ਨੂੰ ਦਿਨ ਲੰਘ ਗਿਆ, ਬਸ ਟਾਈਮ ਕੱਟਿਆ। ਬਾਕੀ ਦਾ ਬੁਰਾ ਹਾਲ ਆ। ਇਹ ਬਾਪੂ ਜੀ ਬੜੇ ਸ਼ਹੀਦ ਪਰਿਵਾਰਾਂ ਦੀ ਕਹਾਣੀ ਹੈ, ਜਿਨ੍ਹਾਂ ਨੇ ਤਾਂ ਸ਼ਹੀਦੀਆਂ ਦਿੱਤੀਆਂ ਨੇ ਦੇਸ਼ ਦੇ ਲਈ, ਹੈ ਨਾ, ਕੌਮ ਦੇ ਲਈ। ਉਹਨਾਂ ਦੇ ਤਾਂ ਪਰਿਵਾਰ ਇੱਦਾਂ ਰੁਲ ਰਹੇ ਆ। ਸ਼ਾਇਦ ਜਿਹੜੇ ਉਸ ਸਮੇਂ ਦੇ ਗਦਾਰ ਰਹੇ ਹੋਣਗੇ ਤੇ ਉਹ ਅੱਜ ਵੱਡੀਆਂ ਉਪਾਧੀਆਂ ਤੇ ਵੀ ਬੈਠੇ ਆ। ਇਹ ਚੀਜ਼ਾਂ ਹੀ ਕਿਉਂ ਲੱਗਦੀਆਂ? ਗਦਾਰ ਹੀ ਇਹ ਸਾਰੇ ਗਦਾਰ ਨੇ। ਚੰਗਾ ਕੌਣ ਇਹਨਾਂ 'ਚ? ਸਾਰੇ ਗਦਾਰ ਆ ਇਹ, ਸਭ ਆਪਣੀਆਂ ਰੋਟੀਆਂ ਸੇਕਦੇ ਆ ਜੀ। ਇਹ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਹੈਗੇ। ਬੁਲਾ ਜ਼ਰੂਰ ਲੈਂਦੇ ਆ ਉੱਥੇ, ਕੋਈ ਗੱਲ ਨਹੀਂ ਕਹਿੰਦੇ। ਮੈंने ਬਹੁਤ ਵਾਰੀ ਕਿਹਾ, ਮੈਂ ਮੇਰਾ ਲੈਟਰ ਨੌਕਰੀ ਆਈ ਹੋਈ ਆ ਨਾ, ਬਸ ਪਹੁੰਚਾ ਦੀ ਅੱਗੇ ਚੱਲ, ਇਹ ਕਹਿ ਦਿੰਦੇ ਆ ਬਸ ਨੂੰ ਟਾਲ ਕੇ ਤੋਰ ਦਿੰਦੇ ਆ ਘਰ ਨੂੰ। ਬਹੁਤ ਵਾਰੀ ਅਰਜ਼ੀਆਂ ਫੜਾ ਦੇਣ ਜੀ, ਮੈਂ ਸੰਭ ਗਿਆ। ਘੱਟ ਤੋਂ ਘੱਟ 50 ਅਰਜ਼ੀਆਂ ਦਾ ਮੈਂ ਦਮ ਨੂੰ ਦਿਆ। ਦਮਨ ਥਿੰਦ ਬਾਜ। ਹਾਂ, ਕੋਈ ਗੌਰ ਨਹੀਂ ਕਰੀ ਮੇਰੀ। ਛੇਕ ਨੂੰ ਜਵਾਬ ਦੇ ਦਿੱਤਾ, ਕਹਿੰਦਾ ਤੁਸੀਂ ਕੁਛ ਨਹੀਂ ਲੱਗਦੇ। ਹਾਂ ਜੀ ਕਹਦੇ। ਇਹ ਕਿਹਦੇ ਲਫ਼ਜ਼ ਸੀ? ਪਤਾ ਨਹੀਂ ਕਿਹਾ ਕਿਹਨੇ ਸੀ ਇਹ?
ਉਹ ਵੀ ਹੈ। ਕਾਂਗਰਸ ਸਰਕਾਰ ਵੱਲੋਂ ਹੀ ਕਿਹਾ ਜਾਣ ਲੱਗ ਗਿਆ, ਕਿਉਂਕਿ ਇਹਨਾਂ ਨੂੰ ਹੁਣ ਨੌਕਰੀ ਦੇਣ ਤੋਂ ਸ਼ਰਮ ਮੰਨ ਰਹੇ ਨੇ ਜੀ। ਨੌਕਰੀ ਤਾਂ ਦੇ ਨਹੀਂ ਸਕਦੇ ਜੀ। ਹੁਣ ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਕਾਂਗਰਸੀਆਂ ਨੇ ਵੀ ਐਂ ਕਹਿੰਦੇ ਤੁਸੀਂ ਤਾਂ ਵਾਰਸ ਨਹੀਂ ਹੈਗੇ। ਅੱਛਾ, ਇਹ ਚੀਜ਼ ਕਹੀ ਤੀ। ਹਾਂ ਤੇ ਫਿਰ ਜਦੋਂ ਸਾਡੇ ਕੋਲੇ ਬਾਪੂ ਜੀ ਕੁਰਸੀਨਾਮਾ ਹੈਗਾ ਤਾਂ ਸਭ ਕੁਝ ਸਾਡੇ ਕੋਲ ਹੈਗਾ, ਫਿਰ ਕਿਉਂ ਨਹੀਂ ਵਾਰਸ ਮੰਨ ਰਹੇ? ਮੈंने ਪਹਿਲੀ ਵੀ ਖਬਰ ਲਵਾਈ ਆ, ਮੈंने ਪਹਿਲਾਂ ਵੀ ਕਿਹਾ ਮੈंने ਵੀ ਕੁਰਸੀਨਾਮਾ ਚੱਕੀ ਫਿਰਦੇ ਸੀ। ਇਹ ਪਟਵਾਰੀ ਬੋਲੋ ਜਿਹੜੇ ਲਿਖਦੀ ਕਿ ਕੁਰਸੀਨਾਮਾ ਲਿਖ ਕੇ ਤਾਂ ਕੱਢ ਕੇ ਦਿੱਤਾ। ਹੁਣ ਦੇਖੋ ਕਿਆ ਬਣਦਾ। ਹੁਣ ਬੁਲਾਏ ਤੇ ਇਹਨਾਂ ਨੇ ਉੱਥੇ ਵੀ 9 ਬੋਲੀ ਗਏ, ਆ ਫਲਾਣਾ 9 ਧਿਮਕਾ 9 ਜੀਤ ਸਿੰਘ ਬਚਨ ਸਿੰਘ, ਬਸ 9 ਜੇ ਬੋਲੀ ਗਏ। ਕੈਪਟਨ ਸਾਹਿਬ ਸਾਰਾ 3-4 ਮਿੰਟ ਖੜਿਆ ਉੱਥੇ ਬਾਗਾ ਜਦੀ, ਉਦੋਂ ਬਾਅਦ ਚਲੇ ਗਏ। ਬਸ ਖੜੇ ਹੀ ਨਹੀਂ ਜੀ, ਪੁੱਛਿਆ ਹੀ ਨਹੀਂ ਕਿਸੇ ਨੂੰ। ਡੀਸੀ ਨੂੰ ਫੜਾ ਦੀਆਂ ਬਸ ਚਿੱਠੀਆਂ ਜਾਂ ਉਹਨੇ ਫੜਾਈਆਂ ਸੀ ਨੇ। ਉਹ ਡੀਸੀ ਨੇ ਕਿਆ ਕਰਨਾ? ਡੀਸੀ ਦਾ ਡੁੱਲਣਾ ਜਮੇ ਪਾਗਲਾ ਉਹ ਤਾਂ ਕਣਕੇ ਵੱਢਣ ਜੋਗਾ ਦੇਖਿਆ ਹੁਣ। ਤੈਨੂੰ ਪਹਿਲਾਂ ਕਣਕ ਵੱਢਦਾ ਸੀ, ਵੱਢੀ ਬਾਤ। ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ, ਗੁਹਾਰ ਕੀ ਲਾਉਣੀ ਚਾਹੋਗੇ? ਗੁਹਾਰ ਤਾਂ ਅਸੀਂ ਇਹੀ ਲਾਣੇ ਜੀ। ਆਪਾਂ ਨੇ ਕਾਹਦੀ ਗੁਹਾਰ ਲਾਣੀ? ਅਸੀਂ ਕਹਿੰਦੇ ਵੀ ਸਾਡੀ ਨੌਕਰੀ ਮਿਲ ਜੇ, ਚੱਲ ਛੋਟੀ ਮੋਟੀ ਮਿਲ ਜੇ ਨੌਕਰੀ, ਬਸ ਇਹ ਸਰਕਾਰ ਕੇ ਧੰਨਵਾਦ ਆ। ਕੈਪਟਨ ਸਾਹਿਬ ਸਾਨੂੰ ਨੌਕਰੀ ਦੇ ਦੇ ਵਿਚਾਲੇ, ਇੰਨਾ ਬੜਾ ਇਹਨਾਂ ਦਾ ਧੰਨਵਾਦ ਕਰਾਂਗੇ ਅਸੀਂ। ਗੱਲ ਕੁਛ ਵੀ ਨਹੀਂ, ਛੋਟੀ ਮੋਟੀ ਨੌਕਰੀ ਦੇ ਦੇ ਵਿਚਾਲ ਜਵਾਕ ਨੂੰ ਸਾਨੂੰ, ਹੋਰ ਤਾਂ ਕਿਹਾ ਜੀ। ਹਾਂਜੀ ਤੁਸੀਂ ਤਾਂ ਪੀਣ ਤੱਕ ਦੀ ਮੰਗ ਹਾਂ। ਕਰਦੇ ਹੋ, ਯਾਰ ਪੀਣ ਹੀ ਲਾ ਦੇ। ਗੱਲ ਤਾਂ ਉਹੀ ਆ ਜੀ। ਅਸੀਂ ਗੁਹਾਰ ਜੋ ਲਾਉਣ ਜੋਗੇ ਕਿੱਥੇ ਆ, ਕੰਮ ਨਹੀਂ ਕਾਰ ਨਹੀਂ, ਵਿਹਲੇ ਫਿਰਦੇ ਆ ਜੀ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕੀ ਕਰਾਂਗੇ ਮਾੜਾ ਕਹਿ ਕੇ? ਫਿਰ ਕਿਹੜਾ ਸੁਣਦੀਆਂ ਇਹ? ਕੁਛ ਮਰਜ਼ੀ ਕਰੀ ਜਾਓ। ਲੋਕ ਧਰਨੇ ਲਈ ਬੈਠੇ ਆ, 2-3 ਲੱਖ ਬੰਦਾ ਉੱਥੇ ਬੈਠਾ ਦੇਖੋ, ਪੁੱਛਦਾ ਨਹੀਂ ਕੋਈ। ਉਹ ਵਿਚਾਰੇ ਕਿਆ ਕਰੇ? 500 ਬੰਦਾ ਸ਼ਹੀਦ ਹੋ ਗਿਆ, 600 ਬੰਦਾ, ਫਿਰ ਉਹਨਾਂ ਨੂੰ ਕੀ ਨੌਕਰੀ ਦਾ ਐਲਾਨ ਕਰਦੇ ਆ। ਅੱਛਾ ਬਾਪੂ ਜੀ, ਇੱਕ ਚੀਜ਼ ਹੋਰ ਦੱਸੋ। ਹੁਣ ਜਿਹੜੇ ਸਰੋਤੇ ਆਪਾਂ ਨੂੰ ਦੇਖ ਰਹੇ ਹੋਣਗੇ, ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਬਹੁਤਿਆਂ ਨੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਹੁੰਚੇ ਨਹੀਂ, ਸੋ ਮੈਂ ਚਾਹੂੰਗਾ ਆਪਣਾ ਪੱਕਾ ਐਡਰੈਸ ਤੇ ਹਾਲਾਂਕਿ ਨੰਬਰ ਤਾਂ ਅਸੀਂ ਟੀਵੀ ਸਕਰੀਨ ਤੇ ਵੀ ਤੁਹਾਡਾ ਦੇਵਾਂਗੇ। ਜਿਹੜੇ ਰਾਬਤਾ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਸਿੱਧਾ ਰਾਬਤਾ ਕਰ ਲੈਣ, ਪਰ ਜਿਹੜੇ ਨੇੜੇ ਤੇੜੇ ਦੇ ਆਂਢ ਗੁਆਂਢ ਦੇ ਕੋਈ ਰਾਬਤਾ ਕਰਨਾ ਚਾਹੁੰਦੇ ਆ, ਮੈਂ ਚਾਹੂੰਗਾ ਕਿ ਆਪਦਾ ਪੂਰਾ ਐਡਰੈਸ ਪੱਕਾ ਦੱਸ ਦਿਓ ਕਿ ਭਈ ਜੇ ਕਿਸੇ ਨੇ ਆਉਣਾ ਤਾਂ ਇਸ ਜਗ੍ਹਾ ਤੇ ਆਵੇ। ਐਡਰੈਸ ਜ਼ਰੂਰ ਦੱਸੋ। ਐਡਰੈਸ ਪੱਕਾ ਲਿਖਿਓ ਜੀ, ਤੂੰ ਦੱਸ। ਐਡਰੈਸ ਹੈ ਜੀ ਆਪਣਾ ਸਨੀਮਾ ਰੋਡ, ਦਸ਼ਮੇਸ਼ ਕਲੋਨੀ, ਗਲੀ ਨੰਬਰ 2, ਨੇੜੇ ਸ਼ੀਸ਼ੂ ਭਾਰਤੀ ਸਕੂਲ ਜੀ, ਸੁਨਾਮ, ਜ਼ਿਲ੍ਹਾ ਸੰਗਰੂਰ ਜੀ। ਤਹਿਸੀਲ ਸੁਨਾਮ ਹੈ, ਜ਼ਿਲ੍ਹਾ ਸੰਗਰੂਰ ਹੈ ਜੀ। ਇੱਕ ਵਾਰੀ ਨੰਬਰ ਬੋਲ ਦਿਓ ਬਈ ਆਪਦਾ। 98158 18647 ਜੀ। 98158 18647 ਜੀ। ਭਾਈ ਜੀ ਤੁਹਾਡੀ ਕੀ ਰਹੇਗੀ ਆਖਰੀ ਸਰਕਾਰ ਤੱਕ ਗੁਹਾਰ, ਕੀ ਰਹੇਗੀ? ਸਰਕਾਰ ਨੂੰ ਅਪੀਲ ਕੀ ਕਰਨਾ ਚਾਹੋਗੇ, ਕਹਿਣਾ ਕੀ ਚਾਹੋਗੇ? ਮੈਂ ਤਾਂ ਇਹੀ ਕਰੂੰਗਾ ਜੀ ਅਪੀਲ ਵੀ ਸ਼ਹੀਦ ਦੇ ਜਿਹੜੇ ਸੁਪਨੇ ਸੀਗੇ, ਚਲੋ ਅਸੀਂ ਮੰਨਦੇ ਜੀ, ਅੱਜ ਮਿਊਜ਼ੀਅਮ ਬਣ ਗਿਆ, ਬਹੁਤ ਖੁਸ਼ੀ ਹੈ। ਅਤੇ ਉਹ ਜਿੱਥੇ ਸਰਕਾਰ ਨੂੰ ਚੰਗਾ ਕਹਿਣਾ ਬਣਦਾ ਸੀ, ਧੰਨਵਾਦ ਵੀ ਕਰਦੇ ਹਾਂ ਜੀ ਕੈਪਟਨ ਸਾਹਿਬ ਦਾ। ਪਰ ਮੈਂ ਤਾਂ ਕੈਪਟਨ ਸਾਹਿਬ ਤੱਕ ਇੱਕੋ ਹੀ ਬੇਨਤੀ ਕਰਦਾ ਵੀ ਜਿੱਥੇ ਆਪਾਂ ਸ਼ਹੀਦ ਦੀਆਂ ਯਾਦਾਂ ਨੂੰ ਲਿਆਉਣ, ਉੱਥੋਂ ਮੰਗਾਉਣ ਵਿੱਚ ਵੀ ਧਿਆਨ ਨਹੀਂ ਦੇ ਰਹੇ। ਬਾਹਰੋਂ ਯਾਦਾਂ ਮੰਗਾਈਆਂ ਜਾਣ, ਜਿੰਨੀਆਂ ਵੀ ਇੰਗਲੈਂਡ ਦੇ ਵਿੱਚ ਸ਼ਹੀਦ ਆਜ਼ਮ ਊਧਮ ਸਿੰਘ ਦੀਆਂ ਪਈਆਂ ਨੇ। ਬਾਕੀ ਦੇਖੋ ਜੀ, ਅਸੀਂ ਕੋਈ ਰੁਪਈਆ ਨਹੀਂ ਸਰਕਾਰ ਤੋਂ ਮੰਗਦੇ, ਅਸੀਂ ਇੱਕ ਆਪਣਾ ਹੱਕ ਮੰਗਦੇ ਹਾਂ ਜੀ ਵੀ ਇੱਕ ਨੌਕਰੀ ਦੇ ਕੇ ਸਾਡਾ ਪਾਪਾ ਜੀ ਦਾ ਮੈਂ ਗੁਜ਼ਾਰਾ ਚੱਲ ਸਕੇ ਜੀ। ਕਿਉਂਕਿ ਦਿਹਾੜੀ ਕੰਮ ਕਰ ਹੈ ਨਹੀਂ, ਤੁਹਾਨੂੰ ਹੀ ਪਤਾ ਜੀ, ਅਤੇ ਦਿਹਾੜੀ ਰੋਜ਼ ਲੱਗਦੀ ਕੋਈ ਨਹੀਂ ਜੀ। ਮੇਰੇ ਵੀ 2 ਬੱਚੇ ਨੇ, ਭਰਾ ਦੇ ਵੀ ਬੱਚਾ ਜੀ, ਅਤੇ ਘਰ ਦਾ ਮਤਲਬ ਗੁਜ਼ਾਰਾ ਚੱਲੀ ਜਾਵੇ, ਸਾਨੂੰ ਹੋਰ ਇਸ ਤੋਂ ਕੋਈ। ਹੁਣ ਜੇ ਮੈਂ ਗੱਲ ਕਰਾਂ, ਹੁਣ ਦੇ ਮੌਜੂਦਾ ਸਮੇਂ ਦੀ ਗੱਲ ਕਰਾਂ, ਮਹੀਨੇ ਦੇ ਵਿੱਚ ਜਿੱਦਾਂ ਹੁਣ ਬਾਪੂ ਜੀ ਤਾਂ ਚਲੋ ਘਰੇ ਬੈਠਿਆ, ਤੁਸੀਂ ਦੋਨੋਂ ਭਰਾ ਦਿਹਾੜੀਆਂ ਕਰਕੇ ਕਿੰਨੇ ਕੁ ਰੁਪਈਏ ਇੱਕ ਮਹੀਨੇ ਦੇ ਕਮਾ ਲੈਂਦੇ ਹੋ? 350 ਦਿਹਾੜੀ ਜੀ ਬਣਦੀ ਹੈ ਜੀ। ਰੰਗ ਰੋਗ ਉਹ ਵੀ ਕਦੀ ਜੀ, ਕਿਉਂਕਿ ਜੇ ਰੰਗ ਦਾ ਜੇ ਇੱਕ ਕਮਰਾ ਹੀ ਮਿਲਦਾ 2 ਦਿਨਾਂ 'ਚ ਕਮਰਾ ਰੰਗ ਹੋ ਜਾਂਦੇ। ਹੁਣ 700 ਰੁਪਇਆ ਇਹ ਨਹੀਂ ਪਤਾ, ਉਹ ਤੋਂ ਬਾਅਦ 10 ਦਿਨ ਦਿਹਾੜੀ ਨਾ ਲੱਗੇ ਜੀ। ਉਹ ਤੁਸੀਂ ਲਾ ਲਓ ਵੀ 700 ਨਾਲ ਮਹੀਨੇ ਦਾ ਗੁਜ਼ਾਰਾ ਕਿਵੇਂ ਚੱਲੂਗਾ ਜੀ। ਹਾਂਜੀ ਕਦੇ ਇਹ ਵੀ ਹੁੰਦਾ ਵੀ 700 ਮਹੀਨੇ ਦਾ ਬਣਦਾ। ਹਾਂਜੀ ਬਸ ਐਂ ਹੀ ਲਾ ਲਓ ਵੀ ਰਾਸ਼ਨ ਕਾਰਡ ਹੈਗਾ ਜੀ, ਉਹ ਕਣਕ ਮਿਲ ਜਾਂਦੀ ਹੈ ਜੀ ਫਰੀ ਵਾਲੀ, ਵੀ ਤਾਂ ਕਰਕੇ ਆਪਣਾ ਬਿਜਲੀ ਫਰੀ ਹੈ, ਆਪਣਾ ਉਹ ਕਰਾਇਆ ਹੋਇਆ ਜੀ ਆਪਾਂ ਨੂੰ BPL ਕਾਰਡ ਕਰਕੇ ਜੀ, ਤਾਂ ਮਤਲਬ ਗੁਜ਼ਾਰਾ ਚੱਲੀ ਜਾਂਦਾ ਜੀ। ਹਾਂਜੀ। ਸੋ ਬਾਪੂ ਜੀ, ਅਸੀਂ ਵੀ ਆਸ ਇਹੀ ਕਰਦੇ ਹਾਂ ਕਿ ਤੁਹਾਡੀ ਜਿਹੜੀ ਬੇਨਤੀ ਹੈ ਇਹ ਸਰਕਾਰ ਤੱਕ ਜ਼ਰੂਰ ਪਹੁੰਚੂਗੀ ਅਤੇ ਸਰਕਾਰ ਇਸ ਗੱਲ 'ਤੇ ਗੌਰ ਜ਼ਰੂਰ ਕਰੂਗੀ। ਬਾਕੀ ਤੁਹਾਡਾ ਸੰਪਰਕ ਨੰਬਰ ਜ਼ਰੂਰ ਜਿਹੜਾ ਅਸੀਂ ਵਿੱਚ ਮੈਂਸ਼ਨ ਕਰਾਂਗੇ, ਤਾਂ ਜੋ ਜਿਹੜੇ ਵੀਰ ਭਰਾ ਤੁਹਾਡੇ ਤੱਕ ਪਹੁੰਚ ਕਰਨੀ ਚਾਹੁੰਦੇ ਹੋ, ਤੁਹਾਡੇ ਤੱਕ ਜਿਹੜੇ ਪਹੁੰਚ ਜ਼ਰੂਰ ਕਰ ਲੈਣ। ਸਾਡੇ ਨਾਂ 'ਤੇ ਪਹਿਲਾਂ ਪੈਸੇ ਲੈ ਗਏ ਜੀ ਲੋਕ ਬਹੁਤ। ਅੱਛਾ ਜੀ। ਹਾਂ, ਉਹਨੇ ਨੰਬਰ ਨਹੀਂ ਪਾਇਆ ਕਿਸੇ ਨੂੰ, DC ਦਫ਼ਤਰ ਤੋਂ ਪੈਸੇ ਲੈ ਗਏ, DC ਪਾਸ ਪੈਸੇ ਆ ਗਏ, ਕੋਈ ਹੋਰ ਹੀ ਲੈ ਗਿਆ ਪੈਸੇ। ਜਦ ਬਾਹਰੋਂ ਫੋਨ ਕਰਿਆ ਦਿੱਲੀ ਦਾ ਕਿਸੇ ਨੇ, ਜਨਾਨੀ ਨੇ, ਕਹਿੰਦੀ ਮੈਂ ਤਾਂ DC ਲਵੇ ਪੈਸੇ ਭੇਜਦੇ ਸੀ, ਮੈਨੂੰ ਕੀ ਪਤਾ, ਕਹਿੰਦੀ ਕੌਣ ਲੈ ਗਿਆ। ਦੇਖੋ ਇਹ ਬੋਲਿਆ ਅਗਲਾ, DC ਕਹਿੰਦਾ ਮੈਂ ਤਾਂ ਦੇ ਦੇ ਜੀ ਪੈਸੇ ਤੁਹਾਡੇ ਵਾਰਸਾਂ ਨੂੰ, ਹੋਰ ਹੀ ਲੈ ਗਿਆ ਕੋਈ। ਬੋਲੋ ਜੀ, ਇਹ ਵੀ ਕੰਮ ਹੈਗਾ? ਮੈਂ ਤਾਂ ਹੈਰਾਨ ਰਹੀ ਜਾਂ ਝੂਠ ਬੋਲ ਕੇ ਵੀ ਅਸੀਂ ਵਾਰਸਾਂ, ਇਹ ਕੰਮ ਚੱਲ ਰਿਹਾ ਉਰੇ। ਇਹ ਵੀ ਚੀਜ਼ ਹਾਂ ਦੇਖ ਲਓ, ਤਾਂ ਕਹਿਣਾ ਵੀ ਫੋਨ ਨੰਬਰ ਜ਼ਰੂਰ ਪਾ ਦਿਓ ਵਿੱਚ, ਪੱਕੇ ਬੰਦ ਲਾਈਓ ਹਰੇਕ ਥਾਂ, ਸਾਰੇ ਮਤਲਬ ਉਹ ਕਰ ਦਿਓ ਜਾਂ ਵੀਡੀਓ ਰੀਲ ਜਿਹੜੀ ਬਣਾਓਗੇ ਨਾ ਤੁਸੀਂ,
ਜੀ ਜ਼ਰੂਰ ਜ਼ਰੂਰ ਬਾਪੂ ਜੀ। ਬਾਕੀ ਆਪਾਂ ਤੁਹਾਡਾ ਅਕਾਊਂਟ ਨੰਬਰ ਹੋਇਆ ਤਾਂ ਉਹ ਵੀ ਜ਼ਰੂਰ ਮੈਂਸ਼ਨ ਕਰਦਾ, ਜਿਹੜਾ ਕੋਈ ਵੀਰ ਭਰਾ। ਹਾਂ ਜ਼ਰੂਰ ਜੀ, ਇਹ ਸਾਰੇ ਇਹ ਜਿਹੜੇ ਹੈਗੇ ਇਹ ਵੀ ਆਪਾਂ ਜ਼ਰੂਰ ਰਾਸ਼ਟਰਪਤੀ ਦੇ ਪ੍ਰੂਫ ਤੁਸੀਂ ਦੇਖ ਲਓ, ਮੈਨੇ ਬਹੁਤ ਰਾਸ਼ਟਰਪਤੀ ਚਿੱਠੀਆਂ ਪਾਈਆਂ, ਇਹਨਾਂ ਸਰਕਾਰਾਂ ਨੇ ਇੱਕ ਨਹੀਂ ਸੁਣੀ। ਐਡੀ ਢੀਠ ਸਰਕਾਰ ਆ ਇਹ। ਰਾਸ਼ਟਰਪਤੀ ਦੇ ਪ੍ਰੂਫ ਮਤਲਬ ਸਾਰੇ ਪਏ ਦੇਖ ਲਓ ਕਿੰਨੇ ਪ੍ਰੂਫ ਆ। ਇਹਨਾਂ ਨੇ ਮਾਂ ਦੇ ਪੁੱਤਾਂ ਨੇ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਵੀ ਨੌਕਰੀ ਦੇਵੇਂ ਨਾ ਦੇਵੇਂ ਤੈਨੂੰ। ਅੱਛਾ ਜੀ। ਹਾਂਜੀ ਦੇਖ ਲਓ, ਰਾਸ਼ਟਰਪਤੀ ਨੇ ਕੋਈ ਉਹ ਨਹੀਂ ਕਰਿਆ, ਮਤਲਬ ਇਹ ਦੇਖੋ ਕਿੰਨੇ ਪ੍ਰੂਫ ਲਿਖਦਾ। ਹੁਣ ਜੇ ਉਸਨੇ ਭੇਜਿਆ ਤਾਂ ਹੀ ਆਏ ਆ ਜੀ। ਇਹ ਇਸकी ਨੌਕਰੀ ਬਾਰੇ ਬਹੁਤ ਭੱਜਾ ਫਿਰਿਆ ਜੀ ਮੈਂ, ਹਾਰ ਕੇ ਹੰਭ ਗਿਆ, ਹੁਣ ਹਟ ਗਿਆ, ਮੈਂ ਕੀ ਕਰਾਂਗਾ। ਦੇਖ ਲਓ ਹਾਂ, ਇਹ ਰਾਸ਼ਟਰਪਤੀ ਵਾਲੇ ਦੇਖ ਲਓ ਪ੍ਰੂਫ ਕਿੰਨੇ ਆ, ਫੈਕਸ ਨੰਬਰ ਵੀ ਸਾਰਾ ਕੁਝ ਹੈ। ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਟੀਵੀ ਸਕਰੀਨ ਦੇ ਉੱਪਰ ਕਿ ਜਿਵੇਂ ਮੈਂ ਦੱਸਿਆ ਸੀ ਕਿ ਨਾ ਤਾਂ ਕੋਈ ਪੰਜਾਬ ਦਾ ਲੀਡਰ ਸ਼ਾਇਦ ਕੋਈ ਨਹੀਂ ਛੱਡਿਆ ਹੋਣਾ, ਕੋਈ ਆਫੀਸਰ ਨਹੀਂ ਛੱਡਿਆ ਹੋਣਾ, ਦਿੱਲੀ ਤੱਕ ਵੀ ਜਾਏ, ਰਾਸ਼ਟਰਪਤੀ ਤੱਕ ਵੀ ਪਹੁੰਚ ਜਿਹੜੀ ਆ ਕੀਤੀ ਆ, ਪਰ ਮਿਲਿਆ ਕੀ ਆ ਅਖੀਰ ਦੇ ਵਿੱਚ? ਧੱਕੇ ਹੀ ਮਿਲੇ ਆ। ਸੋ ਅਸੀਂ ਵੀ ਗੁਜ਼ਾਰਿਸ਼ ਆਪਣੇ ਮਾਧਿਅਮ ਦੇ ਰਾਹੀਂ ਇਹੀ ਕਰਦੇ ਹਾਂ ਕਿ ਸ਼ਹੀਦ ਜਿਹੜੇ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ, ਉਹਨਾਂ ਦੇ ਪਰਿਵਾਰ ਦਾ ਅੱਜ ਦਾ ਹਾਲ ਦੇਖ ਕੇ ਜੇ ਮੈਂ ਸੱਚ ਦੱਸਾਂ ਤਾਂ ਮੇਰੀ ਖੁਦ ਦੀ ਅੱਖ ਵੀ ਰੋ ਰਹੀ ਆ, ਮੇਰਾ ਖੁਦ ਦਾ ਦਿਲ ਵੀ ਰੋ ਰਿਹਾ ਕਿ ਯਾਰ ਪਰਿਵਾਰਾਂ ਦੇ ਨਾਲ, ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਇਦਾਂ ਦਾ ਕੁਝ ਹੋਣਾ ਚਾਹੀਦਾ। ਕਿਤੇ ਇਹਨਾਂ ਨੂੰ ਉਹ ਵੱਡੀਆਂ ਕੁਰਸੀਆਂ ਮਿਲਣੀਆਂ ਚਾਹੀਦੀਆਂ ਸੀ, ਉਹ ਵੱਡੀਆਂ ਵੱਡੀਆਂ ਉਪਾਧੀਆਂ ਮਿਲਣੀਆਂ ਚਾਹੀਦੀਆਂ ਸੀ ਜਿਹੜੀਆਂ ਸ਼ਾਇਦ ਅੱਜ ਉਹਨਾਂ ਲੀਡਰਾਂ ਨੂੰ ਮਿਲੀਆਂ ਹੋਈਆਂ ਨੇ, ਜਿਹੜੇ ਲੀਡਰ ਇਹਦੇ ਲਾਇਕ ਤੱਕ ਹੈ ਨਹੀਂ ਬਾਈ। ਪਰ ਦੂਸਰੇ ਪਾਸੇ ਇਹ ਪਰਿਵਾਰ ਬੈਠਾ ਆ, ਆਪਣਾ ਸਭ ਕੁਝ ਇਹਨਾਂ ਨੂੰ ਅਨਾਉਂਸ ਤੱਕ ਹੋ ਚੁੱਕਿਆ ਕਿ ਭਾਈ ਤੁਹਾਨੂੰ ਨੌਕਰੀ ਮਿਲੂਗੀ, ਪਰ ਨੌਕਰੀ ਹਾਲੇ ਤੱਕ ਨਹੀਂ ਮਿਲੀ। ਹੋਰ ਦੇਖ ਲਓ, ਇਦੋਂ ਵੱਧ ਸ਼ਰਮ ਦੀ ਗੱਲ ਕੀ ਹੋ, ਨਲਾਇਕੀ ਦੀ ਗੱਲ ਕੀ ਹੋ ਕਿ ਪਰਿਵਾਰ ਕਹਿੰਦਾ ਯਾਰ ਸਾਨੂੰ ਪੀਐਨ ਦੀ ਨੌਕਰੀ ਦੇ ਦਿਓ, 15-20 ਹਜ਼ਾਰ ਦੀ ਜਿਹੜੀ ਆ ਪੀਐਨ ਦੀ ਨੌਕਰੀ ਦੇ ਦਿਓ। ਗੁਜ਼ਾਰਾ ਪਰਿਵਾਰ ਦਾ ਚੱਲਦਾ ਦਿਹਾੜੀਆਂ ਕਰਕੇ। ਬਾਈ ਹੋਰਾਂ ਦੇ ਦੱਸਣ ਮੁਤਾਬਕ 300-350 ਦਿਹਾੜੀ ਲੱਗਦੀ ਆ, ਕਦੇ ਕਦੇ ਮਹੀਨੇ ਦੇ ਵਿੱਚ ਦਿਹਾੜੀ 10 ਦਿਨਾਂ ਬਾਅਦ ਲੱਗਦੀ ਆ ਜਾਂ 20 ਦਿਨਾਂ ਬਾਅਦ ਲੱਗਦੀ ਆ। ਮੈਨੂੰ ਲੱਗਦਾ ਸ਼ਾਇਦ ਕਹਿਣ ਨੂੰ ਕੁਝ ਬਚਿਆ ਨਹੀਂ ਇਸ ਤੋਂ ਬਾਅਦ। ਜੇਕਰ ਅਸੀਂ ਇਹਨਾਂ ਸ਼ਹੀਦਾਂ ਦੇ ਨਾਮ 'ਤੇ ਅਜਾਇਬ ਘਰ ਬਣਾ ਸਕਦੇ ਹਾਂ, ਮਿਊਜ਼ੀਅਮ ਬਣਾ ਸਕਦੇ ਹਾਂ, ਬੜੀ ਵਧੀਆ ਗੱਲ ਆ। ਐਪਰੀਸ਼ੀਏਟ ਕਰਦੇ ਹਾਂ ਸਰਕਾਰ ਦੇ ਇਸ ਉਦਮ ਨੂੰ, ਸਰਕਾਰ ਦੇ ਇਸ ਕਦਮ ਨੂੰ ਸਲਾਮ ਵੀ ਕਰਦੇ ਹਾਂ, ਪਰ ਉਹਦੇ ਨਾਲ ਯਾਰ ਪਰਿਵਾਰਾਂ ਦਾ ਹਾਲ ਚਾਲ ਵੀ ਪੁੱਛਿਆ ਜਾਣਾ ਚਾਹੀਦਾ। ਯਾਰ ਅਸੀਂ ਕਿਉਂ ਸ਼ਹੀਦੀ ਦਿਹਾੜੇ ਤੇ ਜਨਮ ਦਿਹਾੜੇ 'ਤੇ ਪਰਿਵਾਰਾਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਪਰਿਵਾਰਾਂ ਦੇ ਲਈ ਜਾਂ ਉਹਨਾਂ ਸ਼ਹੀਦਾਂ ਦੇ ਲਈ ਸਿਰਫ 2 ਦਿਨ ਹੀ ਬਣੇ ਆ, ਜਿਸ ਦਿਨ ਜਨਮ ਹੋਇਆ ਤੇ ਜਿਸ ਦਿਨ ਸ਼ਹੀਦੀ ਦਿਹਾੜਾ ਆ। ਤਾਂ ਹੋਰ ਦਿਨ ਜਿਹੜੇ ਹੋਰ ਸਾਲ ਦੇ ਦਿਨ ਆ, ਕਿਉਂਕਿ ਰੋਟੀ ਤਾਂ ਹਰ ਦਿਨ, ਢਿੱਡ ਨੂੰ ਹਰ ਦਿਨ ਰੋਟੀ ਚਾਹੀਦੀ ਆ ਬਾਈ, 2 ਦਿਨ ਰੋਟੀ ਨਹੀਂ ਚਾਹੀਦੀ। ਅਸੀਂ 2 ਦਿਨ ਹਾਲ ਚਾਲ ਪੁੱਛ ਕੇ ਚਲੇ ਜਾਂਦੇ ਹਾਂ, ਉਸ ਤੋਂ ਬਾਅਦ ਨਹੀਂ ਪਤਾ ਲੱਗਦਾ ਪਰਿਵਾਰ ਕਿੱਥੇ ਆ, ਕਿਸ ਹਾਲਾਤਾਂ ਦੇ ਵਿੱਚ ਆ। ਸੋ ਅੱਜ ਵਾਕਿਆ ਦੇ ਵਿੱਚ ਹੀ ਮੁਲਾਕਾਤ ਦੇ ਵਿੱਚ ਬੋਲ ਤੁਹਾਨੂੰ ਲੱਗੇ ਹੋਣਗੇ, ਥੋੜ੍ਹੇ ਕੌੜੇ ਜ਼ਰੂਰ ਲੱਗੇ ਹੋਣਗੇ, ਪਰ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ, ਇੱਕ ਆਜ਼ਾਦ ਮੁਲਕ ਦਾ ਮੈਂ ਵਸਨੀਕ ਹਾਂ ਹੋਣ ਦੇ ਨਾਤੇ ਮੇਰੇ ਬੋਲ ਕੌੜੇ ਜ਼ਰੂਰ ਆ, ਕਿਉਂਕਿ ਅਸੀਂ ਆਜ਼ਾਦੀ ਦਾ ਜੇ ਆਨੰਦ ਅੱਜ ਮਾਣ ਰਹੇ ਹਾਂ, ਸੁੱਖ ਮਾਣ ਰਹੇ ਹਾਂ, ਤਾਂ ਉਹਨਾਂ ਸ਼ਹੀਦਾਂ ਕਰਕੇ ਮਾਣ ਰਹੇ ਹਾਂ। ਤੇ ਜੇਕਰ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਲੂਕ ਸਾਡੀਆਂ ਸਰਕਾਰਾਂ ਇਦਾਂ ਦਾ ਕਰਨਗੀਆਂ ਤਾਂ ਇਹਨਾਂ ਦੀ ਆਵਾਜ਼ ਅਸੀਂ ਹਰ ਦਮ ਤੱਕ ਉਠਾਉਂਦੇ ਰਹਾਂਗੇ। ਇਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਤਾਂ ਜੋ ਸੁੱਤੀ ਹੋਈ ਸਰਕਾਰ ਦੇ ਕੰਨਾਂ 'ਤੇ ਜੂੰ ਸਰਕ ਸਕੇ। ਕਿਉਂਕਿ ਅਕਸਰ ਆਖਿਆ ਜਾਂਦਾ ਕਿ ਜਾਂਦੀ ਜਾਂਦੀ ਸਰਕਾਰ ਬੜਾ ਕੁਝ ਦੇ ਜਾਂਦੀ ਆ। ਤਾਂ ਮੈਂ ਹੱਥ ਜੋੜ ਕੇ ਅਪੀਲ ਕਰਦਾ, ਹੱਥ ਮੈਂ ਦੋਨੇ ਜੋੜ ਕੇ ਅਪੀਲ ਕਰਦਾ ਸਰਕਾਰ ਨੂੰ ਕਿ ਜਾਂਦੇ ਜਾਂਦੇ ਇਸ ਪਰਿਵਾਰ ਨੂੰ ਨੌਕਰੀ ਜ਼ਰੂਰ ਦੇ ਦਿਓ। ਇਸ ਪਰਿਵਾਰ ਦੇ ਲਈ 3 ਨੌਕਰੀਆਂ ਜਿਹੜੀਆਂ ਅਨਾਉਂਸ ਹੋਈਆਂ ਸੀ, 2 ਨੌਕਰੀਆਂ ਮਿਲ ਗਈਆਂ, 1 ਨੌਕਰੀ ਰਹਿ ਗਈ ਸਿਰਫ ਇਸ ਪਰਿਵਾਰ ਨੂੰ। ਕਾਰਨ ਹਾਲੇ ਤੱਕ ਪਤਾ ਨਹੀਂ ਕਿਉਂ ਰਹੀ, ਪਰ ਜਦੋਂ ਹੁਣ ਜਾਂਦੇ ਆ ਤਾਂ ਬਹਾਨੇ ਕੀ ਲੱਗਦੇ ਆ ਕਿ ਤੁਸੀਂ ਉਹਨਾਂ ਦੇ ਵਾਰਸ ਹੀ ਹੈ ਨਹੀਂ, ਕੁਰਸੀਨਾਮਾ ਤੱਕ ਕਢਵਾਈ ਬੈਠੇ, ਹੋਰ ਵਾਰਸ ਭਾਈ ਕਿਵੇਂ ਤੁਹਾਨੂੰ ਦੱਸਦੀ, ਹੋਰ ਕਿਵੇਂ ਵਾਰਸ ਆ। ਸੋ ਇਦਾਂ ਦੀਆਂ ਰਿਪੋਰਟਸ ਲੈ ਕੇ ਅੱਗੇ ਵੀ ਆਉਂਦੇ ਰਹਾਂਗੇ। ਤੇ ਵੱਡੀ ਗੱਲ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਯਾਰ ਇਸ ਮੁਲਾਕਾਤ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਬਾਈ ਜੀ ਨੇ ਆਪਣਾ ਐਡਰੈਸ ਪਤਾ ਪੂਰਾ ਦੱਸਿਆ, ਜਿਹੜੇ ਸੰਪਰਕ ਕਰਨਾ ਚਾਹੁੰਦੇ ਬਾਈ ਜੀ ਤੱਕ ਰਾਬਤਾ ਕਰਿਓ। ਜੇਕਰ ਤੁਹਾਨੂੰ ਫਿਰ ਵੀ ਕਿਸੇ ਚੀਜ਼ ਦੀ ਦਿੱਕਤ ਆਉਂਦੀ ਹੈ, ਸੰਪਰਕ ਦੀ ਜ਼ਰੂਰਤ ਪੈਂਦੀ ਹੈ, ਹਾਲਾਂਕਿ ਵੀਡੀਓ ਦੇ ਉੱਪਰ ਵੀ ਸੰਪਰਕ ਨੰਬਰ ਦਿਸ ਰਿਹਾ, ਤਾਂ ਸਾਡੇ ਚੈਨਲ ਦੇ ਨਾਲ ਰਾਬਤਾ ਕਰਿਓ, ਤੁਹਾਨੂੰ ਅਸੀਂ ਸੰਪਰਕ ਨੰਬਰ ਪੂਰਾ ਜਿਹੜਾ ਬਾਈ ਜੀ ਹੋਰਾਂ ਦਾ ਦੇਵਾਂਗੇ। ਜਿਹੜੇ ਬਾਈ ਹੋਰਾਂ ਤੱਕ ਪਹੁੰਚ ਕਰਨੀ ਚਾਹੁੰਦੇ ਆ, ਪਹੁੰਚ ਜ਼ਰੂਰ ਕਰਿਓ। ਇਸ ਰਿਪੋਰਟ ਦੇ ਨਾਲ ਅੱਗੇ ਵੀ ਅਸੀਂ ਬਣੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।